ਸੋ ਟੂਲਸ ਦੇ ਸੈਕੰਡ ਪਾਰਟ ਵਿੱਚ ਅਸੀਂ ਸਭ ਤੋਂ ਪਹਿਲਾਂ ਕਰਨ ਜਾ ਰਹੇ ਹਾਂ ਲੋਗੈਰਿਥਮਿਕ ਫੰਕਸ਼ਨਸ। ਲੋਗੈਰਿਥਮਿਕ ਫੰਕਸ਼ਨਸ ਤੇ ਸ਼ਾਇਦ ਮੈਂ ਤੁਹਾਨੂੰ ਪਹਿਲਾਂ ਥੋੜਾ ਬਹੁਤਾ ਦੱਸਿਆ ਸੀ ਕਿ ਫੰਕਸ਼ਨ ਕੀ ਹੁੰਦਾ ਹੈ। ਫੰਕਸ਼ਨ ਆਪਾਂ ਮੈਥਮੈਟਿਕਸ ਜਿਵੇਂ ਕਹਿੰਦੇ ਆ ਕਿ ਅਗਰ ਕੋਈ ਨੰਬਰ ਹੈ ਵੇਰੀਏਬਲ y ਤਾਂ ਅਸੀਂ ਇਸ ਨੂੰ ਲਿਖਦੇ y is equal to f of x। ਠੀਕ ਹੈ, ਇਸ ਨੂੰ ਅਸੀਂ ਰੀਡ ਕਿਵੇਂ ਕਰਦੇ ਸੀ, ਹਾਊ ਡੂ ਵੀ ਰੀਡ ਇਟ, ਕਿਹਾ ਸੀ ਨਾ, ਤੁਹਾਨੂੰ ਸਮਝਾਇਆ ਸੀ। X is a function of y. No. Y is a function of x. It's function of x. Y is yes, a sir, sorry. function of x। ਇਹਦਾ ਮਤਲਬ ਹੈ कि y will vary या y varies है ना when x varies। आप इस तरह समझ लेने हैं। हालांकि ये जरूरी नहीं कि हमेशा x ਦੇ ਬਦਲਣ ਨਾਲ y ਬਦਲੇ, ਕਾਂਸਟੈਂਟ ਮੈਪ ਵੀ ਹੁੰਦੇ ਨੇ, ਕਾਂਸਟੈਂਟ ਫੰਕਸ਼ਨ ਵੀ ਹੋ ਸਕਦੇ ਨੇ, ਬਟ ਆਪਾਂ ਫਿਲਹਾਲ ਇਹਨੂੰ ਲਿਖ ਦਿੰਨੇ ਆ ਇਸ ਤਰ੍ਹਾਂ ਕਿ ਇਹਦਾ ਮਤਲਬ ਬੇਸਿਕਲੀ ਇਹ ਹੁੰਦਾ ਫੰਕਸ਼ਨ ਦਾ। ਜਾਂ ਫਿਰ ਆਪਾਂ ਇਸ ਦੀ ਫਿਰ ਕਈ ਫਾਰਮਸ ਹੋ ਸਕਦੀਆਂ ਜਿਵੇਂ y is a function of x ਵਿੱਚ ਆਪਾਂ ਐਵੇਂ ਹੋ ਸਕਦਾ ਕਿ y is equal to sin of x। ਤੇ ਤੁਸੀਂ ਇਸ ਦੇ ਨਾਲ ਬਹੁਤ ਚੰਗੀ ਤਰ੍ਹਾਂ ਵਾਕਿਫ ਹੋ, ਹਨਾ। ਤੁਸੀਂ ਇਹਦੇ ਵਿੱਚ x ਦੀ ਵੈਲਿਊਜ਼ ਪੁੱਟ ਕਰਦੇ ਹੋ ਤੇ y ਦੀ ਵੈਲਿਊਜ਼ ਮਿਲ ਜਾਂਦੀਆਂ ਨੇ। ਤਾਂ ਤੁਸੀਂ ਕੀ ਕੀਤੇ x ਦੀ ਵੈਲਿਊ ਤੁਸੀਂ π/3 ਪੁੱਟ ਕਰੋ, y ਦੀ ਵੈਲਿਊ √3/2 ਆ ਜਾਏਗੀ। x ਦੀ ਵੈਲਿਊ π/6 ਪੁੱਟ ਕਰੋ, y ਦੀ ਵੈਲਿਊ ਹਾਫ ਆ ਜਾਏਗੀ। x ਦੀ ਵੈਲਿਊ π/4 ਪੁੱਟ ਕਰੋ, y ਦੀ ਵੈਲਿਊ 1/√2 ਆ ਜਾਏਗੀ। x ਦੀ ਵੈਲਿਊ π/2 ਪੁੱਟ ਕਰੋ, y ਦੀ ਵੈਲਿਊ 1 ਆ ਜਾਏਗੀ। x ਦੀ ਵੈਲਿਊ 0 ਪੁੱਟ ਕਰੋ, y ਦੀ ਵੈਲਿਊ 0 ਆ ਜਾਏਗੀ। ਸੋ ਤੁਸੀਂ ਸਮਝਦੇ ਹੋ ਕਿ x ਨੂੰ ਪੁੱਟ ਕਰਦੇ ਆ y ਆਂਦਾ, ਤਾਂ ਇਹ ਇਸ ਤਰ੍ਹਾਂ ਦਾ ਹੋ ਸਕਦਾ ਹੈ। ਇੱਥੇ ਮੈਂ f ਨਹੀਂ ਲਿਖੂੰਗਾ, ਹੁਣ ਮੈਂ f of x ਦੀ ਡੈਫੀਨੇਸ਼ਨ ਲਿਖਤੀ ਬੇਸਿਕਲੀ। ਇਸੇ ਚੀਜ਼ ਨੂੰ ਕਈ ਲੋਕ ਫਿਰ ਐਂ ਲਿਖ ਦਿੰਦੇ ਨੇ that f of x is equal to sin x। ਤਾਂ ਇਹ ਆਪਣੇ ਆਪ ਹੀ ਅੰਡਰਸਟੂਡ ਹੁੰਦਾ ਹੈ that function of x ਹੈ, ਤੇ function of x ਦਾ ਨਾਮ ਫਿਰ ਬਾਅਦ ਚ ਅਸੀਂ y ਲਿਖ ਸਕਦੇ ਹਾਂ। ਸਮਝ ਲੱਗ ਰਹੀ ਗੱਲ ਸਭ ਨੂੰ? ਇਹ Yes, sir. ਬਿਲਕੁਲ ਇਸੇ ਤਰ੍ਹਾਂ ਹੀ ਅਸੀਂ ਐਵੇਂ ਲਿਖ ਸਕਦੇ ਹਾਂ ਕਿ ਜੇ ਮੈਂ ਸਾਈਨ ਲਿਖਾ ਦੇਖੋ cos tan ਅੱਗੇ ਕੁਝ ਵੀ ਹੋ ਸਕਦਾ ਹੈ, ਸਾਰੇ ਇੱਕੋ ਕੈਟਾਗਰੀ ਚ ਆ ਗਏ। ਇਸ ਤਰ੍ਹਾਂ ਆਪਾਂ ਲਿਖ ਸਕਦੇ ਹਾਂ y is equal to ਮੰਨ ਲਓ x square minus x plus 1। ਆ ਵੀ ਤਾਂ ਇੱਕ ਫੰਕਸ਼ਨ ਹੋ ਗਿਆ ਨਾ। ਇਹਦੇ ਵਿੱਚ ਵੀ x ਦੀ ਵੈਲਿਊਜ਼ ਪੁੱਟ ਕਰੋਗੇ 1 2 3 ਦੇਖੋ y ਦੀ ਵੈਲਿਊ ਆਉਂਦੀ ਰਹਿਣੀ ਅਲੱਗ-ਅਲੱਗ। ਇੱਥੇ ਆਪਾਂ ਕਹਿੰਦੇ ਆ ਇਹਦਾ ਮਤਲਬ ਹੈ that f of x is equal to x square minus x plus 1। ਇਹ ਫੰਕਸ਼ਨ ਆਫ x ਨੂੰ ਐਵੇਂ ਲਿਖ ਸਕਦੇ ਹਾਂ ਆਪਾਂ, ਪਰ ਉਦੋਂ ਆਪਾਂ ਨਵਾਂ ਨਾਮ ਦੇ ਦਿੰਦੇ ਹਾਂ y, ਤਾਂ y in terms of x ਲਿਖ ਦਿੰਦੇ ਹਾਂ। ਬਿਲਕੁਲ ਇਸੇ ਤਰ੍ਹਾਂ ਹੀ ਸਾਡੇ ਕੋਲ ਫੰਕਸ਼ਨ ਹੁੰਦਾ ਹੈ y is equal to logarithmic of x ਜਾਂ log of x। ਪਰ ਇਹਨੂੰ ਥੋੜਾ ਹੋਰ ਡਿਟੇਲ ਆਪਾਂ ਲਿਖਦੇ ਆ ਐਂ, ਜ਼ਿਆਦਾਤਰ ਆਪਾਂ ਅੱਗੇ ਜਾ ਕੇ ਬੇਸ ਵਗੈਰਾ ਮੈਂਸ਼ਨ ਨਹੀਂ ਕਰਦੇ, ਪਰ ਇਹਦਾ ਮਤਲਬ ਕੀ ਹੁੰਦਾ ਆ, ਇਹਦਾ ਮਤਲਬ ਸਮਝਣਾ ਬਹੁਤ ਜ਼ਰੂਰੀ ਹੈ। what is meant by y is equal to log of x। ਇਹਦਾ ਆਪਾਂ ਨੂੰ ਲੋੜ ਕਿਸੇ ਵੀ ਜਗ੍ਹਾ ਪੈਂਦੀ ਰਹਿਣੀ ਹੈ ਬਾਅਦ। ਆਹ ਵੀ ਇੱਕ ਫੰਕਸ਼ਨ ਹੈ ਜਿਹਦੇ ਇਹਦੇ ਵਿੱਚ ਵੀ x ਦੀ ਵੈਲਿਊਜ਼ ਪੁੱਟ ਕਰੂੰਗਾ ਤਾਂ y ਦੀ ਵੈਲਿਊਜ਼ ਮਿਲ ਜਾਣਗੀ। ਕਲੀਅਰ? Yes, sir. Yes, sir. Log- ਇਹ log chemistry ਵਿੱਚ ਵੀ use ਹੁੰਦਾ ਹੈ acid base। ਬਿਲਕੁਲ ਇਸੇ ਲਈ ਤੁਹਾਨੂੰ ਮੈਂ ਕਹਿ ਰਿਹਾ ਬਹੁਤ ਡਿਟੇਲਸ ਚੰਗੀ ਤਰ੍ਹਾਂ ਕਰਵਾਉਣ ਜਾ ਰਹੇ ਹਾਂ ਤਾਂ ਕਿ ਤੁਹਾਨੂੰ ਕੈਮਿਸਟਰੀ ਵਿੱਚ ਵੀ ਜਦੋਂ ਲੋੜ ਪਏਗੀ ਤਾਂ ਤੁਹਾਨੂੰ ਉੱਥੇ ਵੀ ਯਾਦ ਆਵੇ ਮੇਰੀ ਫਿਰ। ਠੀਕ ਹੈ, ਇੱਥੇ ਕੀ ਹੈ, ਜਦੋਂ x ਬਦਲੇਗਾ ਤਾਂ ਤੁਹਾਨੂੰ ਪਤਾ y ਬਦਲੇਗਾ, ਹਨਾ। ਇੱਥੇ ਵੀ, ਤੇ ਇੱਥੇ ਕਿਵੇਂ ਬਦਲੇਗਾ ਤੁਹਾਨੂੰ ਪਤਾ ਹੈ ਨਾ, x ਪੁੱਟ ਕਰ ਦੋਗੇ y ਆ ਜਾਏਗਾ। ਇੱਧਰ ਵੀ x ਪੁੱਟ ਕਰ ਦੋਗੇ y ਆ ਜਾਏਗਾ। ਇੱਧਰ x ਪੁੱਟ ਕਰ ਦੋਗੇ, ਓਹੋ y ਕਿੱਦਾਂ ਆਏਗਾ, ਆ ਨਹੀਂ ਨਾ ਪਤਾ ਲੌਗ ਦੇ ਬਾਰੇ। ਲੌਗ ਕੀ ਚੀਜ਼ ਹੈ, ਇਹ ਕਿੱਦਾਂ ਕੰਮ ਕਰਦੀ ਹੈ, ਇਹ ਕੋਈ ਟੀ ਰੇਸ਼ੋ ਦੀ ਤਰ੍ਹਾਂ ਤਾਂ ਨਹੀਂ ਹੈ, ਐਲਜਬਰਾਇਕ ਵੀ ਇਸ ਤਰ੍ਹਾਂ ਦਾ ਵੀ ਨਹੀਂ ਹੈ, ਤਾਂ ਇਹ ਬਿਲਕੁਲ ਅਲੱਗ ਤਰ੍ਹਾਂ ਦਾ ਕੋਈ ਫੰਕਸ਼ਨ ਹੈ। ਇਹ ਕੀ ਹੈ, ਇਹਦੇ ਬਾਰੇ ਆਪਾਂ ਅਗਲੇ ਪੇਜ ਤੇ ਸਮਝਦੇ ਹਾਂ। ਇਸ ਤੋਂ ਪਹਿਲਾਂ ਕਿ ਤੁਸੀਂ ਲੌਗ ਸਮਝੋ, ਹਨਾ, ਆਪਾਂ ਪਾਵਰ ਜਾਂ ਜਿਹਨੇ ਐਕਸਪੋਨੈਂਟਸ ਐਂਡ ਪਾਵਰਸ ਤੁਸੀਂ ਪੜ੍ਹਿਆ ਹੋਣਾ, ਇੱਕ ਚੈਪਟਰ ਹੁੰਦਾ ਸੀ, ਹਨਾ। ਪਾਵਰ ਜਿਹੜਾ ਆਪਾਂ ਕਿਸੇ ਵੀ ਬੇਸ ਦੀ ਕੋਈ ਪਾਵਰ ਲੈਨੇ ਆ, ਇਸ ਨੂੰ ਐਜ਼ ਅ ਫੰਕਸ਼ਨ ਜੇ ਆਪਾਂ ਟ੍ਰੀਟ ਕਰੀਏ, ਜਿਵੇਂ ਕਹਿਣ ਦਾ ਮਤਲਬ ਮੈਂ ਕਹਿ ਦਵਾਂ ਕਿ 2 ਨੂੰ ਬੇਸ ਮੰਨ ਲਓ 2 ਦੀ ਪਾਵਰ x, ਇਹਨੂੰ ਇੱਕ ਫੰਕਸ਼ਨ ਮੰਨ ਲਓ, ਤੇ ਇਹ ਪਾਵਰ ਫੰਕਸ਼ਨ ਬਣ ਗਿਆ ਨਾ, 2 ਦੀ ਪਾਵਰ x ਹੋ ਗਿਆ। Yes, sir. ਸੋ ਅਗਰ ਮੈਂ ਇਸ ਨੂੰ ਇੱਕ ਫੰਕਸ਼ਨ ਮੰਨ ਲਵਾਂ ਤੇ ਇਹਦੇ ਲਈ ਮੈਂ ਲੈਫਟ ਸਾਈਡ ਤੇ ਕੁਝ ਨੰਬਰਸ ਨੇ ਮੇਰੇ ਕੋਲ, ਮੰਨ ਲਓ ਇੱਥੇ, ਤੇ ਕੁਝ ਨੰਬਰਸ ਇੱਥੇ ਰਾਈਟ ਸਾਈਡ ਤੇ ਨੇ। ਬੇਸਿਕਲੀ ਹੁੰਦਾ ਕੀ ਹੈ, ਕੋਈ ਵੀ ਫੰਕਸ਼ਨ ਜੋ ਹੈ ਉਹ ਸਾਨੂੰ ਲੈਫਟ ਸਾਈਡ ਤੇ ਇੱਥੇ x ਦੀ ਵੈਲਿਊਜ਼ ਹੁੰਦੀਆਂ ਨੇ, ਰਾਈਟ ਸਾਈਡ ਤੇ y ਦੀ ਵੈਲਿਊਜ਼ ਹੁੰਦੀਆਂ ਨੇ। x ਦੀ ਵੈਲਿਊਜ਼ ਨੂੰ y ਦੀ ਵੈਲਿਊਜ਼ ਨਾਲ ਰਿਲੇਟ ਕਰਦਾ ਹੈ। ਜਿਵੇਂ ਇਸ ਫੰਕਸ਼ਨ ਨੂੰ ਦੇਖਾਂ ਮੈਂ, ਇੱਥੇ ਅਗਰ x ਦੀ ਵੈਲਿਊ 1 ਪੁੱਟ ਕਰ ਦਵਾਂਗਾ ਤਾਂ y ਦੀ ਵੈਲਿਊ ਕਿੰਨੀ ਆਏਗੀ, ਬੋਲੋ? 1 ਪਰ ਅਗਰ x ਦੀ ਵੈਲਿਊ 2 ਪੁੱਟ ਕਰ ਦੂੰਗਾ ਤਾਂ y ਦੀ ਵੈਲਿਊ ਕਿੰਨੀ ਆਏਗੀ, 4। सोचो 2 पुट करूंगा तो 4 आएगी।
3 3 ਆ ਰਹੇਗੀ। ਸੋ ਇਸ ਤਰ੍ਹਾਂ ਤੁਸੀਂ ਕੋਈ ਵੀ ਨੰਬਰ ਇਧਰ ਪੁੱਟ ਕਰੋਗੇ ਉਧਰ ਨੰਬਰ ਆਂਦਾ ਤਾਂ ਬੇਸਿਕਲੀ ਇਹ ਫੰਕਸ਼ਨ ਕਰਦਾ ਕੀ ਹੈ, ਦੇਖੋ ਇੱਥੇ ਮੈਂ f ਲਿਖ ਦਿੰਦਾ। f ਕੀ ਕਰਦਾ ਹੈ, ਇਧਰੋਂ x ਦੀ ਕੋਈ ਵੈਲਿਊ ਚੱਕਦਾ ਆ, ਉਹਨੂੰ ਲਿਆ ਕੇ ਉਧਰ y ਦੀ ਵੈਲਿਊ ਤੇ ਸਿੱਟ ਦਿੰਦਾ ਆ ਕਿ ਵੀ ਆ f ਨੇ ਕੀ ਕੀਤਾ, x ਦੀ ਵੈਲਿਊ ਪਿਕ ਕੀਤੀ ਤੇ y ਦੀ ਵੈਲਿਊ ਚ ਉਹਨੂੰ ਪੁੱਟ ਕਰਤਾ। ਸਮਝ ਲੱਗੀ ਗੱਲ? ਜਾਂ y ਦੀ ਵੈਲਿਊ ਉਹਨੇ ਦੇ ਦਿੱਤੀ ਉਹਦੇ ਲਈ, ਹਰ ਇੱਕ x ਦੇ ਲਈ ਕੋਈ ਨਾ ਕੋਈ y ਦੀ ਵੈਲਿਊ ਦੇ ਦੇਗਾ। ਜਿਵੇਂ x ਦੀ ਵੈਲਿਊ 0 ਪੁੱਟ ਕਰੂੰਗਾ ਤਾਂ ਉਹਦੀ ਵੈਲਿਊ ਕੀ ਆਏਗੀ, ਦੇਖੋ 1 ਉਹ ਵੀ 1, ਯਾਨੀ ਇਹ ਜਾ ਕੇ ਉਧਰ ਸੇਮ ਹੀ ਇਸ ਦੇ ਉੱਪਰ ਵੀ ਐਵੇਂ ਹੀ ਆ ਸਕਦਾ ਹੈ। ਠੀਕ ਹੈ, ਆ ਵੀ ਫੰਕਸ਼ਨ ਹੀ ਕਿਹਾ ਜਾਏਗਾ। ਕਲੀਅਰ? ਸੋ ਇਸ ਤਰ੍ਹਾਂ ਆਪਾਂ ਬਹੁਤ ਕੁਝ ਸਮਝਦੇ ਹਾਂ ਕਿ ਇਧਰੋਂ ਵੈਲਿਊ ਉਧਰ ਜਾ ਰਹੀਆਂ ਨੇ, ਉਹਨਾਂ ਵਿੱਚ ਇੱਕ ਰਿਲੇਸ਼ਨ ਦੱਸਣ ਵਾਲਾ ਇਹ ਫੰਕਸ਼ਨ ਹੁੰਦਾ ਹੈ। ਕਲੀਅਰ? ਯੈਸ ਸਰ Yes. ਅਗਰ ਮੈਂ ਇਸੇ ਤਰ੍ਹਾਂ ਇੱਥੇ ਸਮਝ ਕੇ ਚੱਲਾਂ ਤੇ ਸੋਚ ਲਵਾਂ ਕਿ ਇੱਥੇ ਮੰਨ ਲਓ ਕੋਈ 0 ਨੰਬਰ ਹੈ ਤੇ x ਵਾਲੀ ਵੈਲਿਊਜ਼ ਲਿਖ ਰਿਹਾ ਮੈਂ, ਇਹ y ਵੈਲਿਊਜ਼ ਲਿਖ ਰਿਹਾ, ਸਮਝੋ 0 ਨੰਬਰ ਹੈ ਤੇ ਇਹਨੂੰ ਮੈਂ ਪੁੱਟ ਕਰੂੰਗਾ ਇੱਥੇ, ਤਾਂ ਦੱਸੋ ਕੀ ਆਏਗਾ ਫਿਰ ਇੱਥੇ f of x ਦਾ ਕੀ ਹੈ? 1 हाँ वेरी गुड, आंसर आएगा 1। सो आ आएगा 1। सो अगर मैं 1 पुट कर लवा तो आंसर क्या आएगा? 2 आंसर आएगा 2। अगर मैं इधर 2 पुट कर लवा तो आंसर क्या आएगा? 4 4। एंड अगर मैं 3 पुट करूंगा, ਤੁਹਾਨੂੰ ਪਤਾ ਹੈ ਸਭ ਨੂੰ 8। ਹੁਣ ਮੈਂ ਇਹਦੇ ਵਿੱਚ ਬਾਹਰ ਨਿਕਲ ਗਿਆ, ਸੋ ਮੈਂ ਅੱਗੇ ਦੀ ਗੱਲ ਨਹੀਂ ਕਰਦਾ। ਐਂਡ ਸੋ ਔਨ, ਯੂ ਨੋ दैट। ਐਂਡ ਨੀਚੇ ਵੀ ਆ ਕੇ ਦੇਖ ਲੈਂਦੇ ਆ, ਅਗਰ -1 ਪੁੱਟ ਕਰੂੰਗਾ ਤਾਂ ਆਨਸਰ ਕੀ ਆਏਗਾ? ਹੁਣ ਦੇਖਦੇ ਹਾਂ 1/2 1.2 ਇੱਥੇ ਆਏਗਾ ਨਾ, 0.5 ਜਾਂ 1/2। ਅੱਛਾ -2 ਪੁੱਟ ਕਰੂੰਗਾ ਤਾਂ 1/4। ਸੋਚ ਕੇ ਦੇਖੋ 1/4, यानी कि ਇਹਦੇ ਵਿੱਚ ਇੱਥੇ ਨਹੀਂ ਉੱਪਰ ਨਹੀਂ ਆਏਗਾ, नीचे रहेगा ना, इधर आएगा, ਇੱਥੇ 1/4 मान लो, है ना। बस अलग कर ले दिखा रहे हैं। इस तरह करते सोचो, अगर मैं वैल्यू -100 पुट कर दवा तो आंसर क्या आएगा? 1/2 आएगा कि नहीं? यस सर एंड वो नंबर काफी ज्यादा छोटा होएगा पर कभी भी नेगेटिव तो नहीं होएगा। No sir. यानी 0 तो ऊपर ही किते रहेगा, ਇੱਥੇ ਕਿਤੇ, यानी ਇਹਦੇ ਵਿੱਚ ਜੋ ਬਾਕੀ ਵੈਲਿਊਜ਼ ਨੇ ਸਾਰੀਆਂ ਇੱਥੇ ਹੀ ਕਿਤੇ ਵਿੱਚ ਫਿੱਟ ਹੋਈਆਂ ਹੋਣਗੀਆਂ। ਦੇਖੋ ਕਿੰਨੀਆਂ ਵੈਲਿਊਜ਼ ਆਈਆਂ ਹੋਣਗੀਆਂ ਨਾ 100 ਤੋਂ ਪਹਿਲਾਂ, तो ਇਹਦੇ ਵਿੱਚ ਹੀ ਕਿਤੇ ਵੈਲਿਊ ਆਏਗੀ, 0 ਨਹੀਂ ਗਈ। ਆ ਦੇਖੋ ਇਹ ਫੰਕਸ਼ਨ ਦਾ ਬਿਹੇਵੀਅਰ ਦੇਖੋ ਕਿੰਨਾ ਅਲੱਗ ਹੈ, ਹਨਾ। ਇੱਥੇ ਦੇਖੋ ਇੰਨੇ ਸਾਰੀ ਵੈਲਿਊਜ਼ ਨੂੰ ਉਹਨੇ ਸਿਰਫ 0 ਤੇ 1 ਦੇ ਵਿੱਚ ਹੀ ਫਿੱਟ ਕਰਤਾ, ਇੰਨੀ ਦੂਰੀ 'ਚ, ਹੈ ना। सो एक ये पावर मैप है ना, ये पावर फंक्शन कह लो कि इधरों वाले पावर की पावर ਲਈ ਤੁਸੀਂ 2 ਦੀ ਪਾਵਰ ਲਈ ਨਾ। ਸੋ ਆ ਜਿਹੜਾ ਫੰਕਸ਼ਨ ਹੈ ਡਾਇਰੈਕਟ ਇਧਰ ਨੂੰ, ਇਹ ਹੈਗਾ f of x is equal to 2 raised per x। ਇੱਥੇ ਤੱਕ ਗੱਲ ਕਲੀਅਰ ਹੋਈ ਕਿ ਨਹੀਂ? यस सर अगर मैं एक फंक्शन इसका उल्टा डिफाइन करा, ਉਹਨੂੰ f ਇਨਵਰਸ ਵੀ ਡਿਫਾਈਨ ਕਰਦੇ ਹਾਂ, ਜਿਵੇਂ ਮੈਂ ਤੁਹਾਨੂੰ ਉਦੋਂ ਸਮਝਾਇਆ ਸੀ। f ਇਨਵਰਸ ਦਾ ਮਤਲਬ ਜਦੋਂ ਆਪਾਂ ਥੋੜੀ ਜਿਹੀ ਗੱਲ ਕਰ ਰਹੇ ਸੀ ਸਾਈਨ ਇਨਵਰਸ ਦੀ, ਤਾਂ f ਇਨਵਰਸ ਨੂੰ ਆਪਾਂ ਐ ਲਿਖਦੇ ਹਾਂ, ਪਰ ਇਹਦਾ ਮਤਲਬ 1/f ਨਹੀਂ ਹੁੰਦਾ, ਜਸਟ ਇੱਕ ਸਿੰਬਲ ਹੈ। ਇਟ ਇਜ਼, ਦਿਸ ਇਜ਼ ਜਸਟ ਅ ਸਿੰਬਲ, ਇਹ ਯਾਦ ਰੱਖਣਾ। ਇਹ ਸਿਰਫ ਇੱਕ ਸਿੰਬਲ ਹੈ ਕਿ ਇੱਕ ਫੰਕਸ਼ਨ ਦਾ ਇਨਵਰਸ ਹੈ, ਯਾਨੀ ਅਸਲੀ ਫੰਕਸ਼ਨ ਕੋਈ ਹੋਰ ਹੈ, ਉਸਦਾ ਇਹ ਇਨਵਰਸ ਹੈ। ਠੀਕ ਹੈ, ਹੁਣ ਜੇ ਮੈਂ f ਇਨਵਰਸ x ਨੂੰ ਸੋਚਾਂ ਤਾਂ ਇਹ ਵੈਲਿਊਜ਼ ਬੇਸਿਕਲੀ ਉਧਰੋਂ ਲੈ ਕੇ ਆਏਗਾ ਇੱਧਰ, ਨਾ ਕਿ ਇਧਰੋਂ ਜਾਏਗਾ ਉਧਰ। ਇਹ ਹੋਏਗਾ f ਇਨਵਰਸ x। ਸਮਝ ਲੱਗੀ ਗੱਲ? यस सर ਇਹ ਹੁਣ ਇੱਧਰ ਵਾਲੀ ਵੈਲਿਊਜ਼ ਨੂੰ x ਬੋਲੇਗਾ ਤੇ ਇੱਧਰ ਵਾਲੀ ਵੈਲਿਊ ਦਾ ਨਾਮ ਹੈ y ਰੱਖ ਦੇਗਾ। ਕਲੀਅਰ ਹੈ ਗੱਲ? No sir. ਨਹੀਂ ਕਲੀਅਰ? रिपीट करियो। मैं कह रहा f इनवर्स x ਜਿਹੜਾ ਇਸ ਫੰਕਸ਼ਨ ਦਾ ਇਨਵਰਸ ਹੋਏਗਾ। ਆ ਜਿਹੜਾ ਫੰਕਸ਼ਨ ਹੈ ਨਾ, आपने को 2 रेज़ पर x फंक्शन बनाया ना ਆਪਾਂ ਪਹਿਲਾਂ, ਆ ਵਾਲਾ ਫੰਕਸ਼ਨ, ਇਹਨੂੰ ਜਸਟ ਮੈਂ ਐ ਸ਼ੋ ਕਰ ਰਿਹਾ, ਦੇਖੋ ਨੰਬਰ ਨਹੀਂ ਸ਼ੋ ਕਰ ਰਿਹਾ, ਜਸਟ ਐ ਸ਼ੋ ਕਰ ਰਿਹਾ। ਇਸ ਦਾ ਉਲਟਾ ਮੈਪ, ਯਾਨੀ ਜੋ ਉਧਰੋਂ ਇੱਧਰ ਲੈ ਕੇ ਆਏ ਵੈਲਿਊਜ਼, ਬਿਲਕੁਲ ਉਸ ਤਰ੍ਹਾਂ ਹੀ ਜਿਵੇਂ ਪਹਿਲਾਂ f ਲੈ ਕੇ ਜਾ ਰਿਹਾ ਸੀ ਨਾ, ਇਹ ਵਾਪਸ ਲੈ ਕੇ ਆਏਗਾ ਉੱਥੇ। ਜੇ 1 ਨੂੰ ਉਧਰ ਲੈ ਕੇ ਜਾਣ ਵਾਲਾ ਕੌਣ ਸੀ? f of x ਸੀ ਨਾ। यस सर 2 ਨੂੰ ਵਾਪਸ 1 ਤੇ ਲੈ ਕੇ ਆਉਣ ਵਾਲਾ ਫੰਕਸ਼ਨ ਜਾਏਗਾ, ਉਹ f ਇਨਵਰਸ x ਹੋਏਗਾ। ਇਸੇ ਲਾਈਨ ਦੇ ਉੱਪਰ ਹੀ ਐ ਸ਼ੋ ਕਰਾਂਗੇ। ਹੁਣ ਸਮਝ ਲੱਗ ਰਹੀ ਹੈ? यस सर। Yes ਯਾਰ sir. ਜੇ ਮੈਨੂੰ ਕੋਈ ਕਹੇ ਕਿ f ਇਨਵਰਸ ਆਫ 2 ਕਿੰਨਾ ਹੋਏਗਾ, ਤਾਂ ਮੈਂ ਇੱਧਰ ਦੇਖੂੰਗਾ, ਅੱਛਾ 2 ਵਾਪਸ ਗਿਆ 1 ਤੇ ਆ ਗਿਆ, 1 ਆंसर ਆ ਗਿਆ। Sir is ਜੇ it ਕੋਈ equal ਕਹੇਗਾ to f ਇਨਵਰਸ ਆਫ ਹਾਫ, ਤਾਂ ਇਧਰ ਹਾਫ ਕਿੱਥੇ ਹੈ? ਵਾਪਸ ਗਿਆ -1 -1 ਆ ਗਿਆ। ਤੇ f ਇਨਵਰਸ ਆਫ sir? 4 ਦਾ ਆंसर ਕੀ ਆ ਗਿਆ?
2 ਆ ਗਿਆ। ਹਾਂਜੀ ਸਰ ਇਹ ਜੋ ਰੈੱਡ ਕਲਰ ਨਾਲ ਲਿਖਿਆ ਤੁਹਾਨੂੰ ਇਸ ਦੀ ਜਿਹੜੀ ਬੇਸਿਕ ਇਕੁਏਸ਼ਨ ਹੈ ਉਹ y = 2 raised to power x ਹੈ। ਹਾਂ, ਯਾਨੀ ਇਹਦੀ ਬੇਸਿਕ ਇਕੁਏਸ਼ਨ ਤਾਂ ਇਹੀ ਹੈ, y = 2 raised to power x। ਉਸ ਦਾ ਉਲਟਾ ਬਣਾਇਆ ਸੀ। ਸਿੱਧਾ ਜਾਣਾ ਆਸਾਨ ਸੀ ਨਾ, ਤੁਹਾਨੂੰ ਮੈਂ ਸਿੱਧਾ ਲੈ ਗਿਆ, ਪਹਿਲਾਂ ਵਾਪਸ ਆਉਣ ਦਾ ਕੋਈ ਤਰੀਕਾ ਨਹੀਂ ਦੱਸਿਆ ਮੈਂ ਬਸ ਇਹ ਕਿਹਾ ਕਿ ਵਾਪਸ ਉਦੋਂ ਹੀ ਜਿੱਦਾਂ ਗਏ ਹੋ ਉਧਰੋਂ ਵਾਪਸ ਲੈ ਆਓ, ਉਸ ਤਰ੍ਹਾਂ ਹੀ, ਉਸੇ ਰਸਤੇ, ਉਸੇ ਤਰ੍ਹਾਂ ਹੀ, ਹੈ ਨਾ। ਯਾਨੀ ਅਗਰ 3 ਨੂੰ ਲੈ ਕੇ f ਕਿੱਥੇ ਗਿਆ? 8 ਤੇ ਗਿਆ ਨਾ। Yes, sir. ਤੇ 8 ਤੋਂ ਵਾਪਸ ਆਂਦੇ ਹੋਏ f ਇਨਵਰਸ ਉਹਨੂੰ ਕਿੱਥੇ ਲੈ ਕੇ ਆਏਗਾ? ਫਿਰ 3 ਤੇ ਲੈ ਕੇ ਆਏਗਾ ਨਾ। Yes, sir. ਜਾਂਦੇ ਹੋਏ f 3 ਨੂੰ 8 ਤੇ ਲੈ ਕੇ ਗਿਆ ਸੀ। ਸੋ ਇਹਨੂੰ ਲਿਖਾਂਗਾ ਕਿਵੇਂ? ਇਸ ਨੂੰ ਲਿਖਾਂਗਾ ਕਿਵੇਂ? ਇਹ ਤੁਸੀਂ ਟੈਨਸ਼ਨ ਨਾ ਲਓ, ਜਸ ਤੁਹਾਨੂੰ ਮੈਂ ਤੁਹਾਡੀ ਇੱਕ ਮਾਈਂਡ ਮੇਕਅਪ ਕਰ ਰਿਹਾ, ਹੁਣੀ ਗੱਲ ਸਾਰੀ ਕਲੀਅਰ ਹੋ ਜਾਏਗੀ। ਇੰਨੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ। ਹੁਣੀ ਦੇਖੋ ਲੌਗ ਤਾਂ ਆਇਆ ਨਹੀਂ ਵਿੱਚ, ਪਿਕਚਰ 'ਚ ਲੈ ਕੇ ਆਉਣਾ ਮੈਂ ਥੋੜੀ ਦੇਰ। f of 3 ਨੂੰ ਤੁਸੀਂ ਕੀ ਕਹੋਗੇ ਇੱਥੇ? ਹੁਣ 8 ਕਹੋਗੇ ਨਾ। Yes, sir. ਤੇ f ਇਨਵਰਸ ਆਫ 8 ਨੂੰ ਕੀ ਕਹਿ ਦੋਗੇ ਫਿਰ? 3. ਬਿਨਾਂ ਇਹ ਸੋਚੇ ਸਮਝੇ ਕਿ f ਕਿਵੇਂ ਗਿਆ ਸੀ, ਮੈਨੂੰ ਲੈਣਾ ਦੇਣਾ ਨਹੀਂ। ਮੈਂ ਕਹਿ ਰਿਹਾ ਅਗਰ f 3 ਨੂੰ 8 ਤੇ ਲੈ ਕੇ ਗਿਆ ਸੀ ਤਾਂ f ਇਨਵਰਸ ਨੂੰ 8 ਨੂੰ ਵਾਪਸ 3 ਤੇ ਲੈ ਕੇ ਆਉਣਾ ਚਾਹੀਦਾ ਹੈ। ਸਿੰਪਲ ਜੀ ਗੱਲ, ਕਲੀਅਰ? Yes, sir. Yes, sir. ਸੋ ਬੇਸਿਕਲੀ ਅਸੀਂ ਜਿਹੜੀ ਇਨਵਰਸ ਮੈਪਿੰਗ ਕਰਦੇ ਆ, ਮੈਪਸ ਨੂੰ ਕਿਵੇਂ ਸਿੱਖਦੇ ਆ, ਮਤਲਬ ਇਹਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਬਸ, ਉਹ ਸਿਰਫ ਤੁਹਾਡੇ ਸਿਰਫ ਸਮਝਣ ਦੇ ਲਈ। ਜਿਵੇਂ ਮੰਨ ਲਓ ਅਗਰ ਮੈਂ ਕਹਿ ਦਵਾਂ, ਇਹ ਮੈਂ ਸਮਝਾ ਰਿਹਾ ਕਿ ਜਿਹੜੇ ਬੱਚੇ ਮੈਡੀਕਲ ਵਾਲੇ ਬੱਚੇ ਨੇ ਉਹਨਾਂ ਨੂੰ ਵੀ ਬਿਲਕੁਲ ਪਤਾ ਲੱਗ ਜਾਏ ਕਿ ਫੰਕਸ਼ਨ ਬੇਸਿਕਲੀ ਕੀ ਹੁੰਦਾ, ਕਿਵੇਂ ਕੰਮ ਕਰਦੇ ਆ। ਅੱਛਾ, ਮੰਨ ਲਓ ਇਧਰੋਂ ਜਾ ਰਿਹਾ ਫੰਕਸ਼ਨ, ਇੱਧਰ f, ਇਹਦਾ ਨਾਮ ਰੱਖਦੇ ਆ f, ਤੇ ਵਾਪਸ ਆਉਣ ਵਾਲੇ ਦਾ ਨਾਮ ਨਾ ਆਪਾਂ ਇੱਥੇ ਜਾਂ ਉੱਪਰ ਹੀ ਸ਼ੋ ਕਰ ਦੋ। ਵਾਪਸ ਆਉਣ ਵਾਲੇ ਦਾ ਨਾਮ ਕੀ ਰੱਖ ਦਈਏ? ਨਾਮ ਕੀ ਰੱਖ ਦਈਏ? f ਇਨਵਰਸ। ਮੰਨ ਲਓ ਜਿਹੜਾ ਤੁਹਾਡਾ f of x ਹੈ, ਜਸਟ ਐਗਜ਼ਾਮਪਲ, ਮੰਨ ਲਓ f of x ਤੁਹਾਡਾ ਹੈ x², ਤੇ ਇਧਰ ਕੁਝ ਨੰਬਰਸ ਨੇ, ਮੰਨ ਲਓ 1 ਹੈ, 2 ਹੈ, 3 ਹੈ ਤੇ 4 ਹੈ। 1 ਦਾ f ਕਿੱਧਰ ਜਾਏਗਾ ਲੈ ਕੇ? ਉਹਨੂੰ ਤੁਸੀਂ 1. 2 ਨੂੰ ਕਿੱਧਰ ਲੈ ਕੇ ਜਾਏਗਾ? 4. 3 ਨੂੰ ਕਿੱਧਰ ਲੈ ਕੇ ਜਾਏਗਾ? 9 4 ਨੂੰ ਕਿੱਧਰ ਲੈ ਕੇ ਜਾਏਗਾ? 16 ਬਸ ਰੁਕ ਜਾਓ। ਹੁਣ ਮੈਂ ਕਹਿ ਰਿਹਾ f ਇਨਵਰਸ, ਤਾਂ ਮੈਨੂੰ ਇੱਥੇ ਪਤਾ ਲੱਗ ਗਿਆ ਕਿ ਜਿਹੜਾ f ਇਨਵਰਸ x ਹੈ ਨਾ, ਬੇਸਿਕਲੀ ਉਹ ਰੂਟ x ਹੈ। ਕਿਉਂਕਿ ਤੁਸੀਂ ਵਾਪਸ ਜਾ ਕੇ ਦੇਖੋ, 16 ਦਾ ਕੀ ਹੁੰਦਾ ਹੈ? f ਰੂਟ ਹੁੰਦਾ ਹੈ ਨਾ। 9 ਦਾ ਰੂਟ ਹੁੰਦਾ ਹੈ ਨਾ 3। Yes, sir. Yes, sir. ਪੋਜ਼ਿਟਿਵ ਰੂਟ ਲੈ ਲਿਆ ਆਪਾਂ, ਯਾਨੀ ਕਿ x² ਤੇ ਰੂਟ x ਇਸ ਜਗ੍ਹਾ ਤੇ ਇਸ ਸੰਦਰਭ ਵਿੱਚ ਦੇਖਿਆ ਜਾਵੇ, ਜਿੰਨਾ ਕਿ ਮੈਂ ਤੁਹਾਡੇ ਸਾਹਮਣੇ ਪੜਾਇਆ ਬਹੁਤ ਸਿੰਪਲੀ ਸਮਝਣ ਦੇ ਲਈ। ਮਨਰੂਪ ਵੀਡੀਓ ਆਫ ਕਰ ਲਓ, ਠੀਕ ਹੈ। ਸੋ ਇਸ ਸੰਦਰਭ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਤੁਸੀਂ ਸਮਝ ਰਹੇ ਹੋ ਨਾ ਕਿ x² ਦਾ ਇਨਵਰਸ ਮੈਪ ਹੈ ਇੱਕ ਤਰ੍ਹਾਂ ਰੂਟ x, ਹੈ ਨਾ। ਹੁਣ ਸਮਝ ਸਕਦੇ ਹੋ f of x = x³ ਦਾ ਇਨਵਰਸ ਮੈਪ ਕੀ ਹੋਏਗਾ? cube root of x। तो ਇਹ ਤਾਂ ਗੱਲਾਂ ਹੋ ਗਈਆਂ x ਬਾਰੇ, ਸਿੱਧਾ ਇਹ ਸਭ ਤੁਸੀਂ ਸਮਝ ਰਹੇ ਹੋ ਨਾ ਚੰਗੀ ਤਰ੍ਹਾਂ? Yes, sir. ਪਰ ਜਦੋਂ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਕਿ ਪਾਵਰ ਵਿੱਚ ਹੀ x ਚਲਾ ਜਾਏ, ਯਾਨੀ 2 ਦੀ ਪਾਵਰ, ਕਾਂਸਟੈਂਟ ਨੰਬਰ ਨੀਚੇ ਹੈ, ਉਹਦੀ ਪਾਵਰ ਵਿੱਚ x ਚਲਾ ਜਾਏ, ਤਾਂ ਇਸ ਦਾ ਜੋ ਇਨਵਰਸ ਮੈਪ ਹੈ, ਇਸ ਦੇ ਇਨਵਰਸ ਮੈਪ ਨੂੰ ਦੇਖੋ, ਮੈਂ ਜਗ੍ਹਾ ਖਾਲੀ ਛੱਡੀ ਸੀ ਨਾ ਇੱਥੇ, ਇਸ ਲਈ ਛੱਡੀ ਸੀ। ਇਸ ਨੂੰ ਕਹਿੰਦੇ ਆ ਅਸੀਂ log 2 base 2 of x, ਯਾਨੀ ਉਹਦਾ ਬੇਸ ਉਹਨੂੰ ਲੈ ਲੈਣੇ ਆ ਜਿਸ ਨੰਬਰ ਦੀ ਪਾਵਰ ਲਈ ਤੁਸੀਂ। ਕਲੀਅਰ ਹੈ ਗੱਲ? Yes. ਬਾਕੀ ਤੁਹਾਨੂੰ ਹੋਰ ਦੇਖੋ, ਆਪਾਂ ਡਿਟੇਲ ਚ ਕਰਦੇ ਹਾਂ, ਤੁਹਾਨੂੰ ਹਲੇ ਆਪਣੇ ਆਪ ਹੀ ਹੋਣ ਲੱਗ ਜਾਏਗਾ, ਸਮਝ ਆਉਣ ਲੱਗ ਜਾਏਗਾ। ਜਿਵੇਂ ਕਿ ਆਪਾਂ ਲੋਗੈਰਿਥਮਿਕ ਫੰਕਸ਼ਨ ਲਈ ਹੁਣ ਬਹੁਤ ਇੰਪੋਰਟੈਂਟ ਇਕੁਏਸ਼ਨ ਲਿਖਦੇ ਹਾਂ। ਹੁਣ ਮੈਂ ਪ੍ਰੋਪਰਲੀ ਡਿਫਾਈਨ ਕਰਦਾ ਲੋਗੈਰਿਥਮਿਕ ਫੰਕਸ਼ਨ। तो ये फंक्शन ਤੁਹਾਨੂੰ ਇਹ ਪਤਾ ਲੱਗ ਗਿਆ ਪਾਵਰ ਵਾਲੀ ਫੰਕਸ਼ਨ ਦਾ ਕੀ ਹੁੰਦਾ ਹੈ? ਉਲਟਾ ਹੁੰਦਾ ਹੈ ਬੇਸਿਕਲੀ, ਹੈ ਨਾ, ਇਨਵਰਸ ਮੈਪ। ਲੌਗ ਫੰਕਸ਼ਨ ਵੀ ਬੋਲ ਦਿੰਦੇ ਆਪਾਂ ਇਹਨੂੰ, ਠੀਕ ਹੈ। ਤੇ ਇਹਨੂੰ ਕਿਵੇਂ ਲਿਖਦੇ ਆ ਕਿ ਅਗਰ ਲੌਗ ਦਾ ਬੇਸ a ਹੈ ਤੇ ਕਿਸੇ ਵੀ ਨੰਬਰ ਦੇ ਉੱਪਰ ਇਹਨੂੰ ਅਪਲਾਈ ਕਰ ਰਹੇ ਹੋ ਤੇ ਤੁਹਾਡੀ ਆਨਸਰ ਆ ਰਿਹਾ ਹੈ x। ਹੁਣ ਧਿਆਨ ਦੇਣਾ, ਇਸ a ਨੂੰ ਅਸੀਂ ਕੀ ਬੋਲਦੇ ਹਾਂ? ਬੇਸ। ਜਿਵੇਂ ਹੁਣ ਬੇਸ ਉੱਤੇ 2 ਸੀਗਾ ਨਾ, Yes, ਉਹਦੀ sir. ਪਾਵਰ 2 ਦੀ ਪਾਵਰ ਲੈ ਕੇ ਦਾ ਫੰਕਸ਼ਨ ਬਣਾਇਆ ਸੀ ਨਾ ਤੁਸੀਂ, ਤਾਂ ਵਾਪਸ ਜੋ ਲੌਗ ਬਣਾਓਗੇ ਤਾਂ ਲੌਗ ਦਾ ਬੇਸ 2 ਬੋਲੋਗੇ। ਅਗਰ ਤੁਸੀਂ 5 ਦੀ ਪਾਵਰ ਲੈ ਕੇ ਬਣਾਉਂਦੇ
ਤਾਂ 1 ਦੀ ਵੈਲਿਊ ਇੱਥੇ 2 ਨਹੀਂ ਨਾ ਆਣੀ ਸੀ, ਫਿਰ 5 ਆਣੀ ਸੀ, 2 ਦੀ 25 ਆਣੀ ਸੀ, 3 ਦੀ 125 ਆਣੀ ਸੀ, ਯਾਦ ਹੈ ਨਾ? Yes, sir. ਵਾਪਸ ਜਦੋਂ ਇਨਵਰਸ ਮੈਪ ਕਰਦੇ ਤਾਂ log ਦਾ ਬੇਸ ਕਿੰਨਾ ਆਣਾ ਸੀ, ਫਿਰ 5 ਆਣਾ ਸੀ ਨਾ। ਇਸ ਤਰ੍ਹਾਂ ਇਹ ਕੰਮ ਕਰਦਾ। ਇਹਨੂੰ ਕਹਿੰਦੇ ਆ ਬੇਸ। ਜਿਹੜਾ ਇਹ n ਹੁੰਦਾ ਹੈ, ਇਹ ਬੇਸਿਕਲੀ ਕੋਈ ਨੰਬਰ ਹੁੰਦਾ ਹੈ ਜਿਸ ਨੰਬਰ ਦੇ ਉੱਪਰ ਤੁਸੀਂ log ਲਗਾ ਰਹੇ ਹੋ, ਤੇ ਜੋ x ਹੁੰਦਾ ਹੈ ਤੁਹਾਡਾ ਬੇਸਿਕਲੀ ਇਹ ਹੁੰਦੀ ਹੈ ਪਾਵਰ। ਇਸ ਨੂੰ ਇਸੇ ਤਰ੍ਹਾਂ ਆਪਣੇ ਮੈਂਸ਼ਨ ਕਰਕੇ ਆਪਣੇ ਨੋਟਸ ਵਿੱਚ ਲਿਖ ਲੈਣਾ। ਇਹ ਸਭ ਤੋਂ ਇੰਪੋਰਟੈਂਟ ਗੱਲ ਹੈ ਪਹਿਲਾਂ log ਨੂੰ ਸਮਝਣ ਲਈ, ਉਹਦੀ ਇੰਟਰੋਡਕਸ਼ਨ ਦੇ ਲਈ। ਤੇ ਇਹਦਾ ਮਤਲਬ ਕੀ ਹੁੰਦਾ, ਦੇਖੋ ਇਹਦਾ ਮਤਲਬ ਹੁੰਦਾ ਹੈ ਕਿ ਜਿਹੜਾ n ਹੈ ਇਹ ਤੁਹਾਨੂੰ ਕਿਵੇਂ ਮਿਲਦਾ ਹੈ ਵੀ ਤੁਸੀਂ a ਦੀ ਕਿੰਨੀ ਪਾਵਰ ਲੈ ਕੇ ਜਾਓਗੇ ਕਿ ਤੁਹਾਨੂੰ n ਮਿਲੇ। this implies n is equal to 2 raised to a raised power x, क्योंकि ਇਹ ਰਿਵਰਸ ਮੈਪ मतलब fx है ये। ਹਾਂ ਵੈਰੀ ਗੁੱਡ। ਇਹਨੂੰ ਇੱਕ ਤਰ੍ਹਾਂ ਸਮਝ ਲਓ ਇਹ fx ਹੈ ਤੁਹਾਡਾ, ਤੇ ਜਿਹੜਾ ਕਿ ਉਸ x ਨੂੰ n ਤੇ ਲੈ ਕੇ ਗਿਆ ਸੀ, ਤੇ ਉਹ log ਜੋ ਹੈ ਉਹ n ਨੂੰ ਵਾਪਸ x ਤੇ ਲੈ ਕੇ ਆ ਰਿਹਾ ਹੈ। ਆਪਾਂ ਸਮਝਦੇ ਹਾਂ ਇਹਨੂੰ, ਸਮਝਦੇ ਹਾਂ ਹੋਰ ਚੰਗੇ ਹੋਰ ਐਗਜ਼ਾਮਪਲ ਨਾਲ ਸਮਝਦੇ ਹਾਂ। ਐਗਜ਼ਾਮਪਲ ਆਪਣੇ ਕੋਲ ਬਥੇਰੀਆਂ ਨੇ। ਐਗਜ਼ਾਮਪਲ ਮੰਨ ਲਓ ਜੇ ਮੈਂ log ਲੈ ਲਵਾਂ, ਬੇਸ ਲੈ ਲਵਾਂ ਉਹਦਾ 10, ਤੇ ਉਹ 100 ਦਾ ਆਪਾਂ ਫਾਈਂਡ ਕਰਨਾ। ਬੇਸ ਨੂੰ ਦੇਖੋ ਨੀਚੇ ਲਿਖਦੇ ਆ ਆਪਾਂ, log to base 10 of 100, ਇਹਨੂੰ ਬੋਲਦੇ ਆ log to base 10 of 100। ਤਾਂ ਆਨਸਰ ਪਤਾ ਕੀ ਆਏਗਾ? ਆਨਸਰ ਉਹ ਆਏਗਾ ਕਿ ਅਸੀਂ 10 ਨੂੰ ਕਿੰਨੀ ਪਾਵਰ ਤੱਕ ਰੇਜ਼ ਕਰੀਏ ਕਿ ਸਾਨੂੰ 100 ਮਿਲ ਜਾਏ। ਦੱਸੋ ਕਿੰਨੀ ਪਾਵਰ ਤੱਕ ਰੇਜ਼ ਕਰੀਏ? 210. ਤਾਂ ਇਹਦਾ ਆਨਸਰ 2 ਆਏਗਾ। ਬਿਲਕੁਲ ਠੀਕ ਹੈ। ਇਹਦਾ ਤੇ ਆਨਸਰ ਜਿਹੜਾ 10 ਹੈ ਉਹ ਕਿੱਥੋਂ ਆਇਆ? ਇਹ ਬੇਸ ਹੈ ਨਾ, ਬੇਸ ਹੈ, ਇਹ ਬੇਸ ਹੈ। ਹਾਂਜੀ। ਇਹਦਾ ਯਾਨੀ ਸਿਰਫ ਫਿਕਸ ਪਹਿਲਾਂ ਹੁੰਦਾ ਹੈ। ਸਮਝ ਲਓ ਕਿ ਬੇਸ, ਮੰਨ ਲਓ ਤੁਸੀਂ ਹੋ, ਤੁਸੀਂ ਆਪਣੇ ਘਰੇ ਕੰਮ ਕਰ ਰਹੇ ਹੋ, ਕੋਈ ਤੁਹਾਡੀ ਮਰਜ਼ੀ ਹੈ ਨਾ ਕਿ ਤੁਸੀਂ ਕੋਈ ਲੌਗ ਬਣਾਉਣਾ ਚਾਹੁੰਦੇ ਹੋ, ਠੀਕ ਹੈ? ਤੁਹਾਡੇ ਕੋਲ ਇੱਕ ਸਾਇੰਟਿਫਿਕ ਕੈਲਕੂਲੇਟਰ ਹੈ, ਤੁਸੀਂ ਕਹਿੰਦੇ ਮੈਂ ਆਪਣਾ ਲੌਗ ਬਣਾਉਂਗਾ ਖੁਦ, ਤੇ ਮੈਂ ਕਹੂੰਗਾ ਵੀ ਤੂੰ ਬੇਸ ਕੀ ਲਏਗਾ? ਕਹੂੰਗਾ ਹਾਂ ਬੇਸ ਕੀ ਲਊਂਗਾ, ਚਲੋ ਮੈਂ ਬੇਸ 5 ਲੈ ਲੈਣਾ ਜਾਂ 10 ਲੈ ਲੈਣਾ। ਤਾਂ ਮੰਨ ਲਓ ਤੁਸੀਂ 10 ਲੈ ਲਿਆ, ਤਾਂ ਤੁਸੀਂ 10 ਨੂੰ ਬੇਸ ਮੰਨ ਕੇ ਫਿਰ ਇੱਕ ਮੈਪ ਬਣਾਓਗੇ ਨਾ, ਪਹਿਲਾਂ ਇਧਰੋਂ ਉਧਰ ਲੈ ਕੇ ਜਾਣ ਲਈ 10 raised per x ਬਣਾਓਗੇ ਨਾ, ਹਨਾ? ਯੈਸ ਸਰ। Yes, ਤੇ sir. ਫਿਰ ਉਸਦਾ ਰਿਵਰਸ ਮੈਪ ਜਿਹੜਾ ਆ ਉਹ ਵੈਲਿਊਜ਼ ਲਓਗੇ, ਉਹ log ਦੀ ਵੈਲਿਊਜ਼ ਨੇ, ਜਿਹੜੀ ਤੁਹਾਡੀ log ਟੇਬਲਸ ਤੁਸੀਂ ਸ਼ਾਇਦ ਕਿਤਾਬਾਂ ਦੇ ਪਿੱਛੇ ਦੇਖੇ ਹੋਏ ਨੇ, ਦੇਖੇ ਨੇ ਨਾ? ਸਰ ਇੱਕ ਵਾਰ ਇਹਦਾ ਮੈਪ ਬਣਾ ਦਿਓ ਜੋ ਤੁਹਾਨੂੰ ਉਹ ਬਣਾਇਆ ਸੀ ਸ਼ਿਫਟਿੰਗ ਦੀ ਕਰੀ। 10 ਦਾ ਬਣਾਵਾਂ? 10 ਦਾ ਹਾਂਜੀ ਹਾਂਜੀ। ਆ ਦੇਖੋ ਮੈਂ ਬਣਾ ਦਿੰਦਾ ਹੁਣੀ, ਕਿੱਡੀ ਕਿੱਡੀ ਗੱਲ ਆ ਦੇਖੋ ਇਹਦੇ ਵਿੱਚ ਹੀ ਬਣਾ ਦਿੰਦੇ ਆਪਾਂ, ਛੋਟਾ ਜਿਹਾ ਐ ਬਣਾ ਦਿੰਦੇ ਆ। ਇੱਥੇ ਕੁਝ ਵੈਲਿਊਜ਼ ਲਿਖਾਂਗੇ, ਇਹ ਬਸ ਲਿਖਣ ਦਾ ਤਰੀਕਾ ਹੈ ਵੀ ਇਧਰ ਉਧਰ ਜਾਣਾ ਨਾ, ਇਧਰ ਸੈਟ ਜਿਹਾ ਬਣਾਤਾ। ਦੇਖੋ ਇੱਥੇ ਆ ਮੈਪ ਜਿਹੜਾ ਬਣੇਗਾ ਤੁਹਾਡਾ, ਇਹਦਾ ਡਾਇਰੈਕਟ ਮੈਪ ਹੈ ਨਾ, 10 ਦੀ ਪਾਵਰ x ਦਾ ਹੈ ਨਾ, ਇਹ ਤਾਂ ਹੀ ਵਾਪਸ ਬਣੇਗਾ log of 10। ਹੁਣ ਵਾਪਸ ਵਾਲਾ ਇੱਥੇ ਦਿਖਾ ਦੇਣਾ ਨੀਚੇ, log to base 10 of x ਹੈ। ਸਮਝ ਲੱਗੀ ਗੱਲ? ਯੈਸ। तो जे इथे 1 होएगा तो 1 ਦੀ ਵੈਲਿਊ ਦੱਸੋ ਕੀ ਆਏਗੀ? 10 ਆਏਗੀ ਨਾ 1 ਦੀ ਵੈਲਿਊ, ਤੇ Yes, sir. 0 ਦੀ ਵੈਲਿਊ ਕੀ ਆਏਗੀ? 1. 1 ਆਏਗੀ। ਤੇ 100 10 ਦੀ ਵੈਲਿਊ ਕੀ ਆਏਗੀ ਭਈਆ? 2 ਦੀ ਵੈਲਿਊ ਕੀ ਆਏਗੀ? ਆ ਦੱਸੋ ਪਹਿਲਾਂ, ਥੋੜਾ ਸੌਖਾ ਰੱਖੋ। 100 2 ਦੀ ਵੈਲਿਊ ਆਏਗੀ 100। ਤੁਸੀਂ ਸਾਰੇ ਸਮਝ ਗਏ ਹੋਣ ਗੱਲ ਮੇਰੀ, ਮੈਨੂੰ ਪਤਾ ਲੱਗ ਰਿਹਾ। 3 ਦੀ ਵੈਲਿਊ ਕੀ ਆਏਗੀ? 1000। ਤੇ ਫਿਰ ਜੇ log to base 10 ਵਿੱਚ ਪੁੱਟ ਕਰੂੰਗਾ ਤਾਂ log to base 10 of 1 ਕੀ ਆਏਗਾ ਦੱਸੋ? 0. 0। log to base 10 of 10 ਕੀ ਆਏਗਾ? 1। log to base 10 of 100 ਕੀ ਆਏਗਾ? 2। and log to base 10 of 1000 ਕੀ ਆਏਗਾ? 3। and so on, and ਬਾਕੀ ਵਿਚਕਾਰਲੀ ਵੈਲਿਊਜ਼ ਬਹੁਤ ਔਖੀਆਂ ਹੋਣਗੀਆਂ, ਇਸ ਲਈ ਮੈਂ ਆਪਾਂ ਇੱਥੇ ਡਾਇਰੈਕਟਲੀ ਨਹੀਂ ਲਿਖ ਸਕਦੇ ਸਰ ਇਸ ਚ ਆਪਾਂ ਨੂੰ ਟੇਬਲ ਹੁੰਦਾ ਹੈ। ਹਾਂਜੀ ਸਰ ਇਹ ਤਾਂ ਆਪਾਂ ਨੇ ਐਗਜ਼ਾਮਪਲ ਲਈ ਹੈ, ਲੇਕਿਨ ਕੁਐਸਚਨ ਜਦੋਂ ਆਪਾਂ ਨੂੰ ਕੋਈ ਆਏਗਾ ਉਸ ਚ a ਦੀ ਵੈਲਿਊ ਦਿੱਤੀ ਗਈ ਹੋਏਗੀ। ਆਬਵੀਅਸਲੀ, ਨਹੀਂ ਤਾਂ ਕੋਈ ਸੈਂਸ ਨਹੀਂ ਬਣੇਗੀ ਕੁਐਸਚਨ ਦੀ, ਹਨਾ? ਬੇਸ ਤਾਂ ਦੇਣਾ ਪਏਗਾ ਨਾ ਉਹਨਾਂ ਨੂੰ, ਦੈਨ ਹਾਊ ਕੈਨ ਆਈ। ਪਰ ਆਪਾਂ ਸੋਚਣਾ ਕਿਵੇਂ ਹੈ, ਬਸ ਤੁਹਾਨੂੰ ਮੈਂ ਸੋਚਣਾ ਸਿਖਾ ਰਿਹਾ ਕਿ ਜੇ ਕਿਸੇ ਨੰਬਰ ਨੂੰ ਕਿਹਾ ਗਿਆ ਤਾਂ ਆਪਾਂ ਕਿਵੇਂ ਸੋਚਣਾ ਹੈ। ਇਸ ਦਾ ਰਿਵਰਸ ਐ ਸੋਚਣਾ। ਦੇਖੋ ਇਹ ਹੈ ਥਾਟ ਪ੍ਰੋਸੈਸ ਕਿ ਆਹ ਵਾਲੇ ਜੋ ਇਕੁਏਸ਼ਨ ਨੂੰ ਸੈਟੀਸਫਾਈ ਕਰੇਗਾ x, ਉਹੀ x ਉੱਪਰ ਆਨਸਰ ਚ ਆਏਗਾ। ਜਿਵੇਂ ਮੰਨ ਲਓ log ਫਾਈਂਡ ਕਰਨਾ, ਤੁਸੀਂ ਹੁਣ ਦੇਖੋ ਧਿਆਨ ਨਾਲ, ਮੰਨ ਲਓ ਸਰ ਕੋਈ ਮੈਨੂੰ ਮਤਲਬ ਜੋ log ਹੈ ਸਰ ਉਹ ਸਪੈਸ਼ਲ ਨੇਮ ਦੇਤਾ ਰਿਵਰਸ ਲਈ, ਅਗਰ ਪਾਵਰ ਚ ਹੋਵੇ, ਹੈ ਨਾ ਇਕੁਏਸ਼ਨ। ਹਾਂ ਅਸਲ ਵਿੱਚ ਜਿਹੜਾ ਇਹ ਪਾਵਰਸ ਹੁੰਦੀਆਂ ਨਾ, ਅਸਲ ਪਾਵਰ ਵਾਲੇ ਫੰਕਸ਼ਨ ਨੂੰ ਅਸੀਂ ਐਂਟੀ ਲੌਗ ਨਾਮ ਦਿੰਦੇ ਹਾਂ।
ਉਹ ਯਾਨੀ ਲੌਗ ਨੂੰ ਤਵੱਜੋ ਜ਼ਿਆਦਾ ਦਿੰਦੇ ਆ ਤੇ ਮਤਲਬ anti-log ਸਰ ਨੂੰ- ਲੌਗ ਨੂੰ ਅਸੀਂ ਪਾਵਰਸ ਫਾਈਂਡ ਆਊਟ ਕਰਨ ਲਈ ਯੂਜ਼ ਕਰਦੇ ਹਾਂ। लॉग में क्यों यूज करते हैं डेफिनेशन लिखवाना तो मैं डेफिनेशन लिख के ना फिर समझ आएगी। मैं पहले डेफिनेशन लिख लो फिर आप इसको अगली एग्जांपल लिखते हैं। लिखो डेफिनेशन ऑफ लॉग लिखो लॉग ऑफ एनी नंबर किसी भी नंबर का लॉग तुसी पता करना होता है भी आ नंबर का लॉग कितना है 2 का कितना 3 का कितना लॉग ऑफ एनी नंबर विद रिस्पेक्ट टू गिवन बेस क्योंकि अगर बेस गिवन नहीं था तो कोई सेंस नहीं बनेगी। सो एक गल मैं समझा ही चुका हूं। लॉग ऑफ एनी नंबर विद रिस्पेक्ट टू गिवन बेस इज द पावर टू विच बेस should be या must be is better word the base must be raised to represent that number। so बड़ा इंटरेस्टिंग है कि ਅਸੀਂ log ਨੂੰ बेसिकली डिफाइन किवें करते हैं कि ਆਪਾਂ ਕਹਿੰਦੇ log of any number with respect to given base is कौन होएगा द पावर होएगी वो पावर ਜਿਹਨੂੰ रेज कर बेस ਨੂੰ ਜਿੰਨਾ रेज करना पएगा to get that number। ਆਪਾਂ ਇਹਨੂੰ ਐਗਜ਼ਾਮਪਲ ਨਾਲ ਜ਼ਿਆਦਾ ਬੈਟਰ ਸਮਝ ਪਾਣੇ ਆ। ਮੈਂ ਤੁਹਾਨੂੰ ਕੁਐਸਚਨ ਪੁੱਛ ਰਿਹਾ log to base 3 of 81 कितना होएगा तो ਤੁਸੀਂ ਰਫ ਚ ਕਿਵੇਂ ਸੋਚੋਗੇ तो अच्छा log to base 3 of 81 मतलब हाँ ਕੀ ਆਨਸਰ ਹੈ 4 ਵੈਰੀ ਗੁੱਡ 4 ਸਮਝ ਲੱਗ ਗਈ ਹੈ ਤਾਂ ਮਤਲਬ ਤੁਹਾਨੂੰ ਗੱਲ ਇਹ ਮਤਲਬ ਤੁਹਾਨੂੰ ਪਤਾ ਲੱਗ ਗਿਆ ਕਿ 3 ਨੂੰ ਕਿੰਨੀ ਪਾਵਰ ਰੇਜ਼ ਕਰਾਂ ਕਿ ਉਹ ਮੈਨੂੰ 81 ਦੇਵੇ ਕਿੰਨੀ ਪਾਵਰ ਰੇਜ਼ ਕਰਾਂ 4 ਨਾ ਇਹਦਾ ਮਤਲਬ ਮੈਂ ਕਹੂੰਗਾ ਕਿ log to base 3 of 81 is 4 ਵੈਰੀ ਗੁੱਡ ਸਮਝ ਲੱਗੀ ਸਾਰਿਆਂ ਨੂੰ ਗੱਲ Yes, yes sir. sir ਯੈਸ ਸਰ। ਤੇ log ਦਾ ਜੋ ਮਰਜ਼ੀ ਬੇਸ ਹੋਵੇ ਜੇ ਤੁਸੀਂ ਉਹਦਾ ਮੰਨ ਲਓ log to base 3 ਗੱਲ ਕਰ ਲਓ ਜੇ ਤੁਸੀਂ 1 ਕਰਨਾ ਹੈ ਤਾਂ ਉਹਦਾ ਆਨਸਰ ਕੀ ਆਏਗਾ 0 ਨਾ ਕਿਉਂਕਿ ਤੁਸੀਂ 3 ਨੂੰ ਕਿੰਨੀ ਪਾਵਰ ਰੇਜ਼ ਕਰੋਗੇ 1 ਆਏ obviously you have to raise to 0 sir base always positive ही हो ਕੀ ਕਹਿ ਰਹੇ ਹੋ sir जो base है वो negative ही हो सकता है। ਆਪਾਂ ਇਹ ਤੇ ਗੱਲ ਕਰਦੇ ਆ ਆਪਾਂ ਹੁਣੇ ਤੁਹਾਡੀ ਵਿੱਚੋਂ ਇਹਨਾਂ ਗੱਲਾਂ ਚੋਂ ਨਿਕਲਾਂਗੇ ਬੇਸ ਕੀ ਹੋ ਸਕਦਾ ਉਹ ਨੰਬਰ ਕੀ ਹੋ ਸਕਦਾ ਤੇ ਪਾਵਰ ਕੀ ਹੋ ਸਕਦੀ ਹੈ। ਮੈਂ ਉਸ ਤੱਕ ਮੈਂ ਤੁਹਾਨੂੰ ਲਿਜਾ ਰਿਹਾ ਉਸੇ ਪਾਸੇ ਬਸ ਵਿਦਿਨ 5 to 7 ਮਿੰਟਸ ਉੱਥੇ ਹੋਵਾਂਗੇ। ਪਹਿਲਾਂ ਇਸ ਗੱਲ ਨੂੰ ਸਮਝੋ ਕਿ ਕਿਸੇ ਵੀ ਬੇਸ ਦੇਖੋ ਨਾ ਆਪਾਂ ਕੀ ਹੋ ਸਕਦਾ ਦੇਖਦੇ ਆਪਾਂ ਇਹਦਾ ਬੇਸ ਜੋ ਮਰਜ਼ੀ ਹੈ ਜੇ ਬੇਸ 5 ਹੁੰਦਾ ਤਾਂ 1 ਦਾ ਲੌਗ ਕੀ ਆਣਾ ਸੀ ਦੱਸੋ 0 ਨਾ ਸੋ ਇਹ ਇੱਥੋਂ ਸਾਨੂੰ ਇੱਕ ਗੱਲ ਤਾਂ ਪਤਾ ਲੱਗ ਰਹੀ ਹੈ ਕਿ ਲੌਗ ਦਾ ਬੇਸ ਜੋ ਮਰਜ਼ੀ ਹੋਏ ਔਰ 1 ਦਾ ਲੌਗ ਹਮੇਸ਼ਾ 0 हाँ so ये वाली गल नोट कर ली जाए फिर हुनी that log of 1 with respect to any base is always 0। log of 1 is 0 मतलब आ याद रखते हैं अपन log of 1 ही बोलते हैं फिर बेस बोलते तक नहीं लोड़ ही नहीं थी बोलने दी क्योंकि अपन पता कि कोई मर्जी बेस हो तो 0 ही आएगा। लॉग का मतलब ਤੁਹਾਨੂੰ ਪਤਾ ਲੱਗ ਚੁੱਕਾ ਹੈ ਤਾਂ ਹੁਣ ਤੁਸੀਂ ਇਹ ਸੋਚ ਕੇ ਦੱਸੋ ਮੈਨੂੰ ਕਿ log ਦਾ ਜੇ ਬੇਸ ਹੋਵੇ ਮੰਨ ਲਓ 1/2 ਦੇਖੋ ਬੇਸ ਹਾਫ ਵੀ ਹੋ ਗਿਆ ਤੇ ਇਧਰ ਹੋਵੇ 2 ਤਾਂ ਇਹ ਆਨਸਰ ਕੀ ਆਏਗਾ ਸੋਚ ਕੇ sir -1 -1 परफेक्ट। अच्छा जे हम ਵੇਖੀ log ਦਾ ਨੀਚੇ ਬੇਸ 2 ਹੋਵੇ ਤੇ ਪਰ ਜਿਸ ਨੰਬਰ ਦਾ ਪਤਾ ਕਰ ਰਿਹਾ ਉਹ ਹਾਫ ਹੋਵੇ ਦੈਨ ਆਨਸਰ ਕੀ ਹੈ -1 ਵੈਰੀ ਗੁੱਡ। ਮੈਂ ਤਾਂ ਲੱਗਦਾ ਤੁਸੀਂ log ਨੂੰ ਫੜ ਲਿਆ ਹੁਣ ਤੁਸੀਂ ਬੜੀ ਜਲਦੀ ਸੋ ਅੱਛਾ ਇਹ ਸੋਚ ਕੇ ਦੱਸਿਓ ਜਿਵੇਂ ਵੈਸੇ ਹੀ ਸੋਚ ਕੇ ਕੁਝ ਟ੍ਰਿਗੋਨੋਮੈਟਰੀ ਤੁਹਾਨੂੰ ਕਰਾ ਚੁੱਕੇ ਆਪਾਂ ਕਿਉਂਕਿ log tan 20 ਡਿਗਰੀ ਨੂੰ ਆਪਾਂ ਮੰਨ ਲਿਆ ਬੇਸ ਤੇ tan 70 ਡਿਗਰੀ ਨੂੰ ਆਪਾਂ ਦੇ ਉੱਪਰ ਆਪਾਂ ਨੰਬਰ ਮੰਨ ਲਿਆ ਤਾਂ ਕੀ ਆਏਗਾ एक क्लू दे देना कि जेड़ा tan 20 डिग्री है ना उसमें तुसी चाहो तो 90 - 70 लिख सकते हो ते इनू तुसी cot 70 लिख सकते हो
ਤੇ ਉਹ Yes, ਬੇਸਿਕਲੀ 1/1070 ਹੀ ਤਾਂ ਹੋਇਆ। Yes, sir. ਤਾਂ ਬੇਸਿਕਲੀ ਆਂਸਰ ਉੱਪਰ ਵਾਲਾ ਕੁਐਸਚਨ ਵਹੀ ਤਾਂ ਬਣ ਗਿਆ। -1 हाँ, अच्छा अगर ये क्वेश्चन होए कि log टू बेस 2 ऑफ 0 देन की आंसर आएगा, ये इंपॉर्टेंट है। यानी कि 2 दी कितनी पावर करा कि 0 आ जाए। Not defined. यस defined. यस not defined नॉट डिफाइंड, क्योंकि ਆਪਾਂ ਨੂੰ ਪਤਾ ਹੈ ਕਿ 2 ਦੀ ਜਿੰਨੀ ਮਰਜ਼ੀ ਪਾਵਰ ਕਰੋ ਤਾਂ 0 ਆਏਗਾ ਹੀ ਨਹੀਂ। ਜਾਂ ਸਮਟਾਈਮਸ ਆਪਾਂ ਲਿਮਿਟਸ ਵਗੈਰਾ ਚ ਇਹਨੂੰ -ਇਨਫਿਨਿਟੀ ਕਹਿ ਜ਼ਰੂਰ ਦਿੰਨੇ ਆ, ਠੀਕ ਹੈ, ਉਹਦੀ ਹਲੇ ਡਿਟੇਲ ਚ ਜਾਣ ਦੀ ਲੋੜ ਨਹੀਂ। ਬਸ ਤੁਸੀਂ ਇਹ ਸਮਝੋ ਕਿ 0 ਯਾਨੀ ਕਿ ਜਿਹੜਾ 0 ਦਾ ਲੌਗ ਲਓਗੇ ਤਾਂ ਉਹ ਨॉट ਡਿਫਾਈਂਡ ਹੋਏਗਾ। ਕਿਉਂਕਿ ਜਦੋਂ ਤੁਸੀਂ ਕੋਈ ਵੀ ਨੰਬਰ ਦੀ ਪਾਵਰ ਲਓਗੇ ਨਾ, ਬੇਸ ਲੈ ਲਿਆ, ਉਹਦੀ ਜਿਹੜੀ ਮਰਜ਼ੀ ਪਾਵਰ ਲਓ, ਉਹ ਹਮੇਸ਼ਾ ਪੋਜ਼ਿਟਿਵ ਆਂਸਰ ਆਏਗਾ, ਆਲਵੇਜ਼ ਪੋਜ਼ਿਟਿਵ ਆਂਸਰ ਆਏਗਾ। ਕਿਵੇਂ? ਜਿਵੇਂ ਦੇਖੋ 2 ਦੀ ਪਾਵਰ -1 ਲੈ ਲਈ, ਆਂਸਰ 1/2 ਆ ਗਿਆ। 2 ਦੀ ਪਾਵਰ -2 ਲੈ ਲਈ, ਆंसर 1/4 आ जाएगा। 2 ਦੀ ਪਾਵਰ -5 ਲੈ ਲਈ, आंसर 1/2 2 दूनी 4 दूनी 8 दूनी 16 दूनी 32 32 आ गया। आंसर तो पॉजिटिव ही आ रहा है ना कि नहीं? Yes, sir. पावर चाहे नेगेटिव ही लो। इसीलिए बेसिकली जेड़ा कभी भी 0 नहीं आएगा, मतलब आंसर ऑलवेज पॉजिटिव आएगा आंसर। सो 0 का ऊपर लॉग डिफाइंड नहीं है, ਤੁਹਾਨੂੰ ਇੱਕ ਦਾ ਅਗਲ ਪਤਾ ਲੱਗੀ ਤੇ ਅੱਛਾ ਆंसर ਕਦੀ ਨੈਗੇਟਿਵ ਤਾਂ ਆਏਗਾ ਨਹੀਂ, ਤੇ ਯਾਨੀ ਜਿਹੜਾ ਨੰਬਰ n ਹੈ ਉਹ ਨੈਗੇਟਿਵ ਹੋ ਸਕਦਾ ਫਿਰ ਇਹਦਾ ਮਤਲਬ ਕਿ ਨਹੀਂ ਹੋ ਸਕਦਾ? ਹੋ ਸਕਦਾ। ਹਾਂ, ਸੋ ਹੁਣ ਆ ਗੱਲ ਨੋਟ ਕਰੋ, ਦੇਖੋ ਹੁਣ ਤੁਹਾਨੂੰ ਸਾਰੀ ਗੱਲ ਪਾ ਜਾਊਗੀ ਕਿ log टू बेस a of n is equal to x ਅਗਰ ਹੈ, ਇਹ ਜਨਰਲ ਗੱਲ ਆਪਾਂ ਲਿਖਦੇ ਆ ਜਿਵੇਂ ਪਹਿਲਾਂ ਸ਼ੁਰੂ ਕੀਤਾ ਸੀ, then n can never be negative or 0। यानी नंबर n ਜਿਹੜਾ या फिर ਆਪਾਂ ਕਹਿੰਦੇ ਹਾਂ x ਨਹੀਂ ਆਣਾ, x can never be, n must be positive। ਹਾਂਜੀ ਕੀ ਕਹਿ ਰਹੇ ਹੋ? ਸਰ n ਤਾਂ 네ਗੇਟਿਵ ਹੋ ਸਕਦੀ ਹੈ। नहीं नहीं, n कितने भी नेगेटिव हो सकती है। अच्छा नहीं, आ देखो आ n है ना, आ तो x है अपनी ਜਿਹੜੀ नेगेटिव आ रही है थे आंसर। सर n 0 भी हो सकती है। ਆਹੀ ਤਾਂ ਆਪਾਂ ਗੱਲ ਕੀਤੀ ਹੁਣੀ, 0 ਜੇ n ਹੋਊਗੀ ਤਾਂ ਫਿਰ ਤਾਂ ਨॉट डिफाइंड ਹੋ ਜਾਊਗਾ ਲੌਗ, इसलिए n 0 नहीं हो सकती, n सिर्फ पॉजिटिव हो सकती है, n 0 इज नॉट पॉजिटिव। ठीक है गल? ओके सर। एक ਤਾਂ ਆ ਗੱਲ ਹੋ ਗਈ, यानी कि log ਜਿਹੜਾ ਆ, ਪਹਿਲੀ ਗੱਲ ਤਾਂ ਤੁਸੀਂ ਆ ਬੜਾ ਇੱਕ ਇੰਪੋਰਟੈਂਟ ਨੋਟ लिख लो कि log is defined क्योंकि बेस जो मर्जी हो फॉर पॉजिटिव नंबर्स ओनली, यानी नंबर जेडे ऊपर डिफाइन कर रहे तुसी ओ पॉजिटिव ही होना चाहिए है। ठीक है गल? हुण आपां गल करदे हां बेस दी, जिवें हुण बच्चा पूछ रहा बेस दा की करिए, बेस दा की उसदा तुसी सोच के देखो। एक होर क्वेश्चन, जे मान लो कह देना कि log टू बेस 1 of 8 ता एक की आएगा, दसो x, व्हाट इज द वैल्यू ऑफ x? 1 But not defined. Not defined. Not defined। क्योंकि देखो ना इथे इथे दा मतलब है कि तुसी 1 दी पावर कितनी करो कि 8 आ जाए, 1 दी पावर कितनी करो कि 8 आएगा, 1 दी पावर कुछ भी करके 8 नहीं आएगा कभी। यस 1 दी पावर 2 3 4 5 जो मर्जी करो, है ना? यस सर। है ना? ਇਹਦਾ मतलब ਕੀ ਹੈ ਕਿ base can not be 1, can never be 1, यानी base कभी भी 1 नहीं हो सकता। समझ लगी गल? यस सर। क्लियर है? ਤੇ ਆਪਾਂ ਹੁਣ log ਦੀ ਕੁਝ ਬੇਸਿਕ ਗੱਲਾਂ ਹੁਣ ਸਮ ਅਪ ਕਰ ਦਿੰਦੇ ਆ। ਹਾਂਜੀ ਤੇ ਨੰਬਰ ਦੀ ਜਗ੍ਹਾ ਤੇ 1 ਹੋਵੇ ਫਿਰ ਤਾਂ ਜਿਹੜਾ ਬੇਸ ਹੈ ਉਹ 1 ਹੋ ਸਕਦਾ ਹੈ। ਫਿਰ ਉਹ ਆਨਸਰ 1 ਆ ਜਾਏਗਾ ਆਪਣਾ, ਪਰ ਇਹ ਹੈ ਕਿ ਫਿਰ ਉਹ ਸਾਰੇ ਨੰਬਰਸ ਲਈ ਡਿਫਾਈਨ ਨਹੀਂ ਹੋਗਾ। ਸਾਡੇ ਕੋਲ ਫੰਕਸ਼ਨ ਦੀ ਗੱਲ ਕਰਨੀ ਹੈ, ਸੋ ਉਹ ਕਿਸੇ ਇੱਕ ਨੰਬਰ ਦੇ ਲਈ ਨਹੀਂ ਡਿਫਾਈਨ ਹੋਣੀ ਚਾਹੀਦੀ ਨਾ, ਉਹ ਸਾਰੇ ਨੰਬਰਸ ਲਈ ਡਿਫਾਈਨ ਹੋਣਾ ਚਾਹੀਦਾ ਹੈ। ਬਾਕੀ ਤੁਹਾਡੀ ਗੱਲ ਠੀਕ ਹੈ, log to base 1 of 1 is 1, है ना? no log to base 1 of 1 is also 0, log 1 तो 0 होएगा, पर जो भी है टोटल डिफाइन हो गया, पर 1 आगे फिर किसी और नंबर ਲਈ ਡਿਫਾਈਨ ਨਹੀਂ ਨਾ ਹੈਗਾ, ਆਪਾਂ ਨੂੰ ਸਾਰੇ ਨੰਬਰਸ ਲਈ ਚਾਹੀਦਾ ਡਿਫਾਈਨ, ਦੈਨ ਅਸੀਂ ਉਸ ਫੰਕਸ਼ਨ ਨੂੰ ਡਿਫਾਈਨਡ ਬੋਲਦੇ ਹਾਂ। ਹੁਣ ਮੈਂ ਬੇਸ -1 ਵੀ ਨਹੀਂ ਹੋ ਸਕਦਾ, -1 ਵੀ ਨਹੀਂ ਹੋ ਸਕਦਾ। ਹੁਣ ਤੁਸੀਂ ਦੇਖੋ ਮੈਂ ਤੁਹਾਨੂੰ ਦਿਖਾਣਾ ਹੁਣੀ ਸਮ ਅਪ ਕਰ ਦੇਣਾ ਸਾਰਾ ਕੁਝ ਕਿ ਜੇ ਮੰਨ ਲਓ log to base a of n is equal to ਹੈ, ਹੁਣ ਕੌਣ ਕੀ ਹੋ ਸਕਦਾ ਆਪਾਂ ਇੱਥੇ ਦੇਖ ਲੈਂਦੇ ਹਾਂ। ਠੀਕ ਹੈ, ਸੋ ਪਹਿਲੀ ਗੱਲ ਤਾਂ ਹੈ ਕਿ n ਜਿਹੜਾ ਆ it must be
Positive. पॉजिटिव नंबर चाहे फ्रैक्शन फ्रैक्शन होवे व्हाटएवर इट डजंट मैटर एंड जो a है बेस it also must be positive पर एक प्रॉब्लम है इच एक्सेप्ट 1 1 ਆ ਬੜੀ ਇੰਪੋਰਟੈਂਟ ਗੱਲ ਹੈ ਵੀ ਬੇਸ 1 ਨੂੰ ਛੱਡ ਕੇ ਕੁਝ ਹੋਣਾ ਚਾਹੀਦਾ ਹੈ ਬਾਕੀ ਜੋ ਮਰਜ਼ੀ ਹੋਵੇ ਜਿਵੇਂ ਫੋਰ ਐਗਜ਼ਾਮਪਲ ਬਾਕੀ x ਦਾ ਜੋ ਮਰਜ਼ੀ ਆ ਸਕਦਾ ਹੈ x ਦੀ ਟੈਨਸ਼ਨ ਨਹੀਂ ਲੈਣੀ ਤੁਸੀਂ ਜੇ ਫੋਰ ਐਗਜ਼ਾਮਪਲ ਤੁਸੀਂ ਕੁਐਸਚਨ ਕਰਕੇ ਦੇਖੋ ਆ ਦੱਸੋ ਮੈਨੂੰ log to base 2 of 1/4 ਕਿੰਨਾ ਆਏਗਾ ਦੱਸ ਸਕਦੇ ਹੋ ਸੋਚੋ -2 minus ਠੀਕ ਹੈ ਸੋ ਇਸ ਤਰ੍ਹਾਂ ਆਪਾਂ log ਨੂੰ ਡਿਫਾਈਨ ਕੀਤਾ ਹੈ ਇਹ ਤਾਂ ਹੋਗੀ ਜਨਰਲ ਗੱਲ ਪਰ ਆਪਾਂ ਅਸਲ ਵਿੱਚ ਫਿਜ਼ਿਕਸ ਵਿੱਚ ਤੇ ਖਾਸ ਕਰਕੇ ਕੈਮਿਸਟਰੀ ਵਿੱਚ ਜੋ ਯੂਜ਼ ਕਰਦੇ ਆ ਜੋ ਤੁਹਾਡੀ ਬੁੱਕਸ ਦੇ ਪਿੱਛੇ ਟੇਬਲ ਹੁੰਦਾ ਹੈ ਉਹਦਾ ਬੇਸ 2 3 4 5 ਵਗੈਰਾ ਨਹੀਂ ਹੁੰਦਾ ਠੀਕ ਹੈ ਉਹ ਮੇਨਲੀ log ਇਹ ਸਾਰੇ ਹੋ ਸਕਦੇ ਨੇ ਬੇਸ ਕੈਨ ਬੀ ਐਨੀਥਿੰਗ ਬਟ ਅਸੀਂ ਜਿਹੜੇ ਦੋ log ਜ਼ਿਆਦਾਤਰ ਯੂਜ਼ ਕਰਦੇ ਆ ਉਹਨਾਂ ਵਿੱਚ ਇੱਕ ਤਾਂ ਹੈਗਾ if base is 10 सर ए नेगेटिव क्यों नहीं हो सकता? it is called ਤੁਸੀਂ ਜਿਹੜੀ ਡੈਫੀਨੇਸ਼ਨ ਹੋਣੀ ਦੱਸੀ ਨਾ ਉਸ ਡੈਫੀਨੇਸ਼ਨ ਚ ਪੁੱਟ ਕਰਕੇ 네ਗੇਟਿਵ ਤੇ ਬਣਾ ਕੇ ਦੇਖਿਓ ਪਾਵਰ ਫੰਕਸ਼ਨ ਠੀਕ ਹੈ ਇਹ ਤੁਸੀਂ ਸਾਰੇ ਜਣੇ ਸੋਚਿਓ ਫਿਰ ਮੈਨੂੰ ਦੱਸਿਓ ਜੇ ਕੋਈ ਪ੍ਰੋਬਲਮ ਆਈ ਤਾਂ ਫਿਲਹਾਲ ਆਪਾਂ ਇਹਨੂੰ ਦੇਖੀਏ ਕਿ ਬੇਸ ਜੇ 10 ਹੈ ਤਾਂ ਉਹਨੂੰ ਕੀ ਬੋਲਦੇ ਆ ਕਾਮਨ ਲੌਗ ਤੇ ਤੁਹਾਡੇ ਕੋਲ ਸਾਇੰਟਿਫਿਕ ਕੈਲਕੂਲੇਟਰ ਹੈ ਸਾਰੇ ਕੋਲ no Yes. No, sir. ਫੋਨ ਵਿੱਚ ਹੀ ਮੈਨੂੰ ਲੱਗਦਾ ਫੋਨ ਜੀ ਨਾ ਉਹ calculator phone ਵਿੱਚ ਹੁੰਦੀ ਸੀ ਫੋਨ ਵਿੱਚ ਨਾਰਮਲ ਕੈਲਕੂਲੇਟਰ ਹੁੰਦਾ ਹੈ ਪਰ ਜੇ ਤੁਸੀਂ ਉਹਦੀ ਉਹ ਜਿਹੜੀ ਤਿਰਛੀ ਹੋ ਜਾਂਦੀ ਨਾ ਸਕਰੀਨ ਉਹਨੂੰ ਔਨ ਆਫ ਕਰ ਦਿਓ Yes. ਤੇ ਟੇਢਾ ਕਰੋ ਤਾਂ ਉਹ ਸਾਇੰਟਿਫਿਕ ਨਿਕਲ ਜਾਂਦਾ ਹੈ ਮੈਨੂੰ ਲੱਗਦਾ ਸਾਰੇ ਫੋਨਾਂ 'ਚ Yes, sir. yes sir ਤੇ ਉਹਦੇ 'ਚ ਕੀ ਆ log ਜਿਹੜਾ ਆ ਬੇਸ 10 ਵਾਲਾ ਵੀ ਗਿਨ ਹੁੰਦਾ ਹੈ ਤੇ ਇੱਕ ਹੋਰ ਗਿਵਨ ਹੁੰਦਾ ਜਿਹੜਾ ਮੈਂ ਅੱਗੇ ਦੱਸਣ ਵਾਲਾ ਸਾਰੇ ਨੰਬਰਸ ਦਾ log ਸਿੱਧੇ ਤੌਰ ਤੇ ਗਿਵਨ ਨਹੀਂ ਹੁੰਦਾ ਠੀਕ ਹੈ ਉਹਨੂੰ ਆਪਾਂ ਪਾਵਰ ਤੋਂ ਹੀ ਫਿਰ ਜਾ ਕੇ ਦਿਮਾਗ ਲਗਾਉਣਾ ਪੈਂਦਾ ਹੈ ਪਰ ਆਪਾਂ ਨੂੰ ਆਪਣਾ ਕੰਮ ਇਹ 'ਚ ਸਰਦਾ ਆ ਤੁਹਾਡੀ ਬੁੱਕਸ ਦੇ ਪਿੱਛੇ ਜੋ ਟੇਬਲ ਗਿਵਨ ਹੈ ਉਹ ਸਾਰੇ log to base 10 ਵਾਲੇ ਬੁੱਕਸ ਦੇ ਵਿੱਚ ਟੇਬਲ ਹੁੰਦੇ ਨੇ ਕੈਮਿਸਟਰੀ ਬੁੱਕ 'ਚ ਫਿਜ਼ਿਕਸ ਦੀ ਬੁੱਕ 'ਚ ਜਾਂ ਕਿਸੇ ਬੁੱਕ 'ਚ ਤੇ ਇਟ ਇਜ਼ ਕਾਲਡ ਕਾਮਨ log ਤੇ log to base 10 ਦਾ ਕੰਮ ਸਾਰਾ ਉਵੇਂ ਹੀ ਚੱਲੇਗਾ ਜਿਵੇਂ ਪਹਿਲਾਂ ਆਪਣਾ ਚੱਲ ਰਿਹਾ ਸੀ ਪਰ ਇਹਦੀ ਕੁਝ ਦੋ ਕੁ ਵੈਲਿਊਜ਼ ਤੁਹਾਨੂੰ ਯਾਦ ਰਹਿਣੀ ਚਾਹੀਦੀਆਂ log to base 10 of 2 ਜੋ ਹੁੰਦਾ ਆ ਇਹਦੀ ਵੈਲਿਊ ਹੁੰਦੀ ਹੈ 0.3010 ਇਹ ਯਾਦ ਰਹਿ ਗਈ ਤਾਂ ਚੰਗੀ ਗੱਲ ਹੈ ਵੈਸੇ ਨਹੀਂ ਤਾਂ ਗਿਵਨ ਹੀ ਹੁੰਦੀ ਹੈ ਕਈ ਵਾਰੀ ਨਿਊਮੈਰੀਕਲ 'ਚ ਵੀ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ log to base 10 of 2 ਤੇ 3 ਦੀ ਵੈਲਿਊਜ਼ ਯਾਦ ਰੱਖ ਲਓ ਬਸ 0.4771 ਬਿਲਕੁਲ ਉਵੇਂ ਜਿਵੇਂ ਤੁਸੀਂ ਮਤਲਬ ਰੂਟ ਦੀ ਨਹੀਂ ਯਾਦ ਰੱਖਦੇ ਰੂਟ 2 ਦੀ ਵੈਲਿਊ 1.414 ਯੂਜ਼ ਕਰਦੇ ਆ ਰੂਟ 3 ਦੀ ਵੈਲਿਊ 1.732 ਯੂਜ਼ ਕਰਦੇ ਆ ਦੋ ਕੁ ਵੈਲਿਊ ਬਾਕੀ ਰੂਟ ਤਾਂ ਹੋਰ ਬਥੇਰੇ ਵੀ ਹੁੰਦੇ ਆ ਅੱਗੇ ਵੀ ਹੁੰਦੇ ਆ ਸੋ ਆ ਹੈ ਇਹਨੂੰ ਕਹਿੰਦੇ ਆ log to base 10 ਜਾਂ ਇਹਨੂੰ ਕੀ ਕਹਿੰਦੇ ਆ ਕਾਮਨ log ਇਹਨੂੰ ਅਸੀਂ ਕਿਤਾਬਾਂ ਵਿੱਚ ਲਿਖਦੇ ਆ LOG ਦੇ ਨਾਲ ਤੁਸੀਂ ਕਹਿੰਦੇ ਹਲੇ ਵੀ ਤਾਂ ਆਹੀ ਲਿਖ ਰਹੇ ਸੀ ਨਹੀਂ ਇੱਕ ਗੱਲ ਦਾ ਫਰਕ ਆਏਗਾ ਹੁਣ ਆਪਣੇ ਕੋਲ ਇੱਕ ਬੜਾ ਸਪੈਸ਼ਲ ਨੰਬਰ ਹੈ ਉਹਨੂੰ ਬੋਲਦੇ ਆ ਨੈਚੁਰਲ log ਜੇ ਉਹ ਬੇਸ ਹੋਵੇ ਨੈਚੁਰਲ log ਇਹਦੇ ਚ ਤੁਹਾਡਾ ਜਿਹੜਾ ਬੇਸ ਹੁੰਦਾ ਆ ਬੇਸ ਦੀ ਵੈਲਿਊ ਹੁੰਦੀ ਹੈ e ਦੇ ਬਰਾਬਰ ਹੁਣ ਤੁਸੀਂ ਇਸ e ਨੂੰ ਸਮਝ ਲਓ ਵੀ ਇਹ e ਹੈ ਨਾ ਇਹ ਕੋਈ ਨਾਰਮਲ ਨੰਬਰ ਨਹੀਂ ਹੈ ਇਸ e ਦੇ ਉੱਪਰ ਤਾਂ ਬਹੁਤ ਵੱਡੀ ਕਹਾਣੀ ਹੈ ਇਸ e ਨੂੰ ਕਹਿੰਦੇ ਯੂਲਰਸ ਨੰਬਰ ਠੀਕ ਹੈ ਤੇ ਇਹ ਨੰਬਰ ਕਿੱਥੋਂ ਆਂਦਾ ਹੈ ਬੇਸਿਕਲੀ ਜੇ ਤੁਸੀਂ ਨਾਰਮਲ ਚੇਂजेस ਦੀ ਗੱਲ ਕਰੋਗੇ ਨਾ ਕਿ ਵੀ ਲਗਾਤਾਰ ਕੋਈ ਚੀਜ਼ ਡਿਪਰੈਸ਼ੀਏਸ਼ਨ ਕਿਸੇ ਚੀਜ਼ ਦੀ ਜਾਂ ਫਿਰ ਕਿਸੇ ਚੀਜ਼ ਦਾ ਲਗਾਤਾਰ ਵਧਣਾ ਹੁੰਦਾ ਹੈ ਉਹਦੇ ਚ ਨਾ ਇੱਕ ਬੜਾ ਰਿਲੇਟਡ ਬੜਾ ਹੀ ਫਿਕਸ ਜਿਹਾ ਨੰਬਰ ਨਿਕਲ ਕੇ ਆਂਦਾ ਹੈ ਇਹਦੇ ਉੱਪਰ ਤੁਹਾਨੂੰ ਅਲੱਗ ਤੋਂ ਕਿਸੇ ਦਿਨ ਮੈਂ ਜਾਣਕਾਰੀ ਦੇ ਦੂੰਗਾ ਫਿਲਹਾਲ ਆਪਾਂ ਬਸ ਮੰਨਦੇ ਹਾਂ ਕਿ ਇਹ ਆਪਣੇ ਲਈ ਇੱਕ ਨੰਬਰ ਹੈ 2.718 ਦੇ ਲਗਭਗ ਇਹਦੀ ਵੈਲਿਊ ਹੈ ਠੀਕ ਹੈ ਤਾਂ ਜਿਵੇਂ ਪਾਈ ਨਹੀਂ ਹੁੰਦਾ ਪਾਈ 3.1 ਉਵੇਂ ਇਹ ਵੀ ਨੰਬਰ ਇੱਕ ਖਾਸ ਨੰਬਰ ਹੈ ਬਸ ਇਹ ਸਮਝ ਲਓ ਫਿਲਹਾਲ ਹਾਲੇ ਆਪਣੇ ਕੋਲ ਇੰਨਾ ਕਾਫੀ ਹੈ ਤੇ ਇਹ ਕੀ ਹੁੰਦਾ ਕਿ ਜੇ log ਦਾ ਬੇਸ e ਹੋਵੇ ਕਿਸੇ ਵੀ ਕਿਸੇ ਵੀ ਨੰਬਰ ਲਈ ਦੈਨ ਆਪਾਂ ਇਹਨੂੰ ln ਲਿਖ ਦਿੰਦੇ ਆ log ਨੈਚੁਰਲ log ਤਾਂ ਉਥੇ log ਦੀ ਬਜਾਏ ln ਯੂਜ਼ ਕਰਦੇ ਆ ਪਰ ਤੁਸੀਂ ਘਬਰਾਣਾ ਨਹੀਂ ln ਲਿਖਿਆ ਮੈਂ log ਹੈ ਤੁਸੀਂ log ਦੀ ਸਾਰੀ ਪ੍ਰਾਪਰਟੀ ਜੋ ਦੱਸੂਗਾ ਉਹ ਵੈਲਿਡ ਹੋਣਗੀਆਂ ਇਸ ਗੱਲ ਨੂੰ ਲੈ ਕੇ ਘਬਰਾਣਾ ਨਹੀਂ ਜੇ ਬੇਸ e ਹੋਵੇ ਤਾਂ ਅਸੀਂ ਜਾਂ ਤਾਂ ਇਹਨੂੰ log ਪਾ ਕੇ ਨੀਚੇ e ਲਿਖਾਂਗੇ ਪਰ ਉਹ e ਲਿਖਣ ਦੀ ਬਜਾਏ ln ਲਿਖ ਦਿੰਦੇ ਨੇ ਇਹ ਬਸ ਇੱਕ ਲਿਖਣ ਦਾ ਤਰੀਕਾ ਹੈ ਨੈਚੁਰਲ log ਦਾ ਸੋ ਨੈਚੁਰਲ log ਦੀ ਵੈਲਿਊ ਸਾਨੂੰ ਆਪਣੀ ਬੁੱਕਸ ਦੇ ਪਿੱਛੇ ਨਹੀਂ ਦਿੱਤੀਆਂ ਹੁੰਦੀਆਂ ਜਿਹੜੇ log to base 10 ਇੱਕ ਬੇਸ ਮੰਨ ਕੇ ਚੱਲਦੇ ਨੇ ਉਹ ਜ਼ਿਆਦਾਤਰ ਤੇ ਉਹ 10 ਵਾਲੀ ਵੈਲਿਊਜ਼ ਉਹ ਦੇ ਦਿੰਦੇ ਨੇ ਤੇ ਜੇ ਆਪਾਂ ਨੈਚੁਰਲ log ਨੂੰ ਬੇਸ 10 ਚ ਕਨਵਰਟ ਕਰਨਾ ਹੋਵੇ ਕਿਉਂਕਿ ਆਪਣੇ ਕੋਲ
ਆਪਣੀ ਬੁక్స్ ਦੇ ਵਿੱਚ ਤਾਂ log 10 ਦਾ ਟੇਬਲ ਹੈ ਤੇ ਕੋਈ ਹੋਰ ਨੰਬਰ ਆ ਗਿਆ ਫਿਰ ਕੀ ਕਰਾਂਗੇ 2 ਜਾਂ 3 ਦੇ ਇਲਾਵਾ ਸਾਨੂੰ ਯਾਦ ਥੋੜੀ ਹੈ ਤੇ ਟੇਬਲ ਦੇਖ ਸਕਦੇ ਹਾਂ ਪਰ ਟੇਬਲ ਦੇਖ ਕੇ ਬੰਦਾ ਕਹੂਗਾ ਕਿ ਮੈਂ ਨੈਚੁਰਲ ਲੌਗ ਦਾ ਕਿਵੇਂ ਦੇਖਾਂ ਨੈਚੁਰਲ ਲੌਗ ਮੈਂ ਤਾਂ ਪਤਾ ਕਰਨਾ ਹੈ ਤਾਂ ਦੇਖੋ ਇਹ ਬੜੀ ਇੰਪੋਰਟੈਂਟ ਕਨਵਰਸ਼ਨ ਹੈ ਕਿ ਅਗਰ ਤੁਹਾਡੇ ਕੋਲ ਨੈਚੁਰਲ ਲੌਗ ਦਾ ਪੁੱਛੀ ਨਹੀਂ ਵੈਲਿਊ ਉਹਨਾਂ ਨੇ ਨੈਚੁਰਲ ਲੌਗ ਆਫ 2 ਤਾਂ ਤੁਸੀਂ ਚਾਹੋ ਤਾਂ ਤੁਸੀਂ ਉਸ ਨੂੰ ਕਨਵਰਟ ਕਰ ਸਕਦੇ ਹੋ log of 2 ਦੇ ਵਿੱਚ ਜਿਹਦਾ ਕਿ ਬੇਸ ਹੋਏਗਾ 10 ਤੇ ਆ 2.303 ਨਾਲ ਮਲਟੀਪਲਾਈ ਕਰਨਾ ਪੈਂਦਾ ਹੈ ਪਹਿਲਾਂ ਇਹ ਕਨਵਰਸ਼ਨ ਫੈਕਟਰ ਆ ਗਿਆ ਸਮਝੋ ਠੀਕ ਹੈ यानी कि ਇਹਦੀ ਵੈਲਿਊ ਕੀ ਬਣ ਜਾਏਗੀ ਫਿਰ 2.303 ਮਲਟੀਪਲਾਈਡ ਬਾय log to base 10 of 2 ਦਾ ਪਤਾ ਹੈ ਨਾ ऊपर लिखा है ना एक करके आ जाएगी 0.693 जस्ट एक एग्जांपल ना ਤੁਹਾਨੂੰ ਦੱਸਿਆ ਮੈਂ ਕਿਸ ਤਰ੍ਹਾਂ ਕਨਵਰਟ ਕਰਦੇ ਹਾਂ ਹਾਂਜੀ ਸਰ ਅਗਰ ਨੈਚੁਰਲ log 2 ਦਾ ਹੀ ਪੁੱਛਿਆ ਜਾਵੇ ਤਾਂ ਹੀ 2 ਪੁਆਇੰਟ ਆ ਸਮਥਿੰਗ ਨਾਲ ਮਲਟੀਪਲਾਈ ਕਰਾਂਗੇ ਨਹੀਂ ਕਿਸੇ ਦਾ ਵੀ ਮੈਂ ਇਨ ਜਨਰਲ ਲਿਖਣ ਲੱਗਾ ਮੈਨੂੰ ਪਤਾ ਸੀ ਇਹ ਦਿਮਾਗ 'ਚ ਕੁਐਸਚਨ ਆ ਸਕਦਾ ਤੁਹਾਡੇ log to base ਮਤਲਬ ਆ ਦੇਖੋ ਜੇ ਮੈਂ ਕਹਿ ਦਵਾਂ ਕਿ log natural of any number x ਆ ਗਿਆ ਮੰਨ ਲਓ ਜਾਂ n ਲਾ ਲਓ ਕੋਈ ਵੀ ਨੰਬਰ any number n ਹੁਣ ਇੱਥੇ ਬੇਸ ਲਿਖਣ ਦੀ ਜ਼ਰੂਰਤ ਹੈ ਕਿ ਪਤਾ ਹੀ ਹੈ ਤੁਹਾਨੂੰ ਪਤਾ ਹੈ ਨਾ ਯੈਸ ਤਾਂ ਤੁਸੀਂ ਲਿਖ ਸਕਦੇ ਹੋ 2.303 ਇਹ ਨੰਬਰ ਬੜਾ ਹੀ ਫੇਮਸ ਹੈ ਕੈਮਿਸਟਰੀ 'ਚ ਬਾਰ-ਬਾਰ ਤੁਸੀਂ ਉਹਦੇ 'ਚ 10 'ਚ ਲਿਆ ਕੇ ਕੰਮ ਕਰਦੇ ਹੋ ਫਿਜ਼ਿਕਸ ਵਿੱਚ ਅਸੀਂ log natural 'ਚ ਕੰਮ ਕਰਦੇ ਹਾਂ ਪਰ ਤੁਹਾਨੂੰ ਦੋਨਾਂ 'ਚ ਕਨਵਰਸ਼ਨ ਦੱਸ ਰਹੇ ਹਾਂ ਤਾਂ ਇੱਥੇ ਲਿਖ ਸਕਦੇ ਹਾਂ ਆਪਾਂ log of 10 of that number n ਇਹਦੀ ਵੈਲਿਊ ਤੁਹਾਨੂੰ ਟੇਬਲ ਤੋਂ ਮਿਲ ਜਾਏਗੀ ਆ ਇੱਕ ਜਨਰਲ ਮੈਥਡ ਹੈ ਇਟਸ ਨਾਟ ਓਨਲੀ ਫॉर 2 n is any number ਸੋ ਇਹ ਜਨਰਲ ਗੱਲ ਲਿਖੀ ਹੈ ਕਲੀਅਰ ਹੈ ਗੱਲ ਸਰ 2.303 ਕਿਉਂ ਲਿਆ ਐਕਚੁਅਲੀ ਕਨਵਰਸ਼ਨ ਫੈਕਟਰ ਹੈ ਉਹੀ ਜਿਹੜੀ ਪਾਵਰਸ ਵਾਲਾ ਫਾਰਮੂਲਾ ਲਾਵਾਂਗੇ ਨਾ ਜੇ ਆਪਾਂ 10 ਦੀ ਪਾਵਰ ਹੈ ਇੱਧਰ ਉਹ e ਦੀ ਪਾਵਰ ਦਾ ਰਿਵਰਸ ਹੈ ਨਾ ਤਾਂ ਜੋ ਕਨਵਰਟ ਕਰਦੇ ਆ ਤਾਂ ਆਪਾਂ ਨੂੰ ਉਹਨੂੰ ਉਹਦੇ ਵਿੱਚ ਲੈ ਕੇ ਆਉਣ ਲਈ ਬੇਸ 10 ਵਿੱਚ ਲੈਣ ਲਈ 2.303 ਨਾਲ ਮਲਟੀਪਲਾਈ ਕਰਨਾ ਪੈਂਦਾ ਹੈ ਫਿਲਹਾਲ ਆਪਾਂ ਇਹਦੀ ਉਹਦੇ ਵਿੱਚ ਨਹੀਂ ਜਾ ਰਹੇ ਸਿਰਫ ਆਪਾਂ ਨੂੰ ਇਹ ਪਤਾ ਆਪਾਂ ਨੂੰ ਵੈਲਿਊ ਯੂਜ਼ ਕਰਨੀ ਆਏਗੀ ਅਗਰ ਕਿਉਂਕਿ ਤੁਹਾਨੂੰ ਲੌਗ ਦਾ ਪਤਾ ਲੱਗ ਗਿਆ ਨਾ ਕਿਵੇਂ ਬਣਿਆ ਇਹ ਪਤਾ ਲੱਗ ਗਿਆ ਯੈਸ ਸਰ Yes, sir. ਬਿਲਕੁਲ ਉਸੇ ਤਰ੍ਹਾਂ ਹੀ ਫਿਰ log to base 10 ਵੀ ਬਣਿਆ ਉਹ ਪੂਰਾ ਟੇਬਲ ਤੁਹਾਡੀ ਬੁੱਕ ਦੇ ਪਿੱਛੇ ਇਦਾਂ ਹੀ ਬਣਿਆ ਯਾਨੀ ਤੁਹਾਡੀ ਬੁੱਕ ਦੇ ਪਿੱਛੇ ਅਗਰ log to base 10 of something is something ਤਾਂ ਉਹਦਾ ਮਤਲਬ ਤੁਹਾਨੂੰ ਪਤਾ ਲੱਗ ਗਿਆ ਨਾ ਹੁਣ ਯਾਨੀ ਅਗਰ ਤੁਹਾਡੀ ਬੁੱਕ ਦੇ ਵਿੱਚ ਲਿਖਿਆ ਹੈ ਕਿ log to base 10 of 2 ਕਿੰਨਾ ਲਿਖਿਆ ਹੈ 0.3010 ਤਾਂ ਬੇਸਿਕਲੀ ਇਹਦਾ ਮਤਲਬ ਪਤਾ ਕੀ ਹੈ ਕਿ 10 raised to power 0.3010 ਕਰੋਗੇ ਤਾਂ ਤੁਹਾਡੇ ਕੋਲ ਆਨਸਰ 2 ਆਏਗਾ ਹੁਣ ਤੁਸੀਂ ਇਹਦੀ ਪਾਵਰ ਇਸ ਤਰ੍ਹਾਂ ਕਰ ਥੋੜੀ ਸਕਦੇ ਹੋ ਹੁਣ ਇਸ ਤਰ੍ਹਾਂ ਸੋਲਵ ਨਹੀਂ ਨਾ ਕਰ ਸਕਦੇ तो ਆਪਣੇ ਕੋਲ ਸੌਫਟਵੇਅਰਸ ਨੇ ਕੈਲਕੂਲੇਟਰਸ ਨੇ ਬੜੇ ਮਤਲਬ ਵਧੀਆ ਉਹਨਾਂ ਨਾਲ ਅਸੀਂ ਆਹ ਸਾਰੀ ਕੰਪਲੈਕਸ ਕੈਲਕੂਲੇਸ਼ਨ ਕਰਕੇ ਪਹਿਲੇ ਹੀ ਦਿੱਤੀਆਂ ਹੁੰਦੀਆਂ ਨੇ ਇਹਦਾ ਮਤਲਬ ਇਹ ਬਣਿਆ ਬਸ ਆਪਾਂ ਨੂੰ ਆ ਪਤਾ ਹੋਣਾ ਚਾਹੀਦਾ ਕਿ ਜੇ log to base ਨੈਚੁਰਲ log ਹੈ ਤਾਂ ਉਹਨੂੰ log to base 10 ਚ ਕਨਵਰਟ ਕਰਨਾ ਹੈ ਆਹ ਵਾਲਾ ਫੈਕਟਰ ਬੜਾ ਇੰਪੋਰਟੈਂਟ ਹੈ ਇਹਨੂੰ ਮਲਟੀਪਲਾਈ ਕਰਕੇ ਉਹ ਦੂਸਰੇ log ਵਿੱਚ ਕਨਵਰਟ ਹੋ ਜਾਂਦਾ ਹੈ ਉਹਦੀ ਵੈਲਿਊ ਦੇਖ ਕੇ ਇਹਦੀ ਵੈਲਿਊ ਨਿਕਲ ਜਾਂਦੀ ਹੈ बस आ पता होना चाहिए हाँ जी मनी सर हमने log 10 पावर 2 और 3 की पावर तो याद कर ली सर उसके बाद जो बाकी होंगी अब टेस्ट वगैरह में अगर हमारे पास log टेबल तो नहीं होगा तो उसकी वैल्यू गिवन होगी वो गिवन होंगी वो आपको गिवन होंगी अगर कोई भी आप दुनिया में कहीं पर भी पेपर दे रहे हो आपको कहीं पे किसी लॉग की जरूरत पड़ गई देन ये आपका राइट है कि आप अपने एग्जामिनर को कह सकते हो कि दैट मुझे लॉग टेबल दो उन्हें वो देना पड़ेगा वो आपको मना नहीं कर सकते क्योंकि कोई पूरी दुनिया में सोच कर देखो कि कोई मतलब बहुत ही ज्यादा मतलब कोई बेवकूफी होगा जो ये चाहेगा कि बच्चे सारा लॉग टेबल याद कर ले है ना मतलब टेबल हम इसलिए थोड़ी बनाते हैं कि बच्चे रट्टा मारे बेचारे सारे टेबल का टेबल तो हम इसलिए बनाते हैं कि उससे हमें कुछ चीजों का कन्वीनियंस रहेगा कुछ कैलकुलेशंस करनी आसान रहेंगी और बहुत मुश्किल कैलकुलेशंस को हम आसान बना पाएंगे एक दो एग्जांपल मैं अभी आपको दूंगा कि कैसी कैसी मुश्किल कैलकुलेशन में हम फंस जाते हैं और लॉग हमारा काम कितनी आसानी से कर देता है तो हमारे पास एक लॉग का टेबल होता है एक एंटी लॉग का टेबल होता है हमें दोनों टेबल्स की जरूरत पड़ती है हम अपनी नॉर्मल कैलकुलेशन को पहले लॉग में ले जाते हैं आसानी से सॉल्व कर लेते हैं सिंपल कैलकुलेटर ही काम कर देता है फिर हमें साइंटिफिक की जरूरत नहीं पड़ती और फिर उसे काम करने के बाद हम वापस एंटी लॉग में ले आके हमें अपना आंसर मिल जाता है सो लॉग बेसिकली हमारा इस तरह से काम करता है हेल्प करता है हमारी ठीक है सर एक बार पिछली वाली स्लाइड दिखाना हाँ जी लिख लो भी नाल वैसे मैं ये ਤੁਹਾਨੂੰ ਭੇਜ ਦੂੰਗਾ ਕਿਉਂਕਿ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਤੁਸੀਂ ਨਾਲ ਦੇ ਨਾਲ ਲਿਖੀਆਂ ਹੁਣ ਤਾਂ ਜ਼ਿਆਦਾ ਵਧੀਆ हो गया सर
ਬਿਲਕੁਲ ਇਸ ਤਰ੍ਹਾਂ ਹੀ ਕੁਝ ਲੌਗ ਦੀ ਪ੍ਰੋਪਰਟੀਆਂ ਨੇ ਜੋ ਤੁਹਾਨੂੰ ਪਤਾ ਹੋਣ ਤਾਂ ਉਹਦੇ ਨਾਲ ਆਪਾਂ ਨੂੰ ਕੰਮ ਕਰਨਾ ਸੌਖਾ ਹੁੰਦਾ ਹੈ। ਜਿਵੇਂ ਕਿ ਪ੍ਰੋਪਰਟੀਆਂ ਆਫ ਲੌਗ ਦੇਖ ਲਓ ਹੁਣ, ਬਸ ਇਹਦੀ ਪ੍ਰੋਪਰਟੀਆਂ 2-3 ਪ੍ਰੋਪਰਟੀਆਂ ਨੇ, ਬਸ ਫਿਰ ਉਸ ਤੋਂ ਬਾਅਦ ਆਪਾਂ ਹੋਰ ਇਸ ਤੋਂ ਜ਼ਿਆਦਾ ਨਹੀਂ ਆਪਾਂ ਨੂੰ ਲੋੜ ਪੈਣੀ ਇਹਦੀ। ਸੋ ਲੌਗ ਪਰ ਲੋਗੈਰਿਥਮ ਦੇ ਬਾਰੇ ਤੁਹਾਨੂੰ ਇੱਕ ਇੰਟਰੋਡਕਸ਼ਨ ਜਿਹੜੀ ਮੈਂ ਦੇਣੀ ਜ਼ਰੂਰੀ ਸਮਝਦਾ ਸੀ, ਬਸ ਉਹ ਦੇ ਰਿਹਾ ਸੀ। ਜਿਵੇਂ ਕਿ ਪਹਿਲੀ ਪ੍ਰੋਪਰਟੀ ਹੈ ਕਿ ਅਗਰ ਤੁਸੀਂ ਲੌਗ ਪਤਾ ਕਰ ਰਹੇ ਹੋ ਬੇਸ ਜੋ ਮਰਜੀ ਹੈ, पर जो नंबर है ना वो नंबर इज बेसिकली कंपोजिट नंबर, या फिर ਤੁਸੀਂ कह लो कि नंबर जो है वो अगे 2 नंबर्स ਨੂੰ ਮਲਟੀਪਲਾਈ ਕਰਕੇ ਬਣਿਆ ਹੋਇਆ ਹੈ। देन ਤੁਸੀਂ ਲਿਖ ਸਕਦੇ ਹੋ log to base a of that ਪਹਿਲਾ ਨੰਬਰ प्लस log to base a of that ਦੂਸਰਾ ਨੰਬਰ। ਹੁਣ ਇਹ ਜਿਹੜੀ ਪ੍ਰੋਪਰਟੀਆਂ ਕਿੱਥੋਂ ਆਈਆਂ ਨੇ ਇਹਦੀ ਵੀ ਡਿਟੇਲ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ, ਪਰ ਤੁਹਾਨੂੰ ਮੈਂ ਵੈਸੇ ਇੱਕ ਆਈਡੀਆ ਦੇ ਦਿੰਦਾ। ਤੁਸੀਂ ਸੋਚ ਕੇ ਦੇਖੋ ਕਿ ਅਗਰ a raised पर x ਨੂੰ a raised पर y ਨਾਲ ਮਲਟੀਪਲਾਈ ਕਰੋ ਤਾਂ ਇਹ a ਦੀ ਪਾਵਰਸ ਕੀ ਹੁੰਦੀਆਂ ਆਪਸ ਚ? प्लस प्लस ਹੁੰਦੀਆਂ ਨਾ, ਤੇ log ਫੰਕਸ਼ਨ ਇਹਦਾ ਇਨਵਰਸ ਹੈ ਨਾ। यस सर। ਸੋ ਆਪਣੇ ਆਪ ਆਈਡੀਆ ਲੈਣਾ ਹੁਣ ਤੁਸੀਂ। ਅੱਛਾ ਅਗਰ a ਦੀ ਪਾਵਰ x ਡਿਵਾਈਡਡ ਹੋਏ a ਦੀ ਪਾਵਰ y ਹੋ ਜਾਏ ਤਾਂ ਪਾਵਰ ਵਿੱਚ ਕੀ ਹੁੰਦਾ ਹੈ? Subtraction. माइनस। ਸੋ ਕੈਨ ਯੂ ਐਕਸਪੈਕਟ ਕਿ ਤੁਸੀਂ ਆਪ ਜਿਹੜੀ ਤੁਸੀਂ ਆਪ ਗੈਸ ਕਰ ਸਕਦੇ ਹੋ ਕਿ ਇਹਦਾ log ਕੀ ਹੋਏਗਾ? log Log a m minus log n. वेरी गुड। इस तरह एक और बड़ी इंटरेस्टिंग चीज है कि अगर log टू बेस a ऑफ m रेज़ टू पर n हो जाए, यानी कि अगर नंबर दे अंदर भी पावर्स हो जान तो ਜਿਹੜਾ n है ना n ਅੱਗੇ ਮਲਟੀਪਲਾਈ ਹੋ ਜਾਂਦਾ ਹੈ ਤੇ log ਸਿਰਫ ਤੇ ਸਿਰਫ ਬੇਸ ਤੇ ਉਸਦੇ m ਦੇ ਉੱਪਰ ਅਪਲਾਈ ਹੋ ਜਾਂਦਾ ਹੈ। log टू बेस a of m ਆ 3 ਪ੍ਰੋਪਰਟੀਆਂ more than sufficient ਹੈ ਤੁਹਾਨੂੰ logarithms ਨੂੰ ਫਿਜ਼ਿਕਸ ਵਿੱਚ ਕਿਤੇ ਯੂਜ਼ ਕਰਨ ਲਈ, ਕੈਮਿਸਟਰੀ ਵਿੱਚ ਕਿਤੇ ਵੀ ਯੂਜ਼ ਕਰਨ ਲਈ। ਸੋ ਤੁਹਾਡਾ ਦੋਨਾਂ ਦਾ ਕੰਮ ਬਣ ਜਾਏਗਾ ਕਿਸੇ ਵੀ ਜਗ੍ਹਾ ਤੇ ਇਹਨੂੰ ਯੂਜ਼ ਕਰਨਾ। ਕਿਵੇਂ ਕਰਨਾ ਥੋੜੀ सर ये समझ नहीं आया। क्या तो समझ थर्ड वाली प्रॉपर्टी है इसमें। थर्ड वाली में यह है कि अगर m की पावर n है ना तो आप वो n को बाहर निकाल सकते हो log से और यहां मल्टीप्लाई कर सकते हो और log सिर्फ m पर लगाना पड़ेगा आपको। जैसे कि अगर मान लो आपको log का बेस यहाँ पर मान लो 10 है, ठीक है, और आपको मान लो 8 का कैलकुलेट करना है, ठीक है, तो मैं ये कह रहा हूं आप थर्ड प्रॉपर्टी को ऐसे यूज करोगे, आप 8 को क्या लिख दोगे 2 की पावर 3, फिर 3 जो है आपकी वो बाहर निकल जाएगी पावर, और log टू बेस 10 क्या रहेगा सिर्फ 2 पर, और उसको आप अप्लाई करोगे तो आपको पता है वो 0.3010 अभी हमने लिखी थी ना वैल्यूज, यस सर। ये बेसिकली बन जाएगी 0.9030। Yes, sir. यस सर। So that's just a property that अगर नंबर अंदर वाला power है something raised to power something, then that power can be dragged outside this log and जो भी 2 है या जो भी नीचे वाला m है ਉਹਦੇ ਉੱਪਰ अप्लाई हो जाएगी। तो just एक एग्जांपल देती है। सर फर्स्ट सेकंड भी दोबारा दस दो, समझ नहीं आ रहा। ਆ ਵਾਲੀ ਫਸਟ ਵਾਲੀ ਪ੍ਰੋਪਰਟੀ यस सर फर्स्ट सेकंड दोनों ਦੇਖੋ ਨਾ, ਜਿਵੇਂ ਆਪਾਂ ਨਾਰਮਲੀ ਆਪਾਂ ਆਇਡੈਂਟੀਟੀਜ਼ ਕਰਦੇ ਹਾਂ, ਅਲਜਬਰਾਇਕ ਆਇਡੈਂਟੀਟੀਜ਼, ਬਿਲਕੁਲ ਉਸ ਤਰ੍ਹਾਂ ਹੀ ਤੁਸੀਂ ਸਮਝੋ ਨਾ ਵੀ ਆ m ਤੇ n ਕੋਈ ਦੋ ਨੰਬਰ ਮਲਟੀਪਲਾਈ ਹੋ ਰਹੇ, ਇਹਨਾਂ ਦੋਨਾਂ ਦੀ ਮਲਟੀਪਲੀਕੇਸ਼ਨ ਦੇ ਉੱਪਰ ਆਪਾਂ log ਅਪਲਾਈ ਕਰਨੇ ਆ, ਠੀਕ ਹੈ, log ਟੂ ਬੇਸ a। ਇਹ ਤਾਂ ਕੁਝ ਵੀ ਹੋ ਸਕਦਾ ਨਾ, ਬੇਸ ਉਹ ਬੇਸ ਤਾਂ ਸੇਮ ਹੀ ਰਹਿ ਰਿਹਾ ਦੋਨੋਂ ਪਾਸੇ। ਦੇਖੋ ਆਪਾਂ ਬੇਸ ਨੂੰ ਛੇੜ ਵੀ ਨਹੀਂ ਰਹੇ, ਤਾਂ ਆਪਾਂ ਕੀ ਕਰਾਂਗੇ ਪਹਿਲਾਂ log ਅਪਲਾਈ ਕਰਾਂਗੇ ਇਸ m ਦੇ ਉੱਪਰ ਪਲੱਸ ਫਿਰ log ਅਪਲਾਈ ਕਰਾਂਗੇ n ਦੇ ਉੱਪਰ। ਯਾਨੀ ਅਗਰ ਇਹਦੇ ਨੰਬਰ ਦੇ ਅੰਦਰ ਪ੍ਰੋਡਕਟ ਹੈ log ਇਕੱਲੇ ਨੂੰ ਦੋਗੇ ਤਾਂ ਉਹ ਵਿੱਚ ਪਲੱਸ ਸਾਈਨ ਆ ਜਾਏਗਾ, ਐਂਡ ਅਗਰ ਇੱਥੇ ਸਬਟ੍ਰੈਕਟ ਡਿਵਾਈਡ ਹੋ ਰਿਹਾ m ਬਾਈ n ਦੈਨ ਇੱਥੇ ਮਾਈਨਸ ਦਾ ਸਾਈਨ ਆ ਜਾਏਗਾ ਵਿੱਚ। ਤੇ ਪਾਵਰ ਵਾਲਾ ਤੁਹਾਡੇ ਸਾਹਮਣੇ ਇੱਥੇ ਬਣਾਈ ਹੈ, ਮੈਂ ਦੇਖੋ ਕਿਵੇਂ ਬਣੇਗਾ ਇਹ ਤਾਂ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ log ਦੀ ਪੂਰੇ ਟੇਬਲ ਨੂੰ ਨਹੀਂ ਆਪਾਂ ਇਸ ਤਰ੍ਹਾਂ ਉਹ ਕਰਨ ਜਾ ਰਹੇ, ਆਪਾਂ ਸਿਰਫ ਇਹ ਸਮਝ ਰਹੇ ਹਾਂ ਕਿ log ਨੂੰ ਅਗਰ ਅਪਲਾਈ ਕਰਨਾ ਕੋਈ ਨੰਬਰਸ ਦੇ ਉੱਪਰ ਤਾਂ ਉਹਨੂੰ ਕਿਹੜੀ ਪ੍ਰੋਪਰਟੀਜ਼ ਨੂੰ ਯੂਜ਼ ਕਰਕੇ ਆਪਾਂ ਆਪਣਾ ਕੰਮ ਆਸਾਨ ਬਣਾ ਸਕਦੇ ਹਾਂ। ਹੁਣ ਜਿਵੇਂ log 2 ਦੀ ਵੈਲਿਊ ਤੁਹਾਨੂੰ ਪਤਾ ਲੱਗ ਗਈ ਹੈ ਨਾ, ਪਿੱਛੇ ਲਿਖੀ ਆਪਾਂ ਚਾਹੇ ਕੈਲਕੂਲੇਟਰ 'ਚ ਦੇਖ ਲਓ ਕਰਕੇ, log 3 ਦੀ ਵੈਲਿਊ ਪਤਾ ਤੁਹਾਨੂੰ ਹੈ ਨਾ, ਹੁਣ ਤੁਸੀਂ ਉਹਦੇ ਨਾਲ ਹੀ ਦੇਖੋ log 6 ਦੀ ਵੈਲਿਊ ਪਤਾ ਕਰ ਸਕਦੇ ਹੋ ਨਾ। यस सर। ਕਰੋਗੇ ਸੋਚੋ यस सर। सर 6 ਨੂੰ 2 into 3 2 into 3. ਐਗਜ਼ੈਕਟਲੀ ਤੁਸੀਂ log ਟੂ ਬੇਸ 10 ਆਫ 6 ਦੀ ਵੈਲਿਊ ਅਗਰ ਪਤਾ ਕਰਨੀ ਹੋਏ ਤੁਸੀਂ ਲਿਖ ਦੋਗੇ log ਟੂ ਬੇਸ 10 ਆਫ 2 into 3, ਫਿਰ ਤੁਸੀਂ ਲਿਖ ਦੋਗੇ log ਟੂ ਬੇਸ 10 ਆਫ 2 ਪਲੱਸ log ਟੂ ਬੇਸ 10 ਆਫ 3। ਇਹਦੀ ਵੈਲਿਊ ਹੈ 0.3010, ਇਹਦੀ ਵੈਲਿਊ 0.4771 ਐਂਡ ਐਡ करके आंसर दे देना जो भी आएगा। ये आएगा 1 आएगा, 7 and 1 8 आएगा, 7 आएगा, फिर 7 आएगा, 6 आएगा, ठीक है।
ਹੁਣ ਆ याद थोड़ी रखूंगा 0.7781 ये सब याद नहीं रखना कुछ भी, बस गले के ऊपर पता होना चाहिए। इस तरह मान लो मैंने कहे कोई log 2 बेस 10 ऑफ मान लो 5 क्या है किसी ने, ठीक है, मैं की करूंगा 5 ने की लिखिए 10/2 लिख दिए, Yes, sir. ये बन जाएगा log 2 बेस 10 ऑफ 10 माइनस log 2 बेस 10 ऑफ 2, log 2 बेस 10 ऑफ 10 की है 1, ये तो कितना ना उन्हें बेस सेम है तो नंबर सेम है, ये क्या आएगा 10 माइनस कर दो। देखो ना जे प्रॉपर्टीज सीगियां तो ਅਸੀਂ log 2 बेस 10 5 ਵੀ ਕੱਢ ਪਾਏ ਹਨ, ਪਰ ਇਹ ਨਹੀਂ ਮੈਂ ਕਹਿ ਰਿਹਾ ਕਿ ਤੁਹਾਨੂੰ ਇਸ ਤਰ੍ਹਾਂ ਹੀ ਕੱਢਣ ਬੈਠ ਜਿਓ, ਮੈਂ ਤਾਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਕਿ log ਦੀ ਜੋ ਪ੍ਰੋਪਰਟੀਜ਼ ਹੈ ਉਹ ਸਾਡੇ ਲਈ ਯੂਜ਼ਫੁਲ ਹੈ, ਇਸ ਲਈ ਅਸੀਂ ਕੁਝ ਪ੍ਰੋਪਰਟੀ ਸਿੱਖੀਆਂ ਨੇ, ਬਸ ਦੈਟਸ ਇਟ। ਇਹ ਬਸ ਇੱਥੇ log ਖਤਮ ਹੈ ਆਪਣਾ, ਹੁਣ ਆਪਾਂ log ਬਾਰੇ ਕੋਈ ਗੱਲ ਨਹੀਂ ਜਾਇਜ਼ ਜ਼ਰੂਰਤ ਪੈਣੀ। ਆ ਕੁਝ ਪ੍ਰੋਪਰਟੀਜ਼ ਨੇ, ਕੁਝ ਉਹਦਾ ਮਤਲਬ ਹੈ, ਕੁਝ ਉਹਦਾ ਬੇਸ ਹੈ, ਬੇਸ ਤੋਂ ਕੋਈ ਮਤਲਬ ਬਣਦਾ ਹੈ, ਇਹ ਗੱਲਾਂ ਬਸ ਤੁਹਾਡੀ ਜਾਣਕਾਰੀ ਲਈ ਕਾਫੀ ਕਲੀਅਰ ਹੈ ਜੀ। ਹਾਂਜੀ बेस नेगेटिव की एग्जांपल दे दो। किदी बेस अगर नेगेटिव है बेस नेगेटिव नहीं हो सकता ना, पर कल तक कितनी है सर, अगर बेस -2 पा लिए ते उधर इज इक्वल टू 2 ता ऊपर 4 आ सकती है नंबर। ਉਹਦੇ ਜੇ ਬੇਸ ਨੂੰ -2 ਪਾ ਲਈਏ, ਮੈਂ ਤੁਹਾਨੂੰ ਕਿਹਾ ਸੀ ਨਾ ਕਿ ਪੂਰਾ ਦਾ ਪੂਰਾ ਫੰਕਸ਼ਨ ਡਿਫਾਈਨ ਕਰਨਾ ਪਏਗਾ ਤੁਹਾਨੂੰ। ਜਿਵੇਂ ਮੰਨ ਲਓ ਬੇਸ ਨੂੰ ਮੰਨ ਲਓ ਤੁਸੀਂ -2 ਪਾ ਲਓ, ਠੀਕ, ਹਾਲਾਂਕਿ ਮੈਂ ਇਹ ਪੇਜ ਬਾਅਦ ਚ ਡਿਲੀਟ ਕਰੂੰਗਾ ਇਹਦੇ ਵਿੱਚੋਂ, ਕਿਉਂਕਿ ਉਹ ਨੋਟਸ ਵਿੱਚ ਤੁਸੀਂ ਤੁਹਾਨੂੰ ਐ ਨਾ ਲੱਗਣ ਲੱਜੇ ਇਨ ਫਿਊਚਰ ਦੇਖ ਕੇ ਕਿ ਕਿਉਂਕਿ ਇੱਥੇ ਤਾਂ ਆਪਾਂ ਗੱਲਬਾਤ ਕਰ ਰਹੇ ਹਾਂ ਨਾ, ਉੱਥੇ ਆਪਾਂ ਸੋ ਮੰਨ ਲਓ -2 ਲੈ ਤਾਂ ਤੁਹਾਡਾ ਪਾਵਰ ਫੰਕਸ਼ਨ ਕੀ ਬਣਾਓਗੇ -2 ਰੇਜ਼ ਟੂ ਪਾਵਰ x ਬਣਾਓਗੇ ਨਾ, ਫਿਰ यस सर ਆਹੀ ਬਣੇਗਾ ਨਾ। ਤੇ ਜਦੋਂ ਤੁਸੀਂ ਫੰਕਸ਼ਨ ਬਣਾਉਂਦੇ ਹੋ ਨਾ ਬੇਸਿਕਲੀ ਇਧਰੋਂ, ਤੇ ਜਦੋਂ ਤੁਸੀਂ -2 ਰੇਜ਼ ਟੂ ਪਾਵਰ 1 ਕਰੋਗੇ ਮੰਨ ਲਓ, ਤਾਂ ਆਨਸਰ ਕੀ ਆਏਗਾ -2 -2 ਦੀ ਪਾਵਰ 2 ਕਰੋਗੇ ਤਾਂ ਆਨਸਰ ਕੀ ਆਏਗਾ 4 4, ਫਿਰ -2 ਦੀ ਪਾਵਰ ਜੇ ਤੁਸੀਂ -1 ਕਰੋਗੇ ਆਨਸਰ ਕੀ ਆਏਗਾ 1 by -2 ਹਾਂ -1/2 ਹੈ ਨਾ। ਤਾਂ -2 ਦੀ ਪਾਵਰ ਜੇ ਤੁਸੀਂ ਕਰਦੇ ਹੋ -2 ਤਾਂ ਕੀ ਆਏਗਾ -1/4 ਆਏਗਾ, ਵਿਦ ਪਲੱਸ ਆਏਗਾ ਨਾ ਸਾਈਨ, Yes, sir. ਹੈ ਨਾ। -2 ਦੀ ਪਾਵਰ ਜਿਵੇਂ ਇਸ ਤਰ੍ਹਾਂ ਜੇ ਤੁਸੀਂ ਇਹਨੂੰ ਕਰੋਗੇ ਨਾ ਤਾਂ ਆ ਜਿਹੜਾ ਫੰਕਸ਼ਨ ਬਣੇਗਾ ਨਾ, ਫੰਕਸ਼ਨ ਆਪਣੇ ਕੋਲ ਨਾ ਫੰਕਸ਼ਨ ਜੋ ਹੁੰਦਾ ਮੈਥਮੈਟੀਕਲ ਫੰਕਸ਼ਨ ਹੁੰਦਾ ਹੈ, ਜੋ ਫੰਕਸ਼ਨ ਦਾ ਜਿਹੜਾ ਕੁਝ ਪ੍ਰੋਪਰਟੀਜ਼ ਹੁੰਦੀਆਂ ਨੇ ਜਿਹਦੇ ਕਰਕੇ f ਇਨਵਰਸ ਡਿਫਾਈਨ ਹੁੰਦਾ ਹੈ, ਠੀਕ ਹੈ। ਮਤਲਬ ਐ ਨਹੀਂ ਹੁੰਦਾ ਕਿ ਹਰ ਇੱਕ ਫੰਕਸ਼ਨ ਦਾ ਇਨਵਰਸ ਕਰ ਸਕੋ ਤੁਸੀਂ, ਹਰ ਇੱਕ ਫੰਕਸ਼ਨ ਦਾ ਇਨਵਰਸ ਨਹੀਂ ਕਰ ਸਕਦੇ। ਫੰਕਸ਼ਨ ਦੀ ਕੁਝ ਪ੍ਰੋਪਰਟੀਜ਼ ਹੁੰਦੀਆਂ 1 ਫੰਕਸ਼ਨ ਔਨ ਟੂ ਮੈਪ, ਇਹ ਸਭ ਗੱਲਾਂ ਨਾ +2 ਦੇ ਵਿੱਚ ਤੁਸੀਂ ਮੈਥ ਵੀ ਸਿੱਖੋਗੇ, ਤੁਸੀਂ ਜਿਹੜੇ ਮੈਥ ਵਾਲੇ ਬੱਚੇ ਤੁਸੀਂ मैथ वाला कितना शुरू है चैप्टर सर दूसरा चैप्टर है सर। हाँ दूसरा चैप्टर ही शायद सर उसमें इतना नहीं बताया, थोड़ा थोड़ा है उसमें। हाँ तो चलो फिर वो +2 में आ जाएगा, +2 में भी रिलेशन फंक्शन आएगा, दोबारा से वहां पर आएगा आपको। तो वो 1 ऑन टू मैप अगर होता है तभी इनवर्स हो सकता है। ये मैप जाके कहीं ना कहीं पे 1 और ऑन टू नहीं रहेगा, यानी कहीं पर जाके आपके पास 1 या डिस्टर्ब हो जाएगी या ऑन टू, पर वो क्या होती है चीज उसके ऊपर अगर हम डिटेल में अभी जाएंगे तो उसका फायदा तो कोई है नहीं आपको, ना वो फिजिक्स में कोई हमारा उसको इंपॉर्टेंस है कोई। मैथ वाले लेक्चर में आप ये बात को ज्यादा डिटेल में जा सकते हो क्योंकि मैथ्स में आपका वो सिलेबस का पार्ट होगा, लॉगरिथम आपका एक चैप्टर होगा। फिजिक्स ਦੇ ਵਿੱਚ ਤਾਂ ਆਪਣੇ ਕੋਲ ਬਸ ਪ੍ਰੋਪਰਟੀਜ਼ ਨੇ, ਆਪਾਂ ਤੁਹਾਨੂੰ ਇਹਦੇ ਵਿੱਚ ਕੀ ਆ ਇਹ ਬੇਸ ਜਿਹੜਾ ਹੈ ਹਮੇਸ਼ਾ ਪੋਜ਼ਿਟਿਵ ਮਿਲੇਗਾ ਤਾਂ ਹੀ ਉਹ ਡਿਫਾਈਨਡ ਹੈ, ਤਾਂ ਹੀ ਉਹਦਾ ਰਿਵਰਸ ਡਿਫਾਈਨਡ ਹੈ, ਨਹੀਂ ਤਾਂ ਇਨਵਰਸ ਡਿਫਾਈਨਡ ਨਹੀਂ ਹੁੰਦਾ ਫੰਕਸ਼ਨ ਦਾ। ਹਰ ਫੰਕਸ਼ਨ ਦਾ ਇਨਵਰਸ ਡਿਫਾਈਨਡ ਨਹੀਂ ਹੁੰਦਾ। इवन जिवें साइन फंक्शन है ਉਹਦਾ ਰਿਵਰਸ ਵੀ ਡਿਫਾਈਨਡ ਨਹੀਂ ਹੁੰਦਾ, ਤੁਹਾਨੂੰ ਪਤਾ ਹੈ। ਨਾਰਮਲੀ ਸਾइन ਫੰਕਸ਼ਨ ਲੈ ਲਓ ਤੁਸੀਂ sin x, r to r ਡਿਫਾਈਨਡ ਨਹੀਂ ਹੁੰਦਾ, ਪਰ ਜਦੋਂ ਸਾइन ਇਨਵਰਸ ਤੁਸੀਂ ਡਿਫਾਈਨ ਕਰਦੇ ਹੋ ਤਾਂ ਤੁਸੀਂ ਇਹਦੀ ਡੋਮੇਨ ਵਿੱਚ ਕੁਝ ਚੇਂजेस ਲੈ ਕੇ ਆਉਂਦੇ ਹੋ ਤਾਂ ਜਾ ਕੇ ਡਿਫਾਈਨ ਹੁੰਦਾ ਹੈ। ਹੁਣ ਜੇ ਉਹ ਕਰਨ ਲੱਗੇ ਨਾ ਤਾਂ +2 ਕਲਾਸ ਦਾ ਇਨਵਰਸ ਟ੍ਰਿਗਨੋਮੈਟਰੀ ਦਾ ਪੂਰਾ ਚੈਪਟਰ ਫਰੋਲਣਾ ਪੈਣਾ ਆਪਾਂ ਨੂੰ। ਕਰ ਤਾਂ ਲਵਾਂਗੇ, ਹੈ ਤਾਂ ਬੜੀ ਇੰਟਰਸਟਿੰਗ ਚੀਜ਼ ਹੈ, ਪਰ ਤੁਹਾਡੀ ਫਿਜ਼ਿਕਸ ਦੇ ਲਈ ਤਾਂ ਇੰਪੋਰਟੈਂਟ ਨਹੀਂ ਨਾ। ਇਸ ਲਈ ਫਿਜ਼ਿਕਸ ਦੇ ਵਿੱਚ ਮੈਂ ਤੁਹਾਨੂੰ ਓਡ ਕਰਾਉਣ ਲੱਗ ਜਾਵਾਂ ਤਾਂ 3 ਦਿਨ ਆਪਣੇ 3-4 ਲੈਕਚਰ ਇਹਦੇ ਵਿੱਚ ਲੱਗ ਜਾਣ, ਉਹਦਾ ਕੀ ਫਾਇਦਾ ਹੈ। ਇਸ ਲਈ ਕੁਝ ਚੀਜ਼ਾਂ ਨੂੰ ਆਪਾਂ ਸਿਰਫ ਜਿੰਨੀ ਜ਼ਰੂਰਤ ਹੈ ਉਨਾ ਹੀ ਚੱਕਦੇ ਹਾਂ, ਠੀਕ ਹੈ ਗੱਲ। Okay, sir. ये 0 ਤਾਂ ਹੋ ਸਕਦਾ ਹੈ, ਕੀ ਹੋ ਸਕਦਾ ਹੈ 0 बेस देखो 0 बना के 0 रेज़ टू पावर कुछ भी करोगे 0 ही आता रहेगा, हमेशा डिफाइंड ही नहीं होएगा फंक्शन, है ना। 0 पावर 1 करेगा 0 पावर 2 करेगा, आंसर सबका क्या आएगा 0 ही आएगा ना। यस सर यस सर। इस तरह ਤੁਸੀਂ ਸੋਚੋਗੇ ਨਾ ਜਦੋਂ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਸਮਝਾਇਆ ਤਾਂ ਥੋੜਾ ਜਿਹਾ ਨਾ ਤੁਹਾਨੂੰ ਮੈਂ ਥੋੜਾ ਲੀਡ ਕਰ ਰਿਹਾ ਤੁਹਾਡੇ ਪਰ ਕਿ ਤੁਸੀਂ ਆਪ ਆਪਣੀ ਕਾਪੀਆਂ ਤੇ ਪੈਨ ਚੱਕੋ, ਜੋ ਜੋ ਤੁਹਾਨੂੰ ਕਿਹਾ ਆ ਉਸ ਦਾ ਇਸ ਤਰ੍ਹਾਂ ਫੰਕਸ਼ਨ ਬਣਦਾ ਹੈ ਇਨਵਰਸ ਬਣਦਾ ਹੈ
ਉਹਨੂੰ ਡਿਟੇਲਿੰਗ 'ਚ ਜਾ ਕੇ ਆਪਣੇ ਆਪ ਚੈੱਕ ਕਰਕੇ ਦੇਖੋ, ਹਨਾ, ਕਿਉਂਕਿ ਜੋ ਤੁਸੀਂ ਆਪ ਗੋ ਥਰੂ ਹੋਗੇ ਤਾਂ ਹੀ ਤਾਂ ਪਤਾ ਲੱਗੇਗਾ ਨਾ ਇਹਨਾਂ ਚੀਜ਼ਾਂ ਬਾਰੇ। ਐ ਤਾਂ ਬੇਸ ਹਾਫ ਕਰਕੇ ਦੇਖ ਲਈਏ, 1/3 ਕਰਕੇ ਦੇਖ ਲਈਏ, 1/4 ਕਰਕੇ ਦੇਖ ਲਈਏ, 3 4 5 ਇਹ ਕਰਕੇ ਦੇਖਣ ਲੱਗਾ ਕਿ ਆਪਾਂ ਆਪਣਾ ਬਹੁਤ ਸਾਰਾ ਟਾਈਮ ਲੱਗ ਜਾਏਗਾ ਫॉर नो यूज। ਫਿਜ਼ਿਕਸ 'ਚ ਤਾਂ ਕੋਈ ਫਾਇਦਾ ਨਹੀਂ ਹੈ, ਕੋਈ ਇੰਪੋਰਟੈਂਸ ਨਹੀਂ, ਕੋਈ ਲੋੜ ਨਹੀਂ ਸਾਨੂੰ। ਮੈਂ ਤੁਹਾਨੂੰ ਮੈਥ ਪੜ੍ਹਾ ਰਿਹਾ ਹੋਵਾਂ ਨਾਲ ਹੀ ਆਪਾਂ ਫਿਰ ਤਾਂ ਗੱਲ ਪੂਰੀ ਡਿਟੇਲ 'ਚ ਜਾਵਾਂਗੇ। ਫਿਰ ਤੁਹਾਨੂੰ ਦੱਸੂਗਾ ਮੈਪ ਡੋਮੇਨ ਕੀ ਹੁੰਦੀ ਆ, ਕੋ ਡੋਮੇਨ ਕੀ ਹੁੰਦੀ ਆ, ਰੇਂਜ ਕੀ ਹੁੰਦੀ ਆ ਫੰਕਸ਼ਨ ਦੀ। ਮੈਂ ਦੱਸਿਆ ਤੁਹਾਨੂੰ? ਨਹੀਂ ਦੱਸਿਆ ਨਾ, ਉਹਦੀ ਲੋੜ ਹੀ ਨਹੀਂ ਹੈ। ਡੋਮੇਨ, ਕੋਡੋਮੇਨ, ਰੇਂਜ, ਦੈਨ 1 ਮੈਪ, ਔਨ ਟੂ ਮੈਪ, ਬਾਈਜੈਕਟਿਵ, ਸਰਜੈਕਟਿਵ, ਕੀ ਲੋੜ ਹੈ? ਜਿਹਦੀ ਲੋੜ ਨਹੀਂ ਹੈ ਉਹਨੂੰ ਆਪਾਂ ਫਿਲਹਾਲ ਥੋੜਾ ਇਗਨੋਰ ਕਰਦੇ ਹਾਂ ਇੱਥੇ, ਬਸ, ਹੋਰ ਕੁਝ ਵੀ ਨਹੀਂ। ਹੁਣ ਲੌਗ ਦਾ ਤੁਹਾਨੂੰ ਬੇਸਿਕ ਮਤਲਬ ਪਤਾ ਲੱਗ ਗਿਆ ਕਿ ਨਹੀਂ ਲੱਗਿਆ ਹਲੇ ਕਿ ਬੇਸਿਕਲੀ ਲੌਗ ਆ ਚੀਜ਼ ਯੈਸ ਸਰ। ਹਨਾ, ਉਹਨੂੰ ਲੈ ਕੇ ਕੰਮ ਕਰੀਏ। ਲੌਗ ਦੀ ਆ ਪ੍ਰੋਪਰਟੀਜ਼ ਨੇ ਜਿਹਨੂੰ ਆਪਾਂ ਯੂਜ਼ ਕਰਨਾ ਆ ਗਿਆ ਆਪਾਂ ਨੂੰ, ਲੌਗ ਨੂੰ, ਨੈਚੁਰਲ ਲੌਗ ਨੂੰ ਉਹ ਚ ਕਨਵਰਟ ਕਰਨਾ ਆ ਗਿਆ, ਬਸ 3 ਚੀਜ਼ਾਂ ਪਤਾ ਹੋਣੀ ਚਾਹੀਦੀਆਂ, ਹੋ ਗਿਆ ਕੰਮ। ਠੀਕ ਹੈ, ਹੁਣ ਆਪਾਂ ਆਨੇ ਆ ਜਿਹੜੀ ਬੜੀ ਇੰਪੋਰਟੈਂਟ ਚੀਜ਼ ਹੈ ਆਪਣੀ ਫਿਜ਼ਿਕਸ ਦੇ ਵਿੱਚ, ਦੈਟ ਇਜ਼ ਕਾਲਡ ਕੈਲਕੂਲਸ। ਤੇ ਕੈਲਕੂਲਸ ਦੇ ਮੈਂ ਤੁਹਾਨੂੰ ਕਿਹਾ ਸੀ 2 ਪਾਰਟਸ ਨੇ। ਪਹਿਲੀ ਹੈ ਕਿ ਡਿਫਰੈਂਸ਼ੀਏਸ਼ਨ, ਐਂਡ ਦੂਸਰੀ ਹੈ ਕਿ ਇੰਟੀਗ੍ਰੇਸ਼ਨ। ਤੁਹਾਨੂੰ ਇਹ ਦੋਨਾਂ ਗੱਲਾਂ ਦਾ ਬੇਸਿਕ ਮਤਲਬ ਪਤਾ ਲੱਗ ਜਾਏ, ਦੈਨ ਅਸੀਂ ਇਹਨੂੰ ਯੂਜ਼ ਕਰਕੇ ਕਾਈਨੇਮੈਟਿਕਸ ਬਹੁਤ ਵਧੀਆ, ਬਹੁਤ ਜਲਦੀ, ਬਹੁਤ ਆਰਾਮ ਨਾਲ ਕਰ ਸਕਦੇ ਹਾਂ। ਕੈਲਕੂਲਸ ਮੈਥਡ ਨਾਲ ਡੈਰੀਵੇਸ਼ਨਸ ਵਗੈਰਾ ਸਭ ਚੀਜ਼ਾਂ ਆਉਣਗੀਆਂ ਤੁਹਾਨੂੰ। ਹੁਣ ਜੇ ਡਿਫਰੈਂਸ਼ੀਏਸ਼ਨ ਹੀ ਨਹੀਂ ਕਰਨੀ ਆਉਂਦੀ ਹੋਏਗੀ ਜਾਂ ਕਰਨੀ ਆਉਂਦੀ ਹੋਏਗੀ ਪਰ ਮਤਲਬ ਨਹੀਂ ਪਤਾ ਲੱਗਿਆ ਉਹਦਾ, ਫਿਰ ਗੜਬੜ ਹੋ ਜਾਏਗੀ। ਯਾਨੀ ਕਿ ਆਪਾਂ ਨੂੰ ਚੰਗੀ ਤਰ੍ਹਾਂ ਡਿਫਰੈਂਸ਼ੀਏਸ਼ਨ ਉਹਦੇ ਮਤਲਬ ਦੇ ਨਾਲ ਸਮਝਣੀ ਚਾਹੀਦੀ। ਠੀਕ ਹੈ, ਸੋ ਡਿਫਰੈਂਸ਼ੀਏਸ਼ਨ ਕੀ ਹੁੰਦੀ ਹੈ? ਪਹਿਲੇ ਕਹਿੰਦਾ ਡਿਫਰੈਂਸ਼ੀਏਸ਼ਨ ਤੇ ਇੰਟੀਗ੍ਰੇਸ਼ਨ ਅਸੀਂ ਕਿਸ ਦੀ ਕਰਦੇ ਹਾਂ? ਫੰਕਸ਼ਨਸ ਦੀ ਕਰਦੇ ਹਾਂ। ਜਿਵੇਂ ਕੋਈ ਫੰਕਸ਼ਨ ਹੈ, ਮੰਨ ਲਓ y ਇਜ਼ ਅ ਫੰਕਸ਼ਨ ਆਫ x, ਤੁਹਾਨੂੰ ਪਤਾ ਹੈ ਫੰਕਸ਼ਨ ਕੁਝ ਵੀ ਹੋ ਸਕਦਾ ਹੈ, ਹੁਣੇ ਮੈਂ ਸਮਝਾਈ ਚੁੱਕਾ। ਇੰਟੀਗ੍ਰੇਸ਼ਨ ਵਿੱਚ ਫੰਕਸ਼ਨ ਦੀ ਕਰਦੇ ਹਾਂ, y ਇਜ਼ ਅ ਫੰਕਸ਼ਨ ਆਫ x। ਇਹਨਾਂ ਦੇ ਸਿੰਬਲ ਕੀ ਹੁੰਦੇ ਨੇ, ਫਿਰ ਇਹਦੇ ਮਤਲਬ ਤੇ ਜਾਵਾਂਗੇ। ਡਿਫਰੈਂਸ਼ੀਏਸ਼ਨ ਨੂੰ ਕਿਹਨੂੰ ਕਹਿੰਦੇ ਆ? dy by dx, यानी इन्हों की कहते हैं the differentiation या derivative of y with respect to x, dy by dx अपना सिंबल है। ਤੇ ਜੇ ਕੋਈ ਚਾਹੇ ਇਸ ਨੂੰ ਫੰਕਸ਼ਨ ਦੇ ਫਾਰਮ ਦੇ ਵਿੱਚ ਵੀ ਲਿਖ ਸਕਦਾ ਹੈ f dash x, ਯਾਨੀ ਆ ਫੰਕਸ਼ਨ ਹੈ ਆਪਣਾ ਤੇ ਇਹ ਉਹਦਾ ਡੈਰੀਵੇਟਿਵ ਹੈ। ਇਹਦਾ ਕੀ ਮਤਲਬ ਹੈ ਅਗਲੇ ਪੇਜ ਤੇ ਗੱਲ ਕਰਦਾ, ਪਹਿਲਾਂ ਮੈਂ ਸਿਰਫ ਸਿੰਬਲ ਦੱਸ ਰਿਹਾ। ਇੰਟੀਗ੍ਰੇਸ਼ਨ ਕਿਵੇਂ ਕਰਦੇ ਆ? ਅੱਛਾ ਦੇਖੋ, ਇਹਦੇ ਵਿੱਚ ਸਿੰਬਲ ਕੀ ਸੀਗਾ? ਬੇਸਿਕਲੀ ਆ ਸੀ d by d of x, ਆ ਸਿੰਬਲ ਸੀਗਾ ਤੇ ਅਸੀਂ ਇਸ ਦਾ ਕਰ ਰਹੇ ਸੀ ਡੈਰੀਵੇਟਿਵ, ਆ y ਦਾ, ਹਨਾ। ਯਾਨੀ ਅਸੀਂ ਦੇਖ ਰਹੇ ਸੀ ਕਿ y ਦੇ ਵਿੱਚ ਕਿੰਨਾ ਚੇਂਜ ਆਏਗਾ ਵਿਦ ਰਿਸਪੈਕਟ ਟੂ x, dy by dx। ਦੱਸਦਾ ਹੁਣੀ ਮੈਂ। ਤੇ ਇੱਥੇ ਕੀ ਸਿੰਬਲ ਹੈ? ਇੱਥੇ ਸਿੰਬਲ ਹੈਗਾ ਆ, ਦੇਖੋ ਆ ਇੰਟੀਗਰਲ ਦਾ ਸਾਈਨ, ਤੇ ਇਹਦੇ ਨਾਲ ਇੱਥੇ ਆਪਣੇ ਕੋਲ dx ਮਲਟੀਪਲਾਈ ਹੁੰਦਾ ਹੈ। ਇੰਪੋਰਟੈਂਟ ਗੱਲ ਹੈ, ਨੋਟ ਕਰਨ ਵਾਲੀ। ਡੈਰੀਵੇਟਿਵ ਦੇ ਵਿੱਚ dx ਜੇ ਡਿਨੋਮੀਨੇਟਰ ਚ ਆਇਆ ਨਾ, ਦੇਖੋ ਹਨਾ, ਯੈਸ ਸਰ। ਇੱਥੇ ਡਿਨੋਮੀਨੇਟਰ ਡੈਰੀਵੇਟਿਵ ਸੌਰੀ ਜਿਹੜਾ dx ਹੈ ਉਹ ਨਿਊਮਰੇਟਰ ਚ ਆਇਆ, ਤੇ ਇੱਥੇ ਆਪਣੇ ਕੋਲ ਉਹੀ ਆਏਗਾ y, ਜਿਸ ਦਾ ਤੁਸੀਂ ਕਰਨਾ ਹੈ ਇੰਟੀਗਰਲ y dx। ਤੇ ਆਪਾਂ ਇਹਦੇ ਦੇਖਾਂਗੇ, ਇਹਦੇ 2 ਟਾਈਪਸ ਹੁੰਦੇ ਨੇ, ਇੱਕ ਤਾਂ ਡੈਫੀਨਿਟ ਹੁੰਦਾ ਹੈ ਤੇ ਇਨਡੈਫੀਨਿਟ ਹੁੰਦਾ ਹੈ। ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਫਰੋਲਦੇ ਹਾਂ। ਪਹਿਲਾਂ ਆਪਾਂ ਗੱਲ ਕਰਦੇ ਹਾਂ ਡੈਰੀਵੇਟਿਵ ਦੀ, ਫਿਰ ਗੱਲ ਕਰਾਂਗੇ ਡੈਫੀਨਿਟ ਇੰਟੈਗਰਲ ਦੀ, ਤੇ ਫਿਰ ਇਨਡੈਫੀਨਿਟ ਇੰਟੈਗਰਲ ਦੀ। ਠੀਕ ਹੈ, ਜਸਟ ਤੁਹਾਨੂੰ ਮੈਂ ਦੱਸ ਰਿਹਾ ਸੀ ਆਪਾਂ ਇਹ ਕਰਨਾ ਹੈ। ਕੀ ਹੁੰਦਾ ਡਿਫਰੈਂਸ਼ੀਏਸ਼ਨ? ਤੁਸੀਂ ਇਹ ਤਾਂ ਗੱਲ ਕਰ ਹੀ ਲਈਏ ਕਿ y ਅਗਰ ਫੰਕਸ਼ਨ ਆਫ x ਹੈ ਤਾਂ x ਦੇ ਬਦਲਣ ਤੇ y ਬਦਲੇਗਾ। ਸਿੰਪਲ ਜੀ ਗੱਲ ਹੈ। ਮੈਂ ਕਹਿ ਰਿਹਾ ਤੁਸੀਂ x ਦੇ ਵਿੱਚ ਕੋਈ ਚੇਂਜ ਲੈ ਲਓ। ਅੱਛਾ, ਫਿਜ਼ਿਕਸ ਵਿੱਚ ਚੇਂਜ ਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਅਸੀਂ? ਚੇਂਜ ਡੈਲਟਾ ਦੇ ਨਾਲ। ਕਈ ਵਾਰ ਚੇਂਜ ਨੂੰ ਸਮਾਲ ਡੈਲਟਾ ਨਾਲ ਯੂਜ਼ ਕਰਦੇ ਆ, ਕਈ ਵਾਰ ਕੈਪੀਟਲ ਨਾਲ। ਆਪਾਂ ਕੈਪੀਟਲ ਨਾਲ ਹੀ ਜ਼ਿਆਦਾ ਪ੍ਰੈਫਰ ਕਰਦੇ ਹਾਂ। ਚੇਂਜ, ਉਹ ਚੇਂਜ ਕਿਸੇ ਵੀ ਕੁਆਂਟੀਟੀ ਚ ਹੋ ਸਕਦਾ, ਯਾਨੀ ਕਿ ਉਹ ਹੋ ਸਕਦਾ ਡੈਲਟਾ ਆਫ ਕੈਪੀਟਲ T, ਟੈਂਪਰੇਚਰ। ਚੇਂਜ ਦਾ ਮਤਲਬ ਫਿਜ਼ਿਕਸ ਵਿੱਚ ਕੀ ਸਮਝਿਆ ਜਾਏਗਾ ਹਮੇਸ਼ਾ? ਫਾਈਨਲ ਟੈਂਪਰੇਚਰ ਮਾਈਨਸ इनिशियल टेम्परेचर। ठीक है गल? अगर डेल्टा ऑफ प्रेशर है तो मतलब फाइनल प्रेशर माइनस इनिशियल प्रेशर। चेंज दा मतलब फिजिक्स विच हमेशा ही फाइनल विचों इनिशियल माइनस करते हैं
ਇਨੀਸ਼ੀਅਲ ਚੋਂ ਫਾਈਨਲ ਕਦੀ ਮਾਈਨਸ ਨਹੀਂ ਕਰਦੇ, ਫਾਈਨਲ ਵਿੱਚੋਂ ਮਾਈਨਸ ਕਰਦੇ ਆ ਇਨੀਸ਼ੀਅਲ ਨੂੰ, ਫਾਈਨਲ ਜੋ ਹੈ ਮਾਈਨਸ ਜੋ ਇਨੀਸ਼ੀਅਲ ਸੀ। ਇਸ ਤਰ੍ਹਾਂ ਡੈਲਟਾ ਆਫ ਵੈਲੋਸਿਟੀ ਅਗਰ ਹੋਏ, ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ, ਡੈਲਟਾ ਆਫ ਪੋਜੀਸ਼ਨ ਹੋਵੇ, ਫਾਈਨਲ ਪੋਜੀਸ਼ਨ ਮਾਈਨਸ ਇਨੀਸ਼ੀਅਲ ਪੋਜੀਸ਼ਨ, ਇਹਨੂੰ ਕਹਿੰਦੇ ਨੇ ਚੇਂਜ। ਤੇ ਇਸੇ ਡੈਲਟਾ ਦਾ ਨਾ ਇਹਦੇ ਖਾਨਦਾਨ ਦਾ ਹੀ ਇੱਕ ਆਪਣੇ ਕੋਲ ਵਰਡ ਹੈਗਾ, ਆਪਾਂ ਜੋ ਯੂਜ਼ ਕਰਦੇ ਹਾਂ ਡਿਫਰੈਂਸ਼ੀਏਸ਼ਨ, ਡੀ ਦਾ ਮਤਲਬ ਕੀ ਹੁੰਦਾ ਹੈ, ਜਿਵੇਂ ਡੈਲਟਾ ਦਾ ਮਤਲਬ ਚੇਂਜ, ਡੀ ਜਿੱਥੇ ਆਪਾਂ ਲਗਾਉਂਦੇ ਆ ਉਸੇ ਡੈਲਟਾ ਦੀ ਜਗ੍ਹਾ ਤੇ, ਇਹਦਾ ਮਤਲਬ ਹੁੰਦਾ ਇਨਫਾਈਨਿਟੈਸੀਮਲ ਸਮਾਲ ਚੇਂਜ। ਦੱਸੋ ਗੱਲ ਸਮਝ ਲੱਗੀ? ਬਹੁਤ ਥੋੜਾ ਚੇਂਜ, ਬਹੁਤ ਥੋੜਾ। ਕਿੰਨਾ ਥੋੜਾ? ਕੋਈ ਕਹੇ ਇੰਨਾ ਚੇਂਜ 0.00000000000000001, ਮੈਂ ਕਹਾਂ ਨਹੀਂ ਇਸ ਤੋਂ ਵੀ ਥੋੜਾ, ਉਹ ਕਹੂਗਾ ਅੱਛਾ 0.0000001, ਮੈਂ ਕਹਾਂ ਨਹੀਂ ਇਸ ਤੋਂ ਵੀ ਥੋੜਾ। ਸਮਝ ਗਏ ਮੇਰੀ ਗੱਲ? ਇੰਨਾ ਥੋੜਾ ਕਿ ਤੁਹਾਡੀ ਇਮੇਜਿਨੇਸ਼ਨ ਤੋਂ ਥੋੜਾ ਪਰੇ ਹੈ। ਤੁਸੀਂ ਜਿਵੇਂ ਕੋਈ ਨੰਬਰ ਲਿਖੋਗੇ ਕਿ ਇੰਨਾ, ਮੈਂ ਕਹਾਂ ਨਹੀਂ ਇਸ ਤੋਂ ਵੀ ਥੋੜਾ ਥੋੜਾ। ਜਿਹਨੇ ਇਨਫਾਈਨਿਟੈਸੀਮਲ ਦਾ ਮਤਲਬ ਹੈ ਕਿ ਬਹੁਤ 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 ਥੋੜਾ ਚੇਂਜ। ਸਿਰਫ ਇਹਨਾਂ ਇਸ ਗੱਲ ਨੂੰ ਪਹਿਲਾਂ ਗ੍ਰੈਸਪ ਕਰੋ। ਥੋੜਾ ਨੂੰ ਤਾਂ ਨਿਗਲੈਕਟ ਹੀ ਕਰ ਦਾਂਗੇ। ਥੋੜੇ ਨੂੰ ਨਾ ਅਸੀਂ ਨੈਗਲੈਕਟ ਕਦੀ ਕਰ ਸਕਦੇ ਹਾਂ, ਕਦੀ ਨਹੀਂ ਕਰ ਸਕਦੇ। ਆਹੀ ਤਾਂ ਬੜੀ ਇੰਪੋਰਟੈਂਟ ਗੱਲ ਹੈ। ਵੈਸੇ ਬੜੇ ਵਧੀਆ ਕੁਐਸਚਨ ਆਏ, ਦੇਖੋ ਇਹ ਕਿੰਨਾ ਸਹੀ ਕੁਐਸਚਨ ਹੈ ਡਿਫਰੈਂਸ਼ੀਏਸ਼ਨ ਦੇ ਵਿੱਚ। ਕੀ ਹੈ ਨਾਮ ਤੁਹਾਡਾ ਬੱਚੇ? ਰਿਦਮ। ਰਿਦਮ, ਹਾਂ ਵੈਰੀ ਗੁੱਡ। ਦੇਖੋ ਕਿ ਥੋੜੇ ਨੂੰ ਨੈਗਲੈਕਟ ਹੀ ਕਰ ਦਾਂਗੇ, ਉਹਦੀ ਗੱਲ ਵੀ ਸਹੀ ਵੀ ਹੈ, ਪਰ ਇੱਕ ਜਗ੍ਹਾ ਤੇ ਪ੍ਰੋਬਲਮ ਆ ਜਾਂਦੀ ਹੈ। ਦੱਸਦਾ ਕਿਵੇਂ? ਦੇਖੋ ਆਪਾਂ ਇਹ ਕਰੇ ਕੋਈ ਥੋੜਾ ਲੈ ਲੈਂਦੇ ਆ ਸਮਝਣ ਲਈ, ਹੈ ਨਾ। h ਲੈ ਲੈਣਾ ਕੋਈ ਛੋਟਾ ਨੰਬਰ 0.000000001, ਠੀਕ ਹੈ ਜੀ ਰਿਦਮ? ਯੈਸ ਸਰ। ਜੇ ਮੈਂ ਕਿਸੇ ਨੂੰ ਕਹਾ ਕਿ 2 ਦੇ ਵਿੱਚ ਨਾ ਇਹ h ਐਡ ਕਰੋ, ਤਾਂ ਮੈਂ ਕਹੂੰਗਾ ਯਾਰ ਨੈਗਲੈਕਟ ਕਰ ਦਿਓ, ਤੁਸੀਂ 2 ਹੀ ਲਿਖ ਦਿਓ, ਕਾਹਨੂੰ ਐਵੇਂ 2.000000001 ਲਿਖਦੇ ਫਿਰੋਗੇ, ਹਨਾ। ਯੈਸ ਸਰ, ਜਿਵੇਂ ਐਰਰ ਚ ਕੀਤਾ ਸੀ, ਹਨਾ। ਇੱਥੇ ਰਿਦਮ ਦੀ ਗੱਲ ਠੀਕ ਹੈ, ਹਾਂ ਜਿਵੇਂ ਐਰਰ ਚ ਕੀਤਾ ਕੋਈ ਐਡ ਹੋ ਰਿਹਾ ਸੀ ਨਾ ਉੱਥੇ। ਜੇ 2 -h ਹੋਵੇ, ਮੈਂ ਕਹੂੰਗਾ ਯਾਰ ਨੈਗਲੈਕਟ ਕਰ ਦੋ, ਕਿੱਥੇ ਤੁਸੀਂ 1.9999999999 ਲਿਖਦੇ ਫਿਰੋਗੇ। ਅभी तक 2 ਹੀ ਹੈ, ਤਾਂ ਸਿੱਧਾ ਕਰਕੇ ਇਹਨੂੰ ਵੀ 2 ਹੀ ਲਿਖ ਦੋ, ਹਨਾ। ਸੋ ਦੇਖੋ ਸਾਰੇ ਬਹੁਤ ਧਿਆਨ ਨਾਲ ਸਮਝੋ, ਰਿਦਮ ਦੀ ਗੱਲ ਬਿਲਕੁਲ ਸਹੀ ਹੈ। ਇੰਨਾ ਛੋਟਾ ਨੰਬਰ ਅਗਰ ਹੋਏਗਾ, ਇਸ ਤੋਂ ਵੀ ਛੋਟਾ ਮੈਂ ਕਹਿ ਰਿਹਾ ਜਿਵੇਂ ਕਿ, ਤਾਂ ਉਹਨੂੰ ਨੈਗਲੈਕਟ ਕਰ ਸਕਦੇ ਹਾਂ ਅਗਰ ਉਹ ਨੰਬਰ ਐਡ ਹੋ ਰਿਹਾ ਜਾਂ ਸਬਟ੍ਰੈਕਟ ਹੋ ਰਿਹਾ। ਸਬਟ੍ਰੈਕਟ। ਬਟ ਅਗਰ ਉਹੀ ਛੋਟਾ ਨੰਬਰ ਡਿਵਾਈਡ ਹੋ ਰਿਹਾ ਜਾਂ ਮਲਟੀਪਲਾਈ ਹੋ ਰਿਹਾ, then you can't neglect, because ਅਗਰ ਇਸੇ 2 ਦੇ ਨਾਲ ਇਸ ਛੋਟੇ ਨੰਬਰ ਨੂੰ ਤੁਸੀਂ ਨੈਗਲੈਕਟ ਕੀਤਾ, ਹਨਾ, ਜਾਂ ਇਹਨੂੰ ਡਿਵਾਈਡ ਕੀਤਾ, ਜੇ ਮੰਨ ਲਓ 2 ਡਿਵਾਈਡ ਬਾਈ 0.000000001, ਤਾਂ ਬੇਸਿਕਲੀ ਤੁਹਾਨੂੰ ਆਨਸਰ ਪਤਾ ਨਾ ਕੀ ਆਉਣ ਵਾਲਾ ਹੈ। ਮੈਂ ਜ਼ੀਰੋਸ ਕਾਊਂਟ ਨਹੀਂ ਕਰ ਰਿਹਾ, ਤੁਹਾਨੂੰ ਪਤਾ ਹੈ ਬੇਸਿਕਲੀ। यस सर। यानी कि अगर कोई बहुत ਮਲਟੀਪਲਾਈ ਵਿੱਚ ਤਾਂ ਘੱਟ ਹੀ ਆਊ, ਮਲਟੀਪਲਾਈ ਵਿੱਚ ਬਹੁਤ ਘੱਟ ਆਏਗਾ, ਹਨਾ, ਇਸ ਲਈ ਨੈਗਲੈਕਟ ਨਹੀਂ ਕਰਾਂਗੇ। ਨਹੀਂ ਮਲਟੀਪਲਾਈ ਵਿੱਚ ਵੀ ਨੈਗਲੈਕਟ ਕਰਾਂਗੇ। ਪਤਾ ਕਿਉਂ? ਮੈਂ ਤੁਹਾਨੂੰ ਦੱਸਦਾ। ਆ ਦੇ ਕਿਉਂ? ਕਿਉਂਕਿ ਆਪਾਂ ਨੂੰ ਹਰ ਸਿਚੁਏਸ਼ਨ ਵਿੱਚ ਦੇਖਣਾ ਨਾ। ਦੇਖੋ ਆ ਦੇਖੋ 0.000000000 ਮੰਨ ਲਾ 8 10 0 ਆ ਗਿਆ। ਮੰਨ ਲਾ ਜੇ ਇਹਨੂੰ ਨੰਬਰ ਨੂੰ ਮਲਟੀਪਲਾਈ ਕਰਨਾ ਹੈ, ਠੀਕ ਹੈ, ਮਲਟੀਪਲਾਈ ਜਿਹਦੇ ਨਾਲ ਮੈਂ ਕਰ ਰਿਹਾ ਉਹ ਹੈਗਾ ਮੰਨ ਲਓ 10⁻20 ਹੈ, ਇੰਨਾ ਵੱਡਾ ਨੰਬਰ ਹੈ। ਤਾਂ ਮਲਟੀਪਲਾਈ ਕਰਨ ਤੋਂ ਬਾਅਦ 1 2 3 4 5 6 7 8 9 10 11 10⁻9 ਬਚੇਗਾ ਕਿ ਨਹੀਂ? ਦੱਸੋ। Yes. ਮਤਲਬ ਜੇ ਤੁਸੀਂ ਇਹਨੂੰ ਕਹੋਗੇ ਇਹਨੂੰ ਨੈਗਲੈਕਟ ਕਰਕੇ 0 ਹੀ ਮੰਨ ਲਓ, ਤੇ ਜੇ ਇਹਨੂੰ ਜੇ 0 ਮੰਨੋਗੇ, 0 ਮੰਨਣ ਨਾਲ ਆਨਸਰ ਕੀ ਆਏਗਾ? 0. ਜਦਕਿ ਆਨਸਰ ਆਣਾ ਕੀ ਚਾਹੀਦਾ ਹੈ? 10⁻9। 10⁻9 ਤੇ 0 ਕੋਈ ਬਹੁਤ ਛੋਟੀ ਮੋਟੇ ਫਰਕ ਥੋੜੀ ਪਿਆ, ਹੈ ਨਾ। ਸਰ ਮਤਲਬ ਨੈਗਲੈਕਟ ਨਹੀਂ ਕਰਾਂਗੇ। ਨਹੀਂ ਕਰਾਂਗੇ, ਯੈਸ। ਜਦੋਂ ਅਸੀਂ ਕਿਸੇ ਵੀ ਬਹੁਤ ਛੋਟੇ ਨੰਬਰ ਨੂੰ ਮਲਟੀਪਲਾਈ ਜਾਂ ਡਿਵਾਈਡ ਜਾਂ ਦੋਨੋਂ ਸਿਚੁਏਸ਼ਨ ਵਿੱਚ ਪਾਵਾਂਗੇ ਨਾ ਕਿਤੇ, ਆਪਾਂ ਕਹਾਂਗੇ ਨਹੀਂ ਨੈਗਲੈਕਟ ਨਾ ਕਰਿਓ। ਤੇ ਜਦੋਂ ਅਸੀਂ ਬਹੁਤ ਛੋਟੇ ਨੰਬਰ ਨੂੰ ਐਡ ਜਾਂ ਸਬਟ੍ਰੈਕਟ ਕਰ ਰਹੇ ਹਾਂ ਕਿਤੇ, ਮੈਂ ਕਹਾਂ ਛੱਡੋ ਯਾਰ, ਇਹਨੂੰ ਨੈਗਲੈਕਟ ਕਰ ਦਿਓ, ਭੁੱਲ ਜਾਓ, ਇਹਨੂੰ 0 ਹੀ ਹੈ ਸਮਝ ਲਓ। ਕਲੀਅਰ? यस सर। यस सर। यस सर। ਸੋ ਇਹਦਾ ਮਤਲਬ ਕਿ ਜੇ ਮੈਂ ਡੀ ਦੀ ਗੱਲ ਕਿਵੇਂ ਕਰ ਰਿਹਾ, ਸੋ ਬੇਸਿਕਲੀ ਡੀ ਦਾ ਮਤਲਬ ਕੀ ਹੁੰਦਾ ਹੈ? ਡੀ ਆਫ ਟੀ ਦਾ ਮਤਲਬ ਪਤਾ ਕੀ ਹੈ? that very
small change in temperature. Yes, ਹੁਣ ਤੁਸੀਂ ਸਮਝ ਗਏ ਗੱਲ। D of ਜੇ T time ਹੋਵੇ, very small change in Time. time, ਤੇ dy ਕੀ ਬਣਿਆ ਸੋਚੋ, very small change y, in y Y. ਫਿਰ dx ਕੀ ਬਣਿਆ, very small change in x, ਤੇ ਫਿਰ dy by dx ਕੀ ਬਣਿਆ, ਕਿ ਉਹਨਾਂ ਦੇ small changes ਦਾ ratio, ਹਨਾ, Yes, sir. ਕਿ change in y by change in x, but ਇੱਥੇ ਇੱਕ ਗੱਲ ਯਾਦ ਰੱਖਣੀ ਪੈਣੀ ਹੈ ਕਿ ਜੋ x ਹੈ ਉਹ ਚੇਂਜ ਹੋ ਰਿਹਾ ਬਹੁਤ ਥੋੜਾ। ਕਲੀਅਰ? ਸਰ ਪਰ x ਨਾਲ ਵੀ ਤਾਂ y ਨਾਲ ਵੀ ਤਾਂ d ਲੱਗਾ, ਇਹਦੇ ਨਾਲ ਸਰ y ਦੇ ਨਾਲ ਸਿਰਫ y ਵੀ ਥੋੜਾ ਹੀ ਚੇਂਜ ਹੋ ਰਿਹਾ। ਹਾਂ ਬਿਲਕੁਲ, ਮਤਲਬ ਪਰ ਉਹ ਇੰਨੇ ਜਿਹੜੇ ਥੋੜੇ ਚੇਂजेस ਨੇ ਉਹ ਨਿਊਮਰੇਟਰ ਚ ਨੇ ਤੇ ਡਿਨੋਮੀਨੇਟਰ ਚ ਨੇ ਨਾ, ਯੈਸ ਜਿਹੜੀ ਸਰ। ਇਹ ਐਡ ਸਬਟ੍ਰੈਕਟ ਦਾ ਹੋ ਨਹੀਂ ਰਹੇ, ਸੋ ਇਹਨਾਂ ਦੇ ਚੇਂजेस Sir, ਬਹੁਤ ਇੱਥੇ- ਥੋੜੇ। ਹਾਂਜੀ ਬੋਲੋ। ਸਰ ਤੇ ਜੇ ਅਗਰ d ਦੀ ਵੈਲਿਊ ਇਕੁਅਲ ਹੀ ਹੋਈ ਰੇਸ਼ੀਓ ਦੇ ਵਿੱਚ ਫਿਰ ਤਾਂ ਕੱਟ ਹੀ ਜਾਣਗੇ। ਜੇ ਇਕੁਅਲ ਹੋਈ ਫਿਰ ਕੱਟ ਜਾਣਗੇ, ਪਰ ਜਿਹੜਾ y ਦਾ ਚੇਂਜ ਹੈ ਉਹ x ਦੇ ਚੇਂਜ ਤੇ ਜਿੰਨਾ ਹੀ ਹੋਏ, ਉਹ ਜਿੰਨਾ ਮਰਜ਼ੀ ਸਮਾਲ ਹੋਵੇ, ਇਹ ਜ਼ਰੂਰੀ ਨਹੀਂ ਨਾ ਹੈਗਾ। ਜਿਵੇਂ ਮੰਨ ਲਓ, ਸੋਚ ਕੇ ਦੇਖੋ, ਮੰਨ ਲਓ y ਚ ਚੇਂਜ ਆਇਆ ਨਾ 0.000000000 ਤੋਂ ਪਤਾ ਚਲੇ ਗਿਆ, ਲਿਖਦਾ ਹੀ ਚਲਾ ਗਿਆ, ਮੰਨ ਲਓ ਹੋਰ 100 ਜ਼ੀਰੋਆਂ ਪਾ ਕੇ ਫਿਰ ਉਹਨੇ ਲਿਖਿਆ ਜਾ ਕੇ 4, ਇਹ ਮੰਨ ਲਓ y ਚ ਚੇਂਜ ਆਇਆ dy, ਠੀਕ ਹੈ, ਇੱਕ ਵਾਰ ਜਸਟ ਮੈਂ ਐਗਜ਼ਾਮਪਲ ਦੇ ਰਿਹਾ ਤੈਨੂੰ। ਜਿਹੜਾ x ਵਿੱਚ ਚੇਂਜ ਆਇਆ 0.0000 ਉਹ ਵੀ ਲਿਖਦਾ ਹੀ ਚਲਾ ਗਿਆ, ਉਨੀਆਂ ਹੀ ਜ਼ੀਰੋਸ ਪਾ ਕੇ ਬਾਅਦ ਉਹਨੇ ਲਿਖਤਾ ਉੱਥੇ 2, ਤਾਂ ਹੁਣ dy by dx ਕੀ ਆਏਗਾ, 2 ਆਏਗਾ ਕਿ ਨਹੀਂ ਦੱਸੋ? Yes. ਆ ਗਿਆ ਨਾ, Yes. ਕੱਟ ਕੇ 1 ਨਹੀਂ ਨਾ ਲਿਖ ਸਕਦੇ। ਤੇ ਜੇ ਉਹਨੇ ਕਿਤੇ 1 0 ਹੋਰ ਪਾ ਦਿੱਤੀ ਹੁੰਦੀ ਇੱਥੇ, ਉਸ ਤੋਂ ਬਾਅਦ ਉਹ 2 ਲਿਖ ਦਿੰਦਾ, ਤਾਂ ਆਨਸਰ ਆਉਂਦਾ 20, ਹੈ ਨਾ? Yes, sir. ਸਮਝੋ, ਇਸ ਚੀਜ਼ ਨੂੰ ਸਮਝੋ, ਇਹ ਬਹੁਤ ਜ਼ਰੂਰੀ ਗੱਲ ਹੈ। ਇਸ ਦੀ ਹੀ ਖੋਜ ਨਿਊਟਨ ਨੇ ਕੀਤੀ ਸੀ। ਜਿਹੜਾ ਤੁਹਾਨੂੰ ਸਾਰਾ ਕੁਝ ਕਰਵਾ ਰਿਹਾ ਨਾ ਮੈਂ, ਵੈਰੀ ਸਮਾਲ ਚੇਂजेस ਦਾ ਡਿਵਾਈਡ ਜੋ ਵੀ ਅੱਗੇ ਦੱਸੂਗਾ, ਇਹ ਨਿਊਟਨ ਦਾ ਦਿੱਤਾ ਆਇਆ ਹੈ। ਇਹ ਮੈਥਮੈਟੀਸ਼ੀਅਨਸ ਨੇ ਨਹੀਂ, ਫਿਜ਼ਿਸਿਸਟ ਨੇ ਦਿੱਤਾ। ਬੇਸਿਕਲੀ ਮੈਥਮੈਟੀਸ਼ੀਅਨ ਹੀ ਸੀਗਾ ਨਿਊਟਨ ਵੀ। ਕਲੀਅਰ ਹੈ ਗੱਲ? ਇਹ ਗੱਲ ਸਮਝ ਲੱਗ ਰਹੀ ਗੱਲ? ਕਿਉਂ ਨਹੀਂ ਕਰ ਸਕਦੇ ਕਿ ਕਿਉਂ ਹੀ ਛੱਡ ਕੇ ਲਿਖ ਦਈਏ? ਆਪਾਂ ਨੂੰ ਦੇਖਣਾ ਪੈਣਾ ਕਿ y x ਦੇ ਨਾਲ ਚੇਂਜ ਕਿਵੇਂ ਕਰ ਰਿਹਾ, ਕਿੰਨਾ ਕਰ ਰਿਹਾ, ਕੀ ਪਤਾ ਕਿੰਨਾ ਕਰ ਰਿਹਾ। ਕਲੀਅਰ ਹੈ ਗੱਲ? Yes. ਜਿਵੇਂ ਕਿ ਜੇ ਮੈਂ ਕਹਿ ਦਵਾਂ ਕਿ ਐਗਜ਼ਾਮਪਲ ਲੈ ਲੈਂਦੇ ਆਪਾਂ, ਮੰਨ ਲਓ y is equal to 3x ਹੈ, ਜਾਂ y ਅਗਰ equal to 2x ਹੈ, ਜਾਂ y ਅਗਰ equal to x square ਹੈ, ਤਾਂ ਸਭ ਦੇ ਵਿੱਚ x ਦੇ ਨਾਲ y ਦਾ ਚੇਂਜ ਅਲੱਗ-ਅਲੱਗ ਹੋਏਗਾ ਕਿ ਨਹੀਂ? ਯੈਸ ਸਰ। ਇਸ ਨੂੰ ਤੁਸੀਂ d ਦੀ ਬਜਾਏ ਡੈਲਟਾ ਵਿੱਚ ਸਮਝ ਲਓ, ਹਲੇ ਥੋੜਾ ਵੱਡਾ ਚੇਂਜ ਲੈ ਲਓ। ਜਿਵੇਂ ਦੇਖੋ ਇੱਥੇ x ਦੀ ਵੈਲਿਊ ਤੁਸੀਂ 1 ਪੁੱਟ ਕਰੋ ਤਾਂ y ਕਿੰਨਾ ਆਇਆ? 3. x ਨੂੰ 2 ਪੁੱਟ ਕਰੋ y ਕਿੰਨਾ ਆਇਆ? 6. 6. x ਨੂੰ 3 ਪੁੱਟ ਕਰੋ ਤਾਂ y ਕਿੰਨਾ ਆਇਆ? 9. 9, ਹੈ ਨਾ? ਇੱਥੇ ਤੁਸੀਂ ਇਹ ਦੇਖੋ ਕਿ ਜਦੋਂ ਤੁਸੀਂ x ਨੂੰ 1 ਤੋਂ 2 ਬਦਲਿਆ ਤਾਂ ਡੈਲਟਾ x ਕਿੰਨਾ ਆਇਆ? 1 ਆਇਆ ਕਿ ਨਹੀਂ? ਯੈਸ ਸਰ। ਤਾਂ ਡੈਲਟਾ y ਕਿੰਨਾ ਬਦਲਿਆ ਦੇਖੋ? 3। ਤੇ ਜਦੋਂ ਤੁਸੀਂ ਡੈਲਟਾ y ਡਿਵਾਈਡਡ ਬਾਈ ਡੈਲਟਾ x ਕੀਤਾ ਤਾਂ ਆਨਸਰ ਕਿੰਨਾ ਆਇਆ? 3/1। 3 ਆਇਆ? Yes, sir. ਯੈਸ ਅੱਛਾ, ਇਹੀ ਗੱਲ ਇੱਥੇ ਲਗਾ ਕੇ ਦੇਖੋ, 2 ਤੋਂ 3 ਕੀਤਾ ਤਾਂ ਡੈਲਟਾ x ਕਿੰਨਾ ਆਇਆ? 1. ਤੇ 6 ਤੋਂ 9 ਕੀਤਾ ਤਾਂ ਡੈਲਟਾ y ਕਿੰਨਾ ਆਇਆ? 3. 3 ਆਇਆ। ਤਾਂ ਫਿਰ ਇੱਥੇ ਡੈਲਟਾ y ਬਾਈ ਡੈਲਟਾ x ਕਿੰਨਾ ਆਇਆ? ਸਰ 3। 3। ਹੁਣ ਮੈਂ ਇਹਨੂੰ ਇੱਕ ਬਸ ਲਾਸਟ, ਜੇ ਮੈਂ 1 ਤੋਂ 3 ਹੀ ਲੈ ਜਾਵਾਂ ਸਿੱਧਾ, ਡੈਲਟਾ ਤਾਂ ਜਿੰਨਾ ਮਰਜ਼ੀ ਵੱਡਾ ਲੈ ਸਕਦਾ ਨਾ, dx ਬਹੁਤ ਛੋਟਾ ਹੁੰਦਾ, ਡੈਲਟਾ ਤਾਂ ਜਿੰਨਾ ਮਰਜ਼ੀ ਹੋ ਸਕਦਾ ਹੈ। ਤਾਂ ਇੱਥੇ ਡੈਲਟਾ x ਕਿੰਨਾ ਆਇਆ ਦੱਸੋ? 2. ਤੇ ਡੈਲਟਾ y ਕਿੰਨਾ ਆਇਆ? 6. ਤਾਂ 6/2 ਕਿੰਨਾ ਆਇਆ? 3. ਆਲਵੇਜ਼ 3 ਨਾ। ਤਾਂ ਇਹਦਾ ਮੈਂ ਜਸਟ ਦੇਖੋ ਬਾਅਦ ਦੱਸੂਗਾ, ਇਹਦਾ ਡੈਰੀਵੇਟਿਵ ਪਤਾ ਕਿੰਨਾ ਆਏਗਾ? dy/dx 3 ਆਏਗਾ। ਯਾਨੀ ਕਿ y x ਤੋਂ 3 ਗੁਣਾ ਸਪੀਡ ਨਾਲ ਬਦਲਦਾ ਹੈ। ਅਗਰ x ਥੋੜਾ ਜਿਹਾ ਵੀ ਬਦਲਦਾ ਹੈ ਤਾਂ ਉਸ ਥੋੜੇ ਜਿਹੇ ਨਾਲੋਂ ਵੀ y 3 ਗੁਣਾ ਬਦਲ ਜਾਂਦਾ ਹੈ। ਇਹਦਾ ਮਤਲਬ ਇਹ ਹੋਇਆ ਨਾ? ਯੈਸ ਸਰ। ਯੈਸ ਸਰ। ਕਲੀਅਰ? ਇੱਥੇ ਆਨਸਰ ਹਰ ਚੀਜ਼ ਦਾ ਕਿੰਨਾ ਆਉਣ ਵਾਲਾ ਹੈ ਤੁਹਾਨੂੰ ਪਤਾ ਹੀ ਹੈ, ਦੱਸ ਦਿਓ ਆਪ ਹੀ। 2. ਪਰ ਇੱਥੇ ਗੱਲ ਸਿੱਖਣ ਵਾਲੀ ਹੈ। ਜਦੋਂ ਲੀਨੀਅਰ ਫੰਕਸ਼ਨ ਨਾ ਹੋ ਕੇ x² 2 ਹੋਗੀ ਨਾ, ਇੱਥੇ ਬੜੀ ਇੰਪੋਰਟੈਂਟ ਗੱਲ ਹੈ। ਸੋਚੋ
x ਨੂੰ ਅਗਰ 1 ਲਿਖਾਂਗਾ y ਕਿੰਨਾ ਹੈ? 1 ਜਦੋਂ x ਨੂੰ ਫਿਰ 2 ਲਿਖਾਂਗਾ ਤਾਂ y ਕਿੰਨਾ ਹੈ? 4 x ਨੂੰ ਜਦੋਂ 3 ਲਿਖਾਂਗਾ ਤਾਂ y ਕਿੰਨਾ ਆਏਗਾ? 9 ਬਸ ਇੱਥੇ ਮੈਂ ਤੁਹਾਨੂੰ ਇੱਕ ਗੱਲ ਸਮਝਾ ਦੂੰਗਾ, ਉਸ ਤੋਂ ਬਾਅਦ ਤੁਹਾਨੂੰ ਗੱਲ ਪਤਾ ਲੱਗ ਜਾਏਗੀ ਬੇਸਿਕਲੀ ਆਪਾਂ ਕਿਉਂ ਇਸ ਤਰ੍ਹਾਂ ਕਰ ਰਹੇ ਨੇ, ਪੰਗਾ ਕਿਉਂ ਲੈ ਰਹੇ। ਹੁਣ ਸੋਚ ਕੇ ਦੇਖੋ ਪਹਿਲਾਂ ਦੀ ਤਰ੍ਹਾਂ ਹੀ, ਜੇ ਇੱਥੇ ਮੈਂ ਡੈਲਟਾ x ਲਵਾਂ 1 ਤਾਂ ਡੈਲਟਾ y ਕਿੰਨਾ ਹੈ? 3 ਤਾਂ ਡੈਲਟਾ y ਬਾਈ ਡੈਲਟਾ x ਕਿੰਨਾ ਆਏਗਾ? 3 ਪਰ ਜੇ ਮੈਂ ਇੱਥੇ ਡੈਲਟਾ x ਲਵਾਂਗਾ ਤਾਂ ਕਿੰਨਾ ਆਏਗਾ? 1 सही भाई सर। ਐ ਕਰੋ ਤੁਸੀਂ ਨਾ ਸਾਰੇ ਨੇ ਆਫ ਕਰ ਲਓ ਆਪਣਾ, ਡਿਸਟਰਬੈਂਸ ਜ਼ਿਆਦਾ ਹੁੰਦੀ ਹੈ। ਰਿਦਮ ਤੁਸੀਂ ਗੱਲ ਕਰੋ ਸਿਰਫ ਫਿਲਹਾਲ। ਰਿਦਮ ਯੈਸ ਸਾਰੇ ਹੋ ਜੀ। ਹਾਂ ਤੁਸੀਂ ਦੱਸੋ ਨਾਲ ਨਾਲ, ਆ ਦੱਸੋ ਇੱਥੇ ਡੈਲਟਾ y ਕਿੰਨਾ ਆਏਗਾ? ਦੱਸੋ 5 5 ਆਏਗਾ ਨਾ। ਇੱਥੇ ਡੈਲਟਾ y ਤੇ ਡੈਲਟਾ x ਦਾ ਚੇਂਜ ਬਦਲ ਗਿਆ ਨਾ ਉੱਪਰ ਨਾਲੋਂ। ਇਸ ਇੰਟਰਵਲ ਦੇ ਲਈ ਤਾਂ ਡੈਲਟਾ y ਬਾਈ ਡੈਲਟਾ x 3 ਆ ਰਿਹਾ ਸੀ, ਇੱਥੇ 5 ਆ ਗਿਆ ਨਾ। ਤੇ ਇੱਥੇ ਕਿੰਨਾ ਆਏਗਾ? ਇੱਥੇ ਵੀ 1, ਇੱਥੇ ਕਿੰਨਾ ਆਇਆ? 7 ਆ ਜਾਏਗਾ। ਤੇ ਉਸ ਤੋਂ ਬਾਅਦ ਤਾਂ ਫਿਰ ਹੋਰ 9 ਆਉਣ ਵਾਲਾ ਆ, 25 ਹੈ ਨਾ। ਤੇ ਜੇ ਮੈਂ ਡੈਲਟਾ x ਇਹਨੂੰ ਲੈ ਲਵਾਂ, ਪਹਿਲੇ ਨੂੰ ਤੇ ਚੌਥੇ ਨੂੰ, ਤੇ ਇੱਧਰ ਕਿੰਨਾ ਆਏਗਾ? 15 ਆਏਗਾ ਨਾ ਇੱਧਰ। ਫਿਰ यस सर। ਇੱਧਰ 3 ਆਏਗਾ, ਫਿਰ 5 ਆ ਜਾਏਗਾ ਆਂਸਰ। ਜੇ 2 ਤੇ 4 ਨੂੰ ਲੈ ਲੂੰਗਾ ਤਾਂ ਇੱਧਰ 2 ਆਏਗਾ, ਇੱਧਰ 12 ਬੜਾ ਉਹ 6 ਆ ਜਾਏਗਾ। ਆ ਕੀ ਹੋ ਰਿਹਾ? ਇਹ ਤਾਂ ਕੁਝ ਹੋਰ ਹੀ ਚੱਲ ਪਿਆ। ਇੱਥੇ ਤਾਂ ਤੁਹਾਨੂੰ ਪੈਟਰਨ ਸਮਝ ਆ ਰਿਹਾ ਸੀ, ਇੱਥੇ ਵੀ ਪੈਟਰਨ ਸਮਝ ਆ ਰਿਹਾ ਸੀ, ਇੱਥੇ ਤਾਂ ਕੋਈ ਪੈਟਰਨ ਨਹੀਂ ਹੈ ਨਾ। यस सर। क्यों नहीं है? इसलिए नहीं है क्योंकि इत्थे डेरिवेटिव थोड़ा कांस्टेंट नंबर नहीं आएगा, क्योंकि इत्थे x ਦੇ ਉੱਪਰ ਡਿਪੈਂਡ ਕਰਦਾ ਹੈ ਕਿ ਤੁਸੀਂ x ਕਿੱਥੇ ਲੈ ਆ ਕੇ ਡੈਲਟਾ x ਚੇਂਜ ਕਰ ਰਹੇ ਹੋ। ਵੀ 2 ਤੋਂ 3 ਕਰ ਰਹੇ ਹੋ ਜਾਂ 3 ਤੋਂ 4 ਜਾਂ 8 ਤੋਂ 9 ਜਾਂ 11 ਤੋਂ 12। ਇਟ ਡਿਪੈਂਡਸ ਔਨ x। ਯਾਨੀ ਰੇਟ ਆਫ ਚੇਂਜ ਜੋ ਹੈ ਉਹ ਸਮਟਾਈਮਸ ਫੰਕਸ਼ਨ ਦੇ ਇਸ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੱਥੇ ਰੇਟ ਆਫ ਚੇਂਜ ਚੈੱਕ ਕਰ ਰਹੇ ਹੋ। that location is important, that where you are calculating the rate of change। मैं एक एग्जांपल ना समझाना, ਜਿਹੜੀ ਪਹਿਲੀ ਐਗਜ਼ਾਮਪਲ ਲਈ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਉੱਥੇ ਪ੍ਰੋਬਲਮ ਕਿਉਂ ਨਹੀਂ ਆਈ ਤੇ ਇੱਥੇ ਕਿਉਂ ਆਈ। ਜਿਹੜੀ ਪਹਿਲੀ ਐਗਜ਼ਾਮਪਲ ਲਈ ਤੁਸੀਂ ਉਹ ਕਿਸੇ y 3x ਸੀ ਨਾ। यस सर। ਗ੍ਰਾਫ ਤੇ ਸਮਝੋ ਧਿਆਨ ਨਾਲ, ਇਹ ਹੈਗਾ x, ਇਹ ਹੈਗਾ y। y 3x ਹੈ, ਅਗਰ x ਦੀ ਵੈਲਿਊ 1 ਹੈ ਤਾਂ y ਦੀ ਵੈਲਿਊ ਕਿੰਨੀ ਹੈ? 3 ਹੈ ਨਾ। x ਦੀ ਵੈਲਿਊ 2 ਹੈ ਤਾਂ y ਦੀ ਵੈਲਿਊ ਕਿੰਨੀ ਹੈ? 6 है। x की वैल्यू 3 है, y की वैल्यू आएगी 9। So basically what is your function? Graph of function, graph of function is this, है ना? Straight line। Straight line। and इस दी straight line ਦੇ ਵਿੱਚ ਅਗਰ ਤੁਸੀਂ ਕਿਸੇ ਵੀ ਜਗ੍ਹਾ ਤੇ, ਜਿਵੇਂ ਕਿਸੇ ਵੀ ਜਗ੍ਹਾ ਮੰਨ ਲਓ ਆ ਲੋਕੇਸ਼ਨ ਤੇ ਚੈੱਕ ਕਰਨਾ ਚਾਹੁੰਦੇ ਹੋ, ਇਸ ਲੋਕੇਸ਼ਨ ਤੇ ਚੈੱਕ ਕਰਨਾ ਚਾਹੋਗੇ ਰੇਟ ਆਫ ਚੇਂਜ ਕਿਸੇ ਵੀ ਜਗ੍ਹਾ ਤੇ, ਮੰਨ ਲਓ आप कोई 2 पॉइंट ले लो, एक आ पॉइंट ले लो, एक आ पॉइंट ले लो, तो रेट ऑफ चेंज किस तरह चेक करोगे? तुम सोचो ना, इधर कोई पॉइंट है, मान लो एक पॉइंट है x, y, इतने जाते जाते x थोड़ा बदल गया थोड़ा, तो मान लो x प्लस डेल्टा x हो गया या x प्लस dx हो गया, तो y प्लस dy हो गया, है ना। तो ਤੁਹਾਡਾ ਆ ਨੰਬਰ ਸੋਚੋ ਕੀ ਹੋਏਗਾ? आई होएगा ना थोड़ा dy कि नहीं? dx and dy। हाँ dx होएगा, तो dy dx तो 3 गुना आएगा, तो जो भी इत्थे आएगा बिल्कुल सेम इत्थे भी आएगा कि नहीं? देखो यस यस सर। सर पूरी लाइन च जिथे मर्जी कोई 2 पॉइंट ले लो x सेम डिस्टेंस ते, तो ਤੁਹਾਡੇ को y ਦਾ भी बिल्कुल सेम ही डिस्टेंस आएगा कि नहीं? So rate of change here, here, here or anywhere on the line is always the same। That's why the derivative was constant over there, is the मतलब a ਸੀ। ਪਰ ਜਦੋਂ ਤੁਸੀਂ ਇੱਥੇ ਕਰਨ ਲੱਗੇ ਤਾਂ ਪੰਗੇ ਪੈ ਗਏ, ਜਦੋਂ ਤੁਸੀਂ y x ਕਰ ਰਹੇ ਸੀ। ਸੋਚੋ ਇਸ ਗੱਲ ਨੂੰ, ਸਿਰਫ ਸੋਚੋ, ਯਾਦ ਰੱਖਣਾ ਜਾਂ ਕੋਈ ਇਹਦੇ ਲਈ ਕੋਈ ਬਹੁਤ ਜ਼ਿਆਦਾ ਕੋਈ ਧੱਕਾ ਕਰਨਾ ਦਿਮਾਗ ਨਾਲ ਜ਼ਰੂਰੀ ਨਹੀਂ ਹੈ, ਸਮਝ ਲੈਣਾ ਜ਼ਰੂਰੀ ਹੈ, ਤਾਂ ਕਿ ਜਦੋਂ ਮੈਂ ਕੈਲਕੂਲਸ ਕਰਵਾਉਂਗਾ, ਸੌਰੀ ਕਾਈਨੈਮੈਟਿਕਸ, ਤੁਹਾਨੂੰ ਲੱਗੇ ਅੱਛਾ ਆ ਚੱਲ ਰਹੀ ਹੈ ਜੀ। ਹੁਣ y x ਦਾ ਗ੍ਰਾਫ ਬਣਾ ਕੇ ਦੇਖੋ ਕੀ ਹੈ। ਪਹਿਲਾ 0 ਤੇ 0 ਆਏਗਾ, 1 ਤੇ ਆंसर ਕੀ ਆਏਗਾ? 1, 2 ਤੇ ਕੀ ਆਏਗਾ? 4। So it is 1, 2, 3, 4, here it is, and फिर 3 ਤੇ ਕੀ ਆਏਗਾ? 1, 2, 3, 4, 5, 6, 7, 8, 9,
सो बेसिकली ਤੁਹਾਡਾ ਜੋ ਗ੍ਰਾਫ ਬਣ ਰਿਹਾ ਹੁਣ ਇਸ ਵਾਰ ਕਰਵ ਹੈ, ਇਟਸ ਨਾਟ ਅ ਸਟ੍ਰੇਟ ਲਾਈਨ ਨਾ। Yes, sir. ਇਸ ਤਰ੍ਹਾਂ ਐਂਡ ਇਸ ਤੋਂ ਬਾਅਦ ਤੁਹਾਨੂੰ ਪਤਾ ਕਿ ਅਗਲੇ ਇੱਕ ਦਾ ਵਧਾਉਣ ਦੇ ਨਾਲ ਹੀ ਉਹ ਐਂਡ ਸ਼ੂਟ ਕਰਨ ਵਾਲਾ ਹੈ ਉੱਪਰ ਨੂੰ 16 ਤੇ ਜਾਣ ਵਾਲਾ ਹੈ ਨਾ। Yes, sir. ਸੋ ਨਾਓ ਜੋ ਤੁਹਾਡਾ ਰੇਟ ਆਫ ਚੇਂਜ ਇੱਥੇ ਹੋਏਗਾ ਇਸ ਜਗ੍ਹਾ ਤੇ, ਛੋਟੀ ਜੀ ਜਗ੍ਹਾ ਤੇ ਇਸ ਤਰ੍ਹਾਂ ਰੇਟ ਆਫ ਚੇਂਜ ਹੈ ਨਾ, ਉਹ ਰੇਟ ਆਫ ਚੇਂਜ ਇੱਥੇ ਥੋੜੀ ਹੋਏਗਾ, ਇੱਥੇ ਅਲੱਗ ਹੋਏਗਾ ਕਿ ਨਹੀਂ? Yes, sir. Yes, sir. ਇੱਥੇ ਫਿਰ ਹੋਰ ਅਲੱਗ ਹੋਏਗਾ ਰੇਟ ਆਫ ਚੇਂਜ। ਸੋ ਰੇਟ ਆਫ ਚੇਂਜ ਤੁਹਾਡਾ ਜਿਹੜਾ ਹੈ ਉਹਦੇ ਨਾਲ ਰੇਟ ਆਫ ਚੇਂਜ ਦੇ ਨਾਲ ਹੀ ਰਿਲੇਟਡ ਹੈ ਡੈਰੀਵੇਟਿਵ, ਜਿਸ ਨੂੰ ਬੋਲਦੇ ਆ dy/dx। ਇਸ ਗੱਲ ਨੂੰ ਪਹਿਲਾਂ ਇੰਨਾ ਸਮਝੋ। ਤੇ ਹੁਣ ਮੈਂ ਬਿਨਾਂ ਕਿਸੇ ਗ੍ਰਾਫ ਬਣਾਏ ਇਸ ਤਰ੍ਹਾਂ ਦਾ ਕੋਈ ਰਫਲੀ ਕੁਝ ਲਿਖੇ, ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਆਈਡੀਆ ਦੇ ਦਿੰਦਾ ਇੱਥੇ ਬੇਸਿਕਲੀ ਵਾਟ ਡੂ ਵੀ ਮੀਨ ਬਾय डेरिवेटिव। क्योंकि कोई भी ग्राफ जो होएगा जरूरी था नहीं है कि स्ट्रेट लाइन होएगा, हमेशा कुछ भी हो सकता है। तो ग्राफ मान लो इस तरह है, देखो इस तरह जाके इस तरह आके फिर इस तरह फिर इस तरह। हुण तुसीं सोच के देखो हर जगह ते अलग अलग आ रहा। इस जगह ते अगर तुसीं x ले लेंदे हो, कुछ बहुत थोड़ा जिहा चेंज करते हो, बहुत थोड़ा, इस तो भी बहुत थोड़ा है, मैं तो तुहानूं दिखा ही ना रहा, तो तुहाडा जिहड़ा रेट ऑफ चेंज है वो तुहाडा आ देखो इन्ना कि y चेंज होएगा ना इन्ने dx ਲਈ, समझ लग रही है? पर यही वाला x अगर तुसीं इत्थे ले लेंदे हो, सोचो इस जगह ते इस x ਦੇ ਕੋਰਸਪੋਂਡਿੰਗਲੀ अगर तुसीं x ਵਿੱਚ dx थोड़ा जिहा भी चेंज लेके आंदे हो, उन्ना ही देखो इन्ना ही जिन्ना इत्थे सी उन्ना ही नहीं। सी नजर आ रहा है कुछ की होया? Yes, sir. थोड़ा बहुत y काफी ज्यादा तेजी नाल बदलिया ना। Yes, Yes, sir. अगर तुसी ओही x इत्थे ले लेंदे हो इस जगह ते तुसी इस ते अगे फिर उन्ना ही चेंज लेके आंदे हो x विच, तो y दा चेंज कितना है देखो सर 0। Zero, sir. 0। यस, ਇਹਦਾ मतलब अगर फंक्शन विच बदलाव ही नहीं आ रहा, y उस x ने उस थोड़े चेंज करके बदल नहीं रहा था, तो डेरिवेटिव 0 भी आ रहा। इस तरह कई जगह होएगा डेरिवेटिव 0 आ जाया करेगा, डेरिवेटिव की कोई और वैल्यू आ जाया करेगी, कुछ और आ जाया करेगी। इट मींस दैट डिपेंड्स दैट वेयर आर यू टेकिंग दैट x ना, this or this, it depends on the this x। that's why we see we write that y is a function of x, then derivative जो है dy/dx वो भी function of x ਹੁੰਦਾ f dash x बोल ਦਿੰਦੇ ਆ, इसीलिए ਤਾਂ बोल ਦਿੰਦੇ ਆ। ਕੀ ਪਤਾ ਉਹ x ਤੇ ਡਿਪੈਂਡ ਕਰਦਾ ਹੋਵੇ, ਕੀ ਪਤਾ ਕਿਸੇ ਜਗ੍ਹਾ ਬਦਲਾਅ ਬਹੁਤ ਤੇਜ਼ ਤੇ ਕਿਸੇ ਜਗ੍ਹਾ ਬਦਲਾਅ ਬਹੁਤ ਸਲੋ ਆ ਰਿਹਾ ਹੋਵੇ। ਜਿਵੇਂ ਕੋਵਿਡ ਦੀ ਅੱਜ ਕੱਲ ਆਂਦੀ ਹੈ ਨਾ ਕਿ ਕਰਵ ਨੀਚੇ ਆ ਰਹੀ ਹੈ ਜੀ, ਉੱਪਰ ਚੱਲ ਰਹੀ ਹੈ ਜੀ, ਕਰਦੇ ਹੋ ਨਾ? यस सर। ਉਹਦੇ ਚ ਇੱਥੇ ਟਾਈਮ ਹੁੰਦਾ day 1 day 2 day 3 ਜਾਂ 3 ਮੇ 4 ਮੇ 5 ਮੇ 6 ਮੇ, ਤੇ ਉੱਥੇ ਵੀ ਕਰਵ ਦਿਖਾਉਂਦੇ ਆ ਦੇਖੋ ਜੀ ਇਸ ਤਰ੍ਹਾਂ ਆਈ ਤੇ ਐਨ ਚੜ ਗਈ ਫਿਰ ਨੀਚੇ ਆਈ, ਇਹ ਹੈਗੀ ਜੀ ਪੀਕ। ਮਤਲਬ ਪੀਕ ਤੋਂ ਜੋ ਨੀਚੇ ਆ ਰਹੀ ਸੀ ਤਾਂ ਰੇਟ ਆਫ ਚੇਂਜ ਨੈਗੇਟਿਵ ਸੀ, ਇੱਥੇ ਰੇਟ ਆਫ ਚੇਂਜ ਪੋਜ਼ਿਟਿਵ ਸੀ, ਤੇ ਸਭ ਤੋਂ ਟੌਪ ਤੇ ਜਾ ਕੇ ਰੇਟ ਆਫ ਚੇਂਜ ਲਗਭਗ 0 ਸੀ। ਸਮਝ ਲੱਗੀ ਮੇਰੀ ਗੱਲ? Yes, sir. Yes, sir. ਹੁਣ ਮੈਂ ਇਸ ਨੂੰ ਮੈਥਮੈਟਿਕਲੀ ਫਾਰਮੂਲੇਟ ਕਰ ਸਕਦਾ ਹਾਂ, ਤੁਹਾਨੂੰ ਸਮਝਾ ਸਕਦਾ ਹਾਂ, ਕਿਉਂਕਿ ਹੁਣ ਤੁਹਾਡੇ ਨਾਲ ਗੱਲ ਜਿਹੜੀ ਮੇਨ ਸੀ ਉਹ ਹੋ ਗਈ ਹੈ। ਸੋ ਐਂਡ ਇਟ ਹੈਜ਼ ਨਥਿੰਗ ਟੂ ਡੂ ਵਿਦ ਦਿਸ ਡੈਲਟਾਸ ਦਾ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ। ਆਪਾਂ ਜਦੋਂ ਆ ਗੱਲ ਕਰ ਰਹੇ ਹਾਂ ਤਾਂ ਅਸੀਂ ਉਸ ਪਾਰਟਿਕੂਲਰ ਜਗ੍ਹਾ ਤੇ ਡੈਰੀਵੇਟਿਵ ਪਤਾ ਕਰ ਰਹੇ ਹਾਂ, ਉਸ x ਦੀ ਵੈਲਿਊ ਤੇ ਪਤਾ ਕਰ ਰਹੇ ਹਾਂ। ਕੁਝ ਇਹਦੇ ਫਾਰਮੂਲੇ ਦੱਸੂਗਾ ਤੁਹਾਨੂੰ ਮੈਂ, ਬਸ ਉਹ ਫਾਰਮੂਲੇ ਐਸਾ ਯੂਜ਼ ਕਰਾਂਗੇ ਮਤਲਬ ਸਮਝ ਕੇ। ਸੋ ਨਾਓ ਲੈਟਸ ਇਹ ਜਨਰਲ ਗੱਲ ਮੈਂ ਕਰ ਲੈਣਾ ਇੱਕ ਵਾਰ ਕੰਪਲੀਟ, क्योंकि ਤੁਹਾਨੂੰ स्ट्रेट लाइन मैं करवा चुका सी, इसीलिए मैंने ਉਹਦਾ फायदा होएगा कि मैं ਤੁਹਾਨੂੰ ਹੁਣੇ ਗੱਲ ਸਮਝਾ ਪਾऊंगा कि मान लो कोई भी फंक्शन है, उस फंक्शन का कोई ग्राफ है, एंड ग्राफ मान लो इस तरह का है, किसी भी जगह पे इस तरह कुछ भी हो सकता है, ਤੇ मान लो किसी भी जगह पे आप रेट ऑफ चेंज पता करना है, ਤੁਹਾਨੂੰ पता है स्ट्रेट लाइन ਦੇ ਲਈ ਤਾਂ हर जगह रेट ऑफ चेंज सेम ही होएगा, एंड दैट इज बेसिकली इट्स स्लोप। वो भी मैं नाल बना देना, स्लोप तो मैं करवा चुका हूं। सो अगर तुहाडी कोई भी स्ट्रेट लाइन होएगी ग्राफ, चाहे जरूर नहीं इत्थों ही होए, आ स्ट्रेट लाइन है, जरूर नहीं इत्थों ही होए, एक कितों भी हो सकती है, इट कैन बी एनी स्ट्रेट लाइन लाइक दिस। अगर मैं इस दे विच
किसी भी जगह कोई भी x कोई 2 पॉइंट ले लेना, मान लो आ पॉइंट ले लो, एक आ पॉइंट, ते तुहानू पता कोई भी 2 पॉइंट लेके स्लोप फॉर्म सेम बनती है ना अपनी, पॉइंट जिहड़े मर्जी 2 ले ली। इस पहले वाले पॉइंट का नाम दिने असी x1, y1, दूसरे वाले पॉइंट का नाम दिने x2, y2। तुसी मैनूं ये दसो बस कि जे मैं इस तरह एक लाइन ड्रॉ कर लवां शेड करके, आ वाला जिहड़ा एंगल है यही तो होंदा ना इंक्लिनेशन ऑफ द लाइन। Yes, sir. ते अगर मैं इस तरह करके ड्रॉ करके इस तरह दी एक ट्रायंगल जी अज्यूम करा, तो इस ट्रायंगल दी जिहड़ी हाइट है ये y2 - y1 आंदी है, तो पता है ना हुण। Yes, sir. Yes, sir. तो बेसिकली स्लोप की आंदी है, फिर इत्थे आई आंदी है ना। ते tan थीटा, अगर मैं इस पॉइंट नु काफी क्लोज लेके आऊंगा, x2 y2 नु काफी क्लोज लेके आऊंगा, इत्थे लेके आऊंगा, तां भी तुहाडा थीटा सेम रहेगा कि नहीं दसो। Yes, sir. Yes, sir. अगर मैं होर क्लोज लेके आऊंगा तां भी थीटा सेम रहेगा कि नहीं दसो। Yes, sir. यानी अगर तुहाडा डेल्टा x गोज टू 0 हो जाएगा, इतना छोटा हो जाएगा कि ये dx बन जाएगा, ते ऊपर वाला भी ऑब्वियसली फिर dy बन जाएगा, देन भी यही आएगा ना। Yes, sir. ये तो लाइन दी स्लोप ही है ना, यस इसलिए लाइन दी स्लोप ही डेरिवेटिव बनती है अगर स्ट्रेट लाइन ग्राफ होगी। क्लियर? Yes, sir. इसलिए इथे डेरिवेटिव 3 आ रहा है, क्योंकि 3 का स्लोप देखो, स्लोप फॉर्म याद है, स्लोप इज 2। Yes, sir. तो पर अगर इस तरह दी कर्व होए, देन देयर इज अ प्रॉब्लम। देन तुसी इस तरह नहीं कर सकते कि मान लो कोई 2 पॉइंट लो, एक पॉइंट इत्थे ले लो, एक पॉइंट इत्थे ले लो। हुण आ पॉइंट जो है इट इज लेट x1, y1, नाउ दे आर नॉट प्रेजेंट ऑन द लाइन, स्ट्रेट लाइन, दे आर प्रेजेंट ऑन अ कर्व, एंड द रेट ऑफ चेंज कुछ भी हो सकता है। इवन y = x² भी लगभग इस तरह का ग्राफ बन रहा है सी, मैं थोड़ा चौड़ा बनाया हूं इस बार। Yes, sir. अगर इत्थे तुसी रेट ऑफ चेंज कर दे, चेंज इन y, चेंज इन x, तब बेसिकली ਤੁਹਾਡਾ बनना सी ना, आ बनना सी, देखो ट्रायंगल इस तरह बनना सी, Yes, sir. ये आना सी ਤੁਹਾਡਾ ਫਿਰ ਤਾਂ। देन ਉਹ ਤੁਹਾਡਾ ਜਿਹੜਾ ਥੀਟਾ ਆਣਾ ਸੀ ਉਹ ਆ ਆਣਾ ਸੀ, ਇਟ ਹੈਜ਼ ਨਥਿੰਗ ਟੂ ਡੂ ਵਿਦ ਦ ਕਰਵ ਐਟ दैट पॉइंट ना। ਫਿਰ ਤਾਂ ਇਹ ਆਣਾ ਸੀ y2 - y1, ਇੱਕ ਕਰਵ ਦੇ ਉੱਪਰ ਤਾਂ ਰਿਹਾ ਹੀ ਨਹੀਂ ਤੁਹਾਡਾ, ਹਨਾ। Yes, sir. ਫਿਰ ਇਸ ਨੂੰ ਹੁਣ ਦੇਖੋ ਬਹੁਤ ਧਿਆਨ ਨਾਲ ਸਮਝਣਾ। ਹੁਣ ਇੱਥੇ ਬਹੁਤ ਵਧੀਆ ਤਰ੍ਹਾਂ ਦਿਮਾਗ ਲਾਇਓ ਕਿ ਜੇ ਮੈਨੂੰ ਆਹ ਪੁਆਇੰਟ ਜਿਹੜਾ ਹੈ ਨਾ, ਆਹ ਪੁਆਇੰਟ ਨੂੰ P ਕਹਿ ਦਿਓ, ਆਹ ਪੁਆਇੰਟ ਨੂੰ Q ਕਹਿ ਦਿਓ। ਅਗਰ ਮੈਂ Q ਨੂੰ ਨੇੜੇ ਲੈ ਕੇ ਆ ਗਿਆ ਇੱਥੇ, ਤਾਂ ਇੱਥੇ ਆ ਕੇ Q ਡੈਸ਼ ਕਹਿ ਦਿਓ ਉਹਨੂੰ, ਤਾਂ ਤੁਹਾਡੀ ਇਹੀ ਟ੍ਰਾਇੰਗਲ ਕਿਵੇਂ ਬਣੇਗੀ? ਫਿਰ ਐ ਬਣੇਗੀ Yes, sir. like this will be the change in y, now this will be change in x, है ना। ਇੱਥੇ ਤੱਕ change in x, clear? Yes, sir. एंड अगर इसनू मैं थोड़ा जिहा होर नेड़े ले आवां, थोड़ा मोटी बना देनी लाइन, ਤੁਹਾਨੂੰ ਗੱਲ ਤਾਂ ਸਮਝ ਆਈ ਜਾਏਗੀ, इस जगह ਤੇ ਲੈ ਆਵਾਂ, ਤਾਂ ਤੁਹਾਡੀ ਜਿਹੜੀ ਬਣੇਗੀ ट्रायंगल ਉਹ ਆ ਬਣੇਗੀ। Yes, sir. Yes, sir. यस सर एंड अगर मैं ये प्रोसेस करदा ही रहा, आ ਜਿਹੜਾ dx बेसिकली मैं dx ਘਟਾ ਰਿਹਾ, ਦੇਖੋ ਪਹਿਲਾਂ ਇਹਨਾਂ dx ਸੀਗਾ, ਹੁਣ ਇਹਨਾਂ dx ਹੋ ਗਿਆ, ਹਨਾ, ਹੁਣ ਇਹਨਾਂ dx ਹੋ ਗਿਆ। ਐ ਕਰਦੇ 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 ਜਦੋਂ ਆ ਪੁਆਇੰਟ ਕਾਫੀ ਨੇੜੇ ਆਏਗਾ, ਦੈਨ ਬੇਸਿਕਲੀ ਜਿਹੜੀ ਆਹ ਵਾਲੀ ਲਾਈਨ ਹੈ ਨਾ, ਆਹ ਵਾਲੀ ਲਾਈਨ ਹਨਾ, ਇਹ ਬੇਸਿਕਲੀ ਕੀ ਬਣ ਜਾਏਗੀ? ਇਹ ਟੈਂਜੈਂਟ ਬਣ ਜਾਏਗੀ ਕਿ ਨਹੀਂ? Yes, sir. सोचो सारे जने कि ये इस पॉइंट दे ऊपर टेंजेंट बन जाएगी कि नहीं? फिर Yes, sir. अगर x पॉइंट नेड़े आंदा रहेगा तो बेसिकली इत्थे फिर जेड़ा ये आएगा ਤੁਹਾਡਾ dy by dx, ये आएगा at that point, at केड़े point p के क्या p, P. and this dy by dx will give you the slope of tangent, not the slope of curve। slope of curve नहीं हो सकती, slope तो लाइन दी हुंदी है, लाइन दे के slope of line आ गई सी, ग्राफ दी आ गई, पर इत्थे ग्राफ अपना टेढ़ा मेढ़ा सी, कर्व सी, ਤਾਂ ਸਾਡੇ ਕੋਲ ਸਾਨੂੰ ਇਸ ਗੱਲ ਨੂੰ ਇਸ ਤਰ੍ਹਾਂ ਸੋਚਣਾ ਪਿਆ। क्लियर है? Yes, sir. Yes, sir. so basically Sir, derivative टेंजेंट वाला दोबारा दस दो। मैं ये कह रहा देखो आ वाला क्यू पॉइंट जो नेड़े नेड़े आंदा रहेगा, तो बेसिकली ਜਿਹੜੀ ਆ ਹਾਈਪੋਟੇन्यूज है, देखो ਤੁਸੀਂ ਹਾਈਪੋਟੇन्यूज ਵੱਲ ਨਜ਼ਰ ਮਾਰੋ, ਇੱਧਰ ਦੇਖੋ, ਪਹਿਲਾਂ ਤੁਹਾਡਾ ਹਾਈਪੋਟੇन्यूज ਜਿਹੜਾ ਸੀਗਾ ਇੱਥੇ ਆ ਬਣ ਰਿਹਾ ਸੀ, ਹਨਾ, आई बनेगा ना। अगर क्यू पॉइंट नेड़े आएगा फिर आ बनेगा ना, फिर आ बनेगा, आ देखो नीचे ले आ रहा है मैं, आ बन रहा है, फिर आ बन रहा है, ਇਹਦੇ ਉੱਪਰ ਹੀ है,
आ बन रहा है, आ बन रहा है, करते करते जो बिल्कुल एक्स नेड़े आएगा तो फिर बिल्कुल ए ऊपर आ जाएगा कि नहीं, देखो बन गया, पता लगी गल। यस सो बेसिकली जो dx यानी अगर डेल्टा x ਨੂੰ dx बदलना इन्ना सौखा काम नहीं होता, डेल्टा x ਦੀ जगह ਤੇ dx लिख देना, ਇਹ ਲਿਖ ਤਾਂ ਸਕਦੇ ਆ ਅਗਰ ਆਪਾਂ ਉਹਨੂੰ ਅਪਰੋਚਸ ਟੂ 0 ਕਰਦੇ ਹਾਂ ਤੇ ਉਹ ਫਿਰ ਇਸ ਪੁਆਇੰਟ ਦਾ ਰੇਟ ਆਫ ਚੇਂਜ ਆਏਗਾ, this derivative belongs to this point, not to this point, not to these points, this derivative, because delta x अगर goes to 0 हो गया, x2 minus x1 goes to 0 हो गया था, इस पॉइंट ਦੇ ਕੋਲ ਲੈ ਕੇ ਆਏ ਨਾ ਸਾਰਾ ਕੁਝ ਤੁਸੀਂ। yes sir, ਤਾਂ ਡੈਰੀਵੇਟਿਵ ਇਸ ਪੁਆਇੰਟ ਨੂੰ ਬਿਲੋਂਗ ਕਰਦਾ ਹੈ। ਸੋ ਇਹ ਸੀਗੀ ਤੁਹਾਡੀ ਇਹਦੀ ਜਿਹੜੀ ਬੇਸਿਕ ਮੀਨਿੰਗ ਆਫ ਦਾ ਡੈਰੀਵੇਟਿਵ। ਤੇ ਤੁਸੀਂ ਚਾਹੋ ਤਾਂ ਹੁਣ ਇਹਨੂੰ ਹੁਣ ਲਿਖ ਸਕਦੇ ਆ ਆਪਾਂ tan theta equal to y2 minus y1 over x2 minus x1 ਕਰਦੇ ਕਿਸੇ ਪੁਆਇੰਟ ਦੇ ਉੱਪਰ, ਇਹਨੂੰ ਅਸੀਂ ਲਿਖ ਦਿੰਨੇ ਆ delta y by delta x, but if delta x approaches to 0 ਇਹਨੂੰ ਇਹ ਲਿਖ ਦਿੰਨੇ ਆਪਾਂ, then ਕੀ ਬਣ ਜਾਏਗਾ, ਉਹੀ tan theta ਉਹ ਬਣ ਜਾਏਗਾ ਫਿਰ dy by dx, and that will give you the rate of change of y with respect to x। clear ਹੈ ਗੱਲ? yes sir, ਸੋ ਅਸੀਂ ਇਹੀ ਚੀਜ਼ਾਂ ਨੂੰ ਦੇਖਦੇ ਹਾਂ ਕਿ ਉਹ ਚੇਂजेस ਕਿਵੇਂ ਆ ਰਹੇ ਨੇ, ਤੇ ਇਹਦਾ ਆਪਣੇ ਕੋਲ ਹੁਣ ਫਾਰਮੂਲੇਸ਼ਨ ਆਪਾਂ ਲਿਖਦੇ ਹਾਂ। ਸੋ ਇੰਪੋਰਟੈਂਟ ਫਾਰਮੂਲੇ ਜਿਹੜੇ ਨੇ, ਜਿਹੜੇ ਆਪਣੇ ਕੋਲ ਇਹਨਾਂ ਦੇ ਪ੍ਰੂਫਸ ਵੀ ਹੈਗੇ ਨੇ, ਪਰ ਪ੍ਰੂਫਸ ਤੁਹਾਨੂੰ ਥੋੜੀ ਦੇਰ ਬੈਠੂਗਾ ਮੈਂ ਨਾ, ਪ੍ਰੂਫਸ ਦੀ ਲੋੜ ਆਪਾਂ ਨੂੰ ਨਹੀਂ ਪੈਣੀ, ਮੈਥਸ ਵਾਲੇ ਕਰਨਗੇ +2 ਵਿੱਚ ਜਾ ਕੇ ਵੀ ਬਾय ਫਸਟ ਪ੍ਰਿੰਸੀਪਲ। ਆਪਾਂ ਕੀ ਕਰਾਂਗੇ, ਆਪਾਂ ਫਾਰਮੂਲੇ ਕਰਦੇ ਹਾਂ। ਸਭ ਤੋਂ ਪਹਿਲਾ ਫਾਰਮੂਲਾ ਬਹੁਤ ਆਸਾਨ ਤੇ ਬਾਰ-ਬਾਰ ਯੂਜ਼ ਹੋਣ ਵਾਲਾ, that ਅਗਰ y ਤੁਹਾਡਾ x ਦੀ ਕੋਈ ਵੀ ਪਾਵਰ n ਹੈ, ਮੰਨ ਲਓ any power n, then ਤੁਹਾਡਾ ਡੈਰੀਵੇਟਿਵ ਕੀ ਹੋਏਗਾ, n ਅੱਗੇ ਆ ਜਾਏਗਾ and x ਦੀ ਪਾਵਰ ਕੀ ਹੋ ਜਾਏਗੀ n-1। ਇਸ ਗੱਲ ਨੂੰ ਭੁੱਲਿਓ ਨਾ, ਯਾਦ ਰੱਖਿਓ। ਕਲੀਅਰ ਹੈ ਗੱਲ? yes sir, ਅਗਰ n ਪਾਵਰ ਹੋਏਗੀ ਤਾਂ n ਅੱਗੇ ਆ ਜਾਏਗੀ ਪਾਵਰ, and x ਦੀ ਪਾਵਰ ਇੱਕ ਘੱਟ ਰਿਡਿਊਸ ਹੋ ਜਾਏਗੀ। ਫॉर एग्जांपल अगर y ਤੁਹਾਡਾ ਹੈ ਮੰਨ ਲਓ x ਦੀ ਪਾਵਰ 2, then ਤੁਹਾਡਾ ਡੈਰੀਵੇਟਿਵ ਕੀ ਆਏਗਾ, dy by dx, yes 2x, and अगर ਤੁਹਾਡਾ y ਹੈ x ਦੀ ਪਾਵਰ 5, 5x4, yes 5. 5x raised to power 4, 4, and so on, you can try this for all the powers, जो मर्जी पावर्स हों। अच्छा अगर y is equal to root x आ गया, half वन बाई टू हाफ x की पावर हाफ माइनस 1 होएगा ना, तो बेसिकली हाफ आ बनेगा 1/2 हो जाएगा। yes yes sir, sir, अच्छा अगर y 1/x हो जाता है, देखो बड़ा बड़ा ही इंपॉर्टेंट फार्मूला है, हर जगह यूज हो जाता है अपने आप, x की पावर -1 हो जाएगी, yes sir, तो -1 आगे आ जाएगा, ਤੇ ਪਾਵਰ ਜਿਹੜੀ ਹੈ ਉਹਦੇ ਵਿੱਚ ਇੱਕ ਰਿਡਿਊਸ ਹੋ ਜਾਏਗਾ, ਇਟ ਵਿਲ ਬੀ -1/x² नीचे आ जाएगी। बेसिक फॉर्मूला ऊपर वाला ही है, ये जस्ट एग्जांपल्स ने, हो जाएगा। yes Yes. sir, yes And sir, अगर कोई कांस्टेंट हो जाए, दूसरी बड़ी इंपॉर्टेंट गल, अगर y इक्वल टू कांस्टेंट आ गया, कोई भी नंबर आ गया कांस्टेंट, कांस्टेंट नंबर बदलता है कभी x के नाल, no sir, डेरिवेटिव No, हमेशा sir. क्या आएगा, 0 0 आएगा हमेशा। वैसे भी अगर कोई y कांस्टेंट हो गया तो उसका ग्राफ ਤੁਹਾਨੂੰ पता ना कितना बनेगा फिर, अगर y कांस्टेंट हो गया तो i ग्राफ बनता है ना फिर, yes sir, yes sir, ਇਹਦੀ स्लोप ਕੀ ਆਂਦੀ ਸੋਚੋ, 0, 0 आंदी है इसलिए, ठीक है। yes sir, तो अगर y इक्वल टू 2 है तो भी डेरिवेटिव 0 है, y इक्वल टू पाई है तो भी डेरिवेटिव 0 है, मतलब व्हाटएवर इफ इट इज कांस्टेंट देन अगर x है ही नहीं ਉਹਦੇ ਵਿੱਚ ਤਾਂ ਆਬਵੀਅਸਲੀ ਆਪਾਂ ਕਹਾਂਗੇ ਕਿ ਉਹਦਾ ਡੈਰੀਵੇਟਿਵ 0 ਹੈ। ਸੋ ਪਾਵਰ ਫਾਰਮੂਲਾ ਪਤਾ ਲੱਗ ਗਿਆ ਸਭ ਨੂੰ? yes sir, ਸੋ ਇਸ ਤਰ੍ਹਾਂ ਆਪਣੇ ਕੋਲ ਤੀਸਰਾ ਫਾਰਮੂਲਾ ਹੈਗਾ, ਮੰਨ ਲਓ y ਅਗਰ ਆਏ ਤੁਹਾਡਾ e raised to power x, e ਉਹੀ ਵਾਲਾ ਨੰਬਰ ਜਿਹਦਾ ਇਹ ਜੀ ਇਹਦਾ ਹੀ ਤਾਂ ਉਲਟਾ ਹੁੰਦਾ ਨੈਚੁਰਲ ਲੌਗ ਨਾ, ਪਛਾਣ ਲਿਆ ਨਾ? yes ਤੇ ਇਹਦਾ ਬੜਾ ਸੌਖਾ ਹੈ, ਇਹਦਾ ਡੈਰੀਵੇਟਿਵ ਕਰੋਗੇ
dy by dx is equal to e raised पर x, बस मतलब कि सेम ही रह गया, कुछ बदले ही नहीं, ठीक है। Yes, sir. मतलब फंक्शन सेम रह गया, मतलब जितनी वैल्यू x ਦੀ ਹੁੰਦੀ ਹੈ ਉਨਾ ਹੀ ਰੇਟ ਆਫ ਚੇਂਜ ਹੁੰਦਾ ਹੈ, ਸਮਝੋ x ਵੱਧਦਾ ਜਾਂਦਾ ਹੈ, ਇਹ ਵੀ ਇਹਦਾ ਰੇਟ ਆਫ ਚੇਂਜ ਵੀ ਵੱਧਦਾ ਜਾਂਦਾ, ਸਮਝੋ ਉਸ ਤਰ੍ਹਾਂ। चौथा, अगर y ਤੁਹਾਡਾ ਹੋਵੇ ਕੋਈ ਵੀ ਨੰਬਰ a raised पर x where a is any number, कोई भी नंबर ले लो अपना ना, जरूर नहीं ग्रेटर देन 0 ही, हाफ सॉरी हाँ वही आ जाएगा, a नंबर ले लो कोई भी a ग्रेटर देन 0, ਤਾਂ ਇਹਦੇ ਵਿੱਚ ਇਹਦਾ ਡੈਰੀਵੇਟਿਵ ਕੀ ਆਏਗਾ, ਦੇਖੋ ਸੇਮ ਉਹੀ ਰਹੇਗਾ ਜਿਵੇਂ ਉੱਪਰਲਾ ਰਿਹਾ, ਪਰ ਨਾਲ ਇਹਦੇ log a ਆ ਜਾਂਦਾ ਹੈ ਬਸ, ਠੀਕ ਹੈ, ਨਾਲ log a ਮਲਟੀਪਲਾਈ ਹੋ ਜਾਂਦਾ ਹੈ ਜਦੋਂ ਵੀ ਆਪਾਂ ਇਹਦਾ ਡੈਰੀਵੇਟਿਵ ਕਰਦੇ ਹਾਂ। ਹਾਲਾਂਕਿ ਇਹਦੀ ਲੋੜ ਆਪਾਂ ਨੂੰ ਘੱਟ ਪੈਣ ਲੱਗੀ ਇਹਨਾਂ ਦੋਨਾਂ ਦੀ, ਪਾਵਰ ਫਾਰਮੂਲਾ ਜ਼ਿਆਦਾ ਲੋੜ ਪਏਗੀ ਕਾਇਨੈਮੈਟਿਕਸ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਹੈ log x, ਅਗਰ y ਤੁਹਾਡਾ ਹੋਵੇ log x ਤਾਂ ਉਹਦਾ ਡੈਰੀਵੇਟਿਵ ਕੀ ਹੋਏਗਾ, ਹਮੇਸ਼ਾ 1/x, ਯਾਦ ਰੱਖਣਾ ਹੈ, ਠੀਕ ਹੈ ਜੀ ਗੱਲ। Yes, sir. ਹੁਣ ਇਹਦਾ ਤਾਂ ਕੋਈ ਫਾਰਮੂਲੇ ਸਿੱਧੇ ਸਿੱਧੇ ਤੁਹਾਨੂੰ ਯਾਦ ਹੀ ਰੱਖਣੇ ਪੈਣੇ, ਇਹਦੇ ਵਿੱਚ ਤਾਂ ਆਪਾਂ ਕੁਝ ਨਹੀਂ ਕਰ ਸਕਦੇ, ਠੀਕ ਹੈ, log to base e ਕਹਿ ਲਓ ਤੇ। ਹਾਂਜੀ ਜਸ਼ਨਜੋਤ ਸਰ ਸੈਕਿੰਡ ਫਾਰਮੂਲਾ ਕਿਹੜਾ ਸੀ ਸਰ? ਆ ਵਾਲਾ a raised by x ਵਾਲਾ, ਸਰ y equal to constant वाला sir। तो कांस्टेंट वाला सी होता, समझो कांस्टेंट वाला वैसे ना वो पहले वाले जी आया था, कांस्टेंट है डेरिवेटिव 0 बस। पहला है पावर फार्मूला, ਜਿਹਦੇ ਚ ਕਿ ਆਪਾਂ ਪਾਵਰਸ ਪੋਜ਼ਿਟਿਵ ਵੀ ਹੋ ਸਕਦੀਆਂ, ਪਾਵਰ ਇਸ ਤਰ੍ਹਾਂ ਦੀ ਨੈਗੇਟਿਵ ਵੀ ਹੋ ਸਕਦੀਆਂ, ਪਾਵਰ ਰੂਟ ਵਿੱਚ ਵੀ ਹੋ ਸਕਦੀਆਂ, ਕੁਝ ਵੀ ਹੋ ਸਕਦੀਆਂ, ਬਸ ਆਪਾਂ ਦਿਖਾਇਆ ਸੀ ਫਾਰਮੂਲਾ ਆ ਯਾਦ ਰੱਖਣਾ, ਦਾ ਆਇਆ ਫਾਰਮੂਲਾ ਤਾਂ। ਤੇ ਅਗਰ ਇਸ ਤਰ੍ਹਾਂ ਦਾ ਹੋਵੇ ਕਾਂਸਟੈਂਟ ਦਾ ਡੈਰੀਵੇਟਿਵ 0 ਹੈ, ਅਗਰ e raised पर x ਹੋਵੇ ਤਾਂ ਸੇਮ ਹੀ ਰਹਿ ਜਾਏਗਾ, a raised पर x ਹੋਵੇ ਤਾਂ ਆ ਜਾਂਦਾ a raised per x log a ਨਾਲ ਲੱਗੇ, ਨਹੀਂ ਸੇਮ ਹੀ ਰਹਿੰਦਾ, ਇਹ ਵੀ ਪਰ ਨਾਲ log a ਲੱਗੇ, log x ਹੋਵੇ ਤਾਂ ਡੈਰੀਵੇਟਿਵ 1/x ਹੁੰਦਾ। ਇਸ ਤਰ੍ਹਾਂ ਹੀ ਫਿਰ ਟ੍ਰਿਗਨੋਮੈਟਰੀ ਵਾਲੇ 6th ਫਾਰਮੂਲਾ ਦੇਖੋ, 6th ਵਿੱਚ ਸਾਰੇ ਲਿਖ ਦਿੰਦੇ ਆਪਾਂ, अगर sin x होवे ਤਾਂ ਡੈਰੀਵੇਟਿਵ ਕੀ ਆਏਗਾ, cos x। ਇਹਦਾ ਟ੍ਰਿਗਨੋਮੈਟ੍ਰਿਕ ਜਿਹੜੇ ਰੇਸ਼ੀਓਜ਼ ਵਿੱਚ ਕਨਵਰਸ਼ਨ ਕਰਾਇਆ ਸੀ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਹ ਬਿਲਕੁਲ ਅਲੱਗ ਪ੍ਰੋਸੀਜਰ ਹੈ, ਇਹਦੇ ਪ੍ਰੋਸੀਜਰ 'ਚ ਤੁਸੀਂ ਨਹੀਂ ਜਾਣਾ, ਸਿਰਫ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ sin x ਦਾ ਡੈਰੀਵੇਟਿਵ ਹੁੰਦਾ ਹੈ cos x, cos x ਦਾ ਡੈਰੀਵੇਟਿਵ ਹੁੰਦਾ ਹੈ -sin x, ਤੇ tan x ਦਾ ਡੈਰੀਵੇਟਿਵ ਹੁੰਦਾ ਹੈ cot x। नो चलो अंदाजा ਤੁਸੀਂ ਲਗਾਣੇ ਉਸ ਤਰ੍ਹਾਂ ਕੇ ਉੱਪਰ ਵਾਲੀ ਦੇਖ ਕੇ secant square x, ਤਾਂ ਤਾਂ ਇਹ ਕਹਿ ਰਿਹਾ ਡੈਰੀਵੇਟਿਵ ਬਿਲਕੁਲ ਅਲੱਗ ਚੀਜ਼ ਹੈ। ਸੋ ਆ sin cos tan ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਇਹਦੇ ਨਾਲ ਤੁਹਾਡਾ ਸਰ ਜਾਂਦਾ ਹੈ ਫਿਜ਼ਿਕਸ 'ਚ, ਪਰ ਤੁਹਾਨੂੰ ਮੈਂ ਬਾਕੀ ਦੱਸ ਜ਼ਰੂਰ ਦਿੰਦਾ ਤਾਂ ਕਿ ਕਾਪੀ 'ਚ ਨੋਟਸ ਤਾਂ ਐਟਲੀਸਟ ਕੰਪਲੀਟ ਹੋਣ ਨਾ, ਜਿੰਨਾ ਵਿੱਚ ਨਾ ਛੱਡੇ ਹੋਣ। cot x ਤਾਂ ਇਹਦਾ ਡੈਰੀਵੇਟਿਵ ਕਿੰਨਾ ਹੁੰਦਾ ਹੈ, cosecant square, ਹਾਂਜੀ -cosecant square x। ਜਿਹੜੇ ਤੁਹਾਡੇ 'ਚ ਮੈਥ ਵਾਲੇ ਬੱਚੇ ਹੈ ਨਾ, ਉਹਨਾਂ ਨੂੰ ਤਾਂ ਮੈਥ ਵਿੱਚ ਇਹ ਜਾ ਕੇ ਸ਼ਾਇਦ 12ਵਾਂ ਪਤਾ ਨਹੀਂ 13ਵਾਂ ਚੈਪਟਰ ਆਏਗਾ ਮੈਥ ਵਿੱਚ NCERT 'ਚ, ਉਦੋਂ ਤੁਹਾਨੂੰ ਇਹਦਾ ਫਾਇਦਾ ਹੋਏਗਾ ਕਿ ਤੁਹਾਨੂੰ ਪਹਿਲਾਂ ਹੀ ਇੱਥੇ ਪਤਾ ਹੋਏਗਾ secant x tan x, secant ਦਾ। ਅਗਰ cosecant x ਹੋਵੇ, ਇਹ 'ਚ ਕੁਝ ਤੋਂ ਕਿ ਲਗਾਉਂਦੇ ਆਪਾਂ ਲੋੜ ਹੀ ਜੋ ਆਏਗਾ ਉਹ ਤਾਂ ਆਉਂਦਾ ਹੀ ਹੈ, -cosecant x cot x। ਸੋ ਬੇਸਿਕਲੀ ਆ ਦੋਨੋਂ ਥੋੜੇ ਸਿਮਿਲਰ ਜਿਹੇ ਨੇ ਇਹਨਾਂ ਦੇ ਫਾਰਮੂਲੇ, ਹੋਰ cot ਤੇ tan ਦਾ ਥੋੜਾ ਜਿਹਾ ਸਿਮਿਲਰ ਲੱਗਦਾ ਹੈ। ਤੇ ਯਾਦ ਰੱਖਣ ਦਾ ਤਰੀਕਾ ਇਹ ਹੁੰਦਾ ਕਿ ਜਿਹੜੇ C ਤੋਂ ਸ਼ੁਰੂ ਹੁੰਦਾ ਜਿਨ੍ਹਾਂ ਦਾ ਨਾਮ, ਉਹਨਾਂ ਦੇ ਡੈਰੀਵੇਟਿਵ ਨੈਗੇਟਿਵ ਆਉਂਦੇ ਨੇ, C for cot, C for cosecant, C for, ਇਹ ਤਾਂ ਚਲੋ ਯਾਦ ਰੱਖਣ ਦਾ ਤਰੀਕਾ ਤਾਂ ਚਲੋ ਕੁਝ ਵੀ ਹੋ ਸਕਦਾ ਹੈ, ਇਹਦੇ ਵਿੱਚ ਕੋਈ ਲੌਜੀਕ ਨਹੀਂ ਹੁੰਦਾ, ਯਾਦ ਰੱਖਣਾ। ਉਹ ਤਾਂ ਪੰਡਿਤ ਬਦਰੀ ਪ੍ਰਸ਼ਾਦ ਵੀ ਲੈ ਆਉਂਦੇ ਆ ਲਈ, ਹਾਲਾਂਕਿ ਪੰਡਿਤ ਬਦਰੀ ਪ੍ਰਸ਼ਾਦ ਦਾ ਕੀ ਲੈਣਾ ਦੇਣਾ ਉਹਦੇ ਨਾਲ। ਹਾਂਜੀ 4th ਤੇ ਫਾਰਮੂਲੇ ਦੇ ਵਿੱਚ a ਕੀ ਹੈ, 4th 5th ਫਾਰਮੂਲੇ ਦੇ ਵਿੱਚ, ਹਾਂ ਬੜਾ ਇੰਪੋਰਟੈਂਟ ਹੈ, ਵਧੀਆ ਗੱਲ ਹੈ। 4th ਫਾਰਮੂਲੇ ਦੇ ਵਿੱਚ ਜਿਹੜਾ a ਹੈ ਇਹ ਕੋਈ ਵੀ ਨੰਬਰ ਹੋ ਸਕਦਾ ਹੈ, ਕੋਈ ਵੀ ਨੰਬਰ, ਯਾਨੀ ਕਿ ਇਸ ਨੂੰ ਮੈਂ ਥੋੜਾ ਇੱਥੇ ਲਿਖ ਦਿੰਦਾ ਕਿ ਜੇ ਮੈਂ ਕਹਿ ਦਵਾਂ ਨਾ y is equal to 2 raised per x ਹੈ, ਤਾਂ ਇਹਦਾ ਡੈਰੀਵੇਟਿਵ ਜਦੋਂ ਕਰੂੰਗਾ ਤਾਂ 2 raised per x ਤੇ log of ਕੀ ਆਏਗਾ, a 2 a raised per x ਨਾ ਤੇ अगर y 5 raised to x है तो डेरिवेटिव क्या आएगा, dy by dx is equal to 5 raised by x log of 5। ਆ ਬਸ ਮਤਲਬ ਹੈ ਇਹਦਾ, ਠੀਕ ਹੈ। ਇਹ ਤੁਹਾਡੀ ਕਾਪੀ 'ਚ ਤੁਸੀਂ ਨੋਟਸ ਵਿੱਚ ਇਹਨਾਂ ਨੂੰ ਕੰਪਲੀਟ ਕਰ ਲਿਓ, ਇਹਦੀ ਕੋਈ ਲੋਡ ਜ਼ਿਆਦਾ ਨਹੀਂ ਪਏਗੀ ਆਪਾਂ ਨੂੰ,
ਆਪਣਾ ਸਰ ਜਾਏਗਾ ਥਰਡ ਸਿਰਫ ਦੇ ਵਿੱਚ ਨੈਚੁਰਲ ਹੈ ਨਾ। ਹਾਂਜੀ ਹਾਂਜੀ ਸਰ 5th ਦੇ ਵਿੱਚ ਵੀ ਤੁਸੀਂ E ਪਾਇਆ? ਹਾਂਜੀ ਹਾਂਜੀ 5th ਵਿੱਚ E ਪਾਇਆ। सर फोर्थ प्रॉपर्टी और फर्स्ट प्रॉपर्टी में क्या डिफरेंस है? फोर्थ और फर्स्ट प्रॉपर्टी में ये अच्छा इधर इधर है ना, इधर देखो E जड़ा है ना, E एक स्पेशल नंबर है जिवें मैं तुहानूं दस्सिया 2.718 है ना, पर A जड़ा है कोई भी नंबर हो सकता, बस आ फर्क है और कुछ भी नहीं है। सर इधर नहीं, log E आएगा, इधर भी log E प्रॉपर्टी आएगा, और पर फर्स्ट log E 1 होता है प्रॉपर्टी, हैं। फोर्थ प्रॉपर्टी और फर्स्ट प्रॉपर्टी सर। फर्स्ट प्रॉपर्टी, अच्छा मैंने कहा पेज दे फर्स्ट, वेरी गुड। देखो भी आ गल वैसे ध्यान देने वाली है कि उधर क्योंकि ये पावर हाँ देखो मैं दसदा तुहानूं अगले पेज पे दसदा थोड़ा वधिया तरह। देखो जो फर्स्ट प्रॉपर्टी है या फर्स्ट वाला फॉर्मूला है वो y इज इक्वल टू x दी पावर विच कुछ नंबर आएगा ना, इतने नंबर होएगा। यस सर ਉੱਥੇ ਵਿੱਚ ਕੀ ਹੁੰਦਾ ਕਿ ਉਹ ਨੰਬਰ ਨੀਚੇ ਹੁੰਦਾ ਹੈ ਕੋਈ ਵੀ, ਉਹਦੀ ਪਾਵਰ 'ਚ x ਚੜਿਆ ਹੋਇਆ ਜਿਹਦੇ ਵਿਦ ਰਿਸਪੈਕਟ ਟੂ ਡੈਰੀਵੇਟਿਵ ਕਰਨਾ ਹੈ, ਇਹੀ ਫਰਕ ਹੈ। ਇਸ ਨੂੰ ਕਹਿੰਦੇ ਆ ਐਕਸਪੋਨੈਂਸ਼ੀਅਲ ਫੰਕਸ਼ਨ, ਜਿਹਦੇ ਵਿੱਚ ਕੀ x ਉੱਪਰ ਚੜ ਗਿਆ ਪਾਵਰ ਵਿੱਚ, ਇੱਥੇ x ਤਾਂ ਨੀਚੇ ਹੀ ਹੈ ਨਾ, ਉਹਦੀ ਪਾਵਰ ਦਾ ਕੋਈ ਕਾਂਸਟੈਂਟ ਨੰਬਰ ਹੈ, ਇਹ ਦੋਨਾਂ 'ਚ ਫਰਕ ਹੈ। ਇਸ ਲਈ ਇਹਨੂੰ ਜਦੋਂ ਕਰਾਂਗੇ dy by dx ਦੈਨ ਪਾਵਰ ਫਾਰਮੂਲਾ ਲੱਗ ਜਾਏਗਾ, n ਅੱਗੇ ਆ ਜਾਏਗਾ x ਦੀ ਪਾਵਰ n-1, ਗੱਲ ਖਤਮ। ਪਰ ਜਦੋਂ ਇਹਨੂੰ ਕਰਾਂਗੇ नहीं, इतने पावर एनु कोई बच्चा करे x x बहुत बड़ी मिस्टेक हो जाएगी, पावर नंबर विच होएगी तन ये फार्मूला लगेगा, इतने नहीं लगेगा बिल्कुल भी। ठीक है गल, फर्क पता लग गया? यस सर। उथे x न्यूमरेटर च चढ़िया है। सो दीज आर द डेरिवेटिव्स, ते इन्ने ही डेरिवेटिव फिलहाल बहुत ने, फॉर्मूले आपां नूं इन्ने पता होने काफी है अपनी फिजिक्स दे लई, पर इह च कुछ एक दो चीज़ां ऐड कर दिंदे आपां। प्रॉपर्टीज ਜਿਹੜੀਆਂ ਲੋਡ ਪੈਣੀ ਹੈ ਤੁਹਾਨੂੰ ਹੁਣੀ। प्रॉपर्टीज ऑफ लॉग सॉरी ऑफ डेरिवेटिव्स की ने देखो या डिफरेंशिएशन। तो ये है कि मान लो कोई फंक्शन f है तो कोई फंक्शन f x ਦੇ ਨਾਲ ਨਾ ਕੋਈ कांस्टेंट नंबर k ਲੱਗਿਆ ਹੋਇਆ ਮੰਨ ਲਓ, ਤੇ ਉਹਦਾ ਤੁਸੀਂ ਡੈਰੀਵੇਟਿਵ ਕਰਨਾ d by dx, ਤਾਂ ਉਹ ਕੀ ਕਰ ਸਕਦੇ ਆਪਾਂ, k कांस्टेंट नंबर ਨੂੰ ਬਾਹਰ ਕੱਢ ਲਓ, ਇਹਦਾ ਡੈਰੀਵੇਟਿਵ 0 ਨਹੀਂ ਕਰ ਦੇਣਾ, ਬਸ ਬਾਹਰ ਕੱਢ ਲਓ ਤੇ ਡੈਰੀਵੇਟਿਵ ਕਿਹਦਾ ਕਰ ਦੋਗੇ, फंक्शन ਦਾ, जिस फंक्शन ਦਾ ਡੈਰੀਵੇਟਿਵ ਕਰ ਰਹੀ ਸੀ। ठीक है, k अगर कोई बाहर लग गया है तो बाहर आ सकता है। फॉर एग्जाम्पल ना ज्यादा बेटर समझ लगी गल, अगर कोई कह रहा है डी बाई डी एक्स ऑफ 3x रेज़ टू पावर 5, तो उसमें आप 3 की टेंशन लेने की लोड़ नहीं, 3 बाहर कट लो, तो डेरिवेटिव किसका करोगे, x5 का। ओ क्या आ जाएगा 5x4 x की पावर 4, हाँ 15x रेज़ टू पावर 4 आंसर आ यानी आ बाहर वाले कांस्टेंट्स ਨੂੰ ਜਿਹੜਾ ਆਪਾਂ ਐਸ ਸੱਚ ਛੱਡ ਦੇ ਤੇ ਡੈਰੀਵੇਟਿਵ ਦਾ ਕੋਈ ਅਸਰ ਨਹੀਂ ਪੈਂਦਾ। ਡੈਰੀਵੇਟਿਵ ਦਾ ਅਸਰ ਪੈਂਦਾ ਅਗਰ ਕਾਂਸਟੈਂਟ ਇਕੱਲਾ ਪਿਆ ਹੋਵੇ, x ਦੇ ਨਾਲ ਪਿਆ ਬਸ ਕਾਂਸਟੈਂਟ ਬਾਹਰ ਆ ਜਾਏਗਾ ਐਸ ਸੱਚ। ਇਹ ਪਹਿਲੀ ਗੱਲ ਬੜੀ ਇੰਪੋਰਟੈਂਟ। ਦੂਸਰੀ ਗੱਲ ਇਹ ਇੰਪੋਰਟੈਂਟ ਹੈ dy ਨੂੰ ਆਪਾਂ d ਵੀ ਲਿਖ ਸਕਦੇ ਹਾਂ, ਕਿਨੂੰ dy ਨੂੰ ਆਪਾਂ ਸਿੰਪਲ d ਵੀ ਲਿਖ ਸਕਦੇ ਹਾਂ। ਨਹੀਂ ਮੈਂ ਇਹ y ਦੀ ਜਗ੍ਹਾ ਤੇ ਆ ਲਿਖਤਾ ਨਾ ਇੱਥੇ, ਬੇਸਿਕਲੀ ਸਿੱਧਾ ਹੀ, ਬੇਸਿਕਲੀ ਮੈਂ ਆ ਕੀਤਾ, y ਹੀ ਤਾਂ ਹੈ ਨਾ ਤੁਹਾਡਾ 3x रेज़ टू पावर 5 ਬੇਸਿਕਲੀ। ਨਹੀਂ ਸਰ ਇੱਥੇ ਨਹੀਂ, ਜਿਹੜਾ ਤੁਸੀਂ ਆ ਲਿਖਿਆ d by dx, ਹਾਂ ਇਹ ਚ ਆਪਾਂ dy by dx ਦੀ ਜਗ੍ਹਾ d by dx ਵੀ ਲਿਖ ਸਕਦੇ ਹਾਂ। नहीं लिख सकते ना, मैं ਤੁਹਾਨੂੰ ਦੱਸ ਰਿਹਾ ਕਿ ਮੈਂ d by dx ਲਿਖਿਆ ਤਾਂ ਹੈ, ਪਰ ਮੈਂ y ਵਿੱਚ ਲਿਖਿਆ, ਆ y ਲਿਖਿਆ ਮੈਂ, ਆ y ਹੀ ਲਿਖਿਆ ਹੈ ਨਾ, y ਦੀ ਜਗ੍ਹਾ ਤੇ ਉਹਦੀ ਵੈਲਿਊ ਪੁਰ ਭਰਤੀ। ਸਰ ਜਿਹੜਾ ਆਪਣਾ ਆਨਸਰ ਆਇਆ ਸਰ ਉਹ ਆਪਾਂ ਨੂੰ ਕੀ ਇੰਡੀਕੇਟ ਕਰਦਾ ਹੈ, ਜਿਹੜਾ ਆਪਣਾ ਆਨਸਰ, ਹਾਂ ਆਹ ਵਾਲਾ ਆਨਸਰ ਜਿਹੜਾ ਆਇਆ ਇਹ ਬਣਾ ਇਸ ਦੇ ਵਿੱਚ, ਇਹ ਕਹਿ ਰਹੇ ਹੋ ਨਾ, ਜਾਂ ਫਿਰ ਇਹਨਾਂ ਸਾਰਿਆਂ ਵਿੱਚ ਇਹੀ ਕੀ ਇੰਡੀਕੇਟ ਕਰਦਾ, ਆਹੀ ਗੱਲ ਹੈ ਨਾ। ਯੈਸ ਸਰ। ਇਹਦਾ ਮਤਲਬ ਇਹ ਹੈ ਕਿ ਜੇ ਮੈਨੂੰ ਕੋਈ ਕਹੇ ਕਿ y sin x ਹੈ ਤੇ ਕਿਸੇ ਪਾਰਟਿਕੂਲਰ x ਵੈਲਿਊ ਦੇ ਉੱਪਰ, ਜਾਂ ਫਿਰ ਮੈਂ ਇੱਥੇ ਗੱਲ ਕਰਨਾ ਥੋੜਾ ਸੌਖੇ ਚ ਗੱਲ ਕਰੀਏ, ਆ ਕੀ ਇੰਡੀਕੇਟ ਕਰਦਾ ਪਹਿਲਾਂ ਨਾ ਦੱਸੋ, ਇਹ ਆਨਸਰ ਕੀ ਇੰਡੀਕੇਟ ਕਰਦਾ ਹੈ, ਸਲੋਪ ਸਰ ਮਤਲਬ ਕੋਈ ਚੇਂਜ ਨਹੀਂ ਆਇਆ। ਹਾਂ ਇਹ ਇੰਡੀਕੇਟ ਦਾ x ਦੇ ਵਿੱਚ ਬਦਲਾਵ ਦਾ ਲਿਆਉਣ ਨਾਲ y ਚ ਕੋਈ ਚੇਂਜ ਨਹੀਂ ਆ ਰਿਹਾ, ਇਹ ਆ ਇੰਡੀਕੇਟ ਕਰਦਾ ਹੈ। ਤੇ ਆ ਇੰਡੀਕੇਟ ਕਰਦੇ ਨੇ ਕਿ ਵੀ ਕਿੰਨਾ ਚੇਂਜ ਆ ਰਿਹਾ, ਪਰ ਉਹ ਚੇਂਜ x ਤੇ ਡਿਪੈਂਡ ਕਰ ਰਿਹਾ ਕਿ ਵੀ ਉਹ ਤੁਹਾਨੂੰ x ਦੀ ਵੈਲਿਊ ਪੁੱਟ ਕਰਕੇ ਦੇਖਣਾ ਪਏਗਾ ਵੀ ਕਿੰਨਾ ਚੇਂਜ ਆ ਰਿਹਾ, ਕਿਉਂਕਿ ਉਹ x2 ਦੇ ਉੱਪਰ ਕੁਝ ਹੋਰ ਚੇਂਜ ਆਏਗਾ, 3 ਦੇ ਕੋਲ ਜਾ ਕੇ ਕੁਝ ਹੋਰ ਚੇਂਜ ਆਏਗਾ, 4 ਦੇ ਬਾਅਦ ਕੁਝ ਹੋਰ ਚੇਂਜ ਆਏਗਾ, ਜਿਹਦੀ ਮੈਂ ਗੱਲ ਸਮਝਾ ਰਿਹਾ ਸੀ ਤੁਹਾਨੂੰ ਇੱਥੇ।
ਤਾਂ ਹਰ x ਦੇ ਉੱਪਰ ਅਲੱਗ-ਅਲੱਗ ਚੇਂਜ ਆਏਗਾ ਨਾ, ਰੇਟ ਆਫ ਚੇਂਜ ਵੀ x ਤੇ ਡਿਪੈਂਡ ਕਰ ਰਿਹਾ ਸਾਰਿਆਂ ਦੇ ਵਿੱਚ। ਕਲੀਅਰ? ਯੈਸ ਸਰ। ਸੋ ਦੂਸਰਾ ਹੈਗਾ ਕਿ ਅਗਰ ਕੋਈ ਫੰਕਸ਼ਨ f of x ਹੋਵੇ ਤੇ ਕੋਈ ਫੰਕਸ਼ਨ g of x ਹੋਵੇ, ਮੈਂ y1 y2 ਲਗਾ ਲਓ, ਤੇ ਤੁਸੀਂ ਇਹਦੇ ਸਾਰੇ ਦਾ ਡੈਰੀਵੇਟਿਵ ਕਰਨਾ ਹੋਵੇ ਤਾਂ ਕੀ ਕਰੋਗੇ? ਅਲੱਗ-ਅਲੱਗ ਕਰ ਦਿਓ ਬਸ। ਪਹਿਲਾਂ ਤੁਸੀਂ f of x ਦਾ ਕਰ ਦਿਓ, ਫਿਰ ਤੁਸੀਂ g of x ਦਾ ਕਰ ਦਿਓ। ਇਹ ਤਾਂ ਬਹੁਤ ਸਿੰਪਲ ਗੱਲ ਆ, ਤੁਸੀਂ ਆਰਾਮ ਨਾਲ ਹੁਣੇ ਕਰਨ ਲੱਗ ਜਾਓਗੇ। ਫॉर एग्जांपल ਮੰਨ ਲਓ ਮੈਨੂੰ ਕੋਈ y ਕਹਿ ਰਿਹਾ ਫੰਕਸ਼ਨ x raised to power 4 plus x raised to power 3, ਤਾਂ ਡੈਰੀਵੇਟਿਵ ਕੀ ਲਿਖੋਗੇ? अलग-अलग कर दो। इधर आ जाएगा 4x क्यूब 3x बस, प्लस माइनस, माइनस होता तो माइनस आना सी, प्लस अगर प्लस आ गया। क्लियर है? यस सर। यस सर। ये दोनों प्रॉपर्टी मिला के भी सोच सकते हैं। मान लो कोई मैंने कह रहे y इज इक्वल टू 5x क्यूब माइनस 2x स्क्वायर प्लस 4x प्लस 9। हाँ आ गया इतना बड़ा। मैंने कोई कह रहा डेरिवेटिव करो, मैं कहा ठीक है कर दिने हैं। मैं सोचूंगा भी 5 में तो 5 ही रहने देता, टेंशन ही ना लो। x क्यूब का सीधे डेरिवेटिव करो, क्या आएगा? 2x स्क्वायर 3x स्क्वायर माइनस 2 नो तो टेंशन ही ना लो। x के डेरिवेटिव क्या आएगा? 2x 4 का टेंशन ही ना लो। x की डेरिवेटिव 1 होता है हमेशा। देखो x की डेरिवेटिव की होता है x की पावर 1, तो dy by dx करोगे 1 x की पावर 1 minus 1 0, तो बेसिकली 1 आ गया ना। यस सर। यस वैसे y इक्वल टू x का ग्राफ है बनता 45 डिग्री, तो जितना y चेंज आएगा उतना x चेंज आएगा, 1 ही आएगा। 45 डिग्री की स्लोप आएगी हमेशा। चलो आप 1 लिख देने थे। 9 का डेरिवेटिव क्या आएगा? 0। हाँ तो आंसर आ गया। ये आएगा 15x स्क्वायर 4x plus 4 and this is the derivative, that's it। ऊपर ला फंक्शन है, ए दा डेरिवेटिव है, हो गया काम। सर इस स्प्लिटिंग करके आगे भी सॉल्व कर सकते हैं। ਇਹਨੂੰ ਸਪਲਿਟਿੰਗ ਕਰਕੇ ਕੀ ਸੋਲਵ ਕਰੋਗੇ? ਇਹਨੂੰ ਮਤਲਬ ਕਹਿੰਦਾ ਡੈਰੀਵੇਟਿਵ ਤਾਂ ਤੁਸੀਂ ਕੱਢ ਹੀ ਦਿੱਤਾ, ਡੈਰੀਵੇਟਿਵ ਤਾਂ ਕਰ ਲਿਆ ਆਪਰੇਸ਼ਨ ਤੁਸੀਂ, ਫਿਰ ਇਹਨੂੰ ਸਪਲਿਟ ਕਰੋ ਜਾਂ ਇਹਦੇ ਫੈਕਟਰ ਬਣਾ ਕੇ ਲਿਖੋ, ਜੋ ਮਰਜ਼ੀ ਕਰੀ ਜਾਓ। एक्सक्यूज मी ਹਾਂਜੀ सर, y 0 हो सकता है? y इक्वल टू 0 हो सकता, पूरी x एक्सिस की है, y 0 ही है। आंसर डेरिवेटिव 0 हो सकता है, डेरिवेटिव 0 है सर डेरिवेटिव भी 0 ही आऊगा फिर। ऑब्वियसली डेरिवेटिव 0 आऊगा फिर। ओके सर। जिवें मान लो y है, y देखो ए भी आ सकता 3x स्क्वायर प्लस sin x प्लस log x, मतलब सीधा ही आ गया। तो हम डेरिवेटिव किवें करोगे? कुछ नहीं, सिर्फ अलग अलग लगा दो। एक है 3 to the 6x, sin x का की आएगा cos x, log x का की है 1/x। देखो मैं पीछे कितना है आंसर, सारे आंसर समझ लग रही गल? log x ਦਾ 1 ਨਹੀਂ ਸੀ ਕੱਲਾ। हाँ देखो log x का डेरिवेटिव लिखिया सी अपन। हाँ देखो 1/x, ठीक है। डेरिवेटिव है, डेरिवेटिव ये वैल्यू ये ਤੁਹਾਨੂੰ याद रखना ਪੈਣਾ। ਇਹ ਟੇਬਲ ਦੇ ਕੱਲੇ ਕੱਲੇ ਦਾ ਪ੍ਰੂਫ ਕੀਤਾ ਜਾ ਸਕਦਾ, ਪਰ ਪ੍ਰੂਫ ਕਰਨ ਕਿਉਂ ਬੈਠਾਂਗੇ ਆਪਾਂ? ਇਹਦਾ ਆਪਾਂ ਸਿੱਧਾ ਯੂਜ਼ ਕਰਾਂਗੇ, ਤੁਹਾਡੇ ਬੁੱਕਸ ਵਿੱਚ ਵੀ ਸਿੱਧਾ ਹੀ ਗਿਵਨ ਹੋਏਗਾ। ਤੁਸੀਂ ਉਹਦੀ ਡਿਟੇਲ 'ਚ ਬਹੁਤਾ ਜਾਓਗੇ ਤਾਂ ਇਹਦੇ ਵਿੱਚ ਤਾਂ ਕੋਈ ਫਾਇਦਾ ਨਹੀਂ ਆਪਾਂ ਨੂੰ ਜੋ ਉਹਦਾ ਮਤਲਬ ਸਮਝਣਾ ਚਾਹੀਦਾ ਹੈ। मतलब ये है फॉर्मूला है। क्लियर? यस सर। यस सर। ਹੁਣ ਇਹਨਾਂ ਦੇ ਨਾਲ ਨਾ ਇੱਕ ਦੋ ਹੋਰ ਚੀਜ਼ਾਂ ਨੇ, ਦੋ ਚੀਜ਼ਾਂ ਬਸ ਜਿਹੜੀਆਂ ਕਿ ਬੜੀ ਨਾਲ ਪਤਾ ਹੋਣ ਤਾਂ ਡੈਰੀਵੇਟਿਵ ਦਾ ਕੰਪਲੀਟ ਹੋ ਜਾਏਗਾ ਕੰਮ ਆਪਣਾ। ਇੱਕ ਹੈਗਾ ਪ੍ਰੋਡਕਟ ਰੂਲ, ਇੱਕ ਹੈਗਾ ਕੋਸ਼ੈਂਟ ਰੂਲ। ਮੈਂ ਅਗਲੇ ਪੇਜ ਤੇ ਕਰਦਾ। ਪ੍ਰੋਡਕਟ ਰੂਲ ਕੀ ਕਹਿੰਦਾ? ਉਹ ਕਹਿੰਦਾ ਕਈ ਵਾਰ ਤੁਹਾਨੂੰ ਇਹ ਵੀ ਤਾਂ ਹੋ ਸਕਦਾ ਨਾ ਕਿ ਤੁਹਾਡੇ ਦੋ ਫੰਕਸ਼ਨ ਅਲੱਗ-ਅਲੱਗ ਆਪਸ ਵਿੱਚ ਮਲਟੀਪਲਾਈ ਹੋ ਰਹੇ ਹੋਣ। देखो ऐड सब्ट्रैक्ट हो रहे फिर तो कोई दिक्कत नहीं ना है। देखो जैसे सब्ट्रैक्ट हो रहा था तो सब्ट्रैक्ट पा दो, अलग अलग कर दो चुप करके, हो गया कम। पर व्हाट अबाउट अगर दे आर बीइंग मल्टीप्लाइड, यानी अगर y ਤੁਹਾਡਾ जो है वो दो फंक्शन ਨੂੰ मल्टीप्लाई करके बन रहा है, यानी एक तो u है, एक मान लो v है। अब दोनों फंक्शन x ਦੀ है, u of x v of x। ਇਹਨੂੰ ਕਈ ਵਾਰ ਅਸੀਂ u v ਲਿਖ ਦਿੰਦੇ ਆ ਬਸ, u into v। ਤਾਂ ਇਹਦਾ ਡੈਰੀਵੇਟਿਵ ਕਿਵੇਂ ਕਰਾਂਗੇ? ਦੇਖੋ ਹੁਣ ਇਹ ਰੂਲ ਹੈ, ਇਹ ਯਾਦ ਰੱਖਣਾ। ਰੂਲ ਹੀ ਭੁੱਲ ਗਏ ਤਾਂ ਫਿਰ ਨਹੀਂ ਕੰਮ ਹੋਏਗਾ। ਡੈਰੀਵੇਟਿਵ ਇਹਦਾ dy by dx ਕੀ ਰੂਲ ਹੈ? ਸਭ ਤੋਂ ਪਹਿਲਾਂ u ਨੂੰ ਛੱਡ ਦਿਓ ਐਸ ਸੱਚ, ਮਲਟੀਪਲਾਈਡ ਬਾਈ v ਦਾ ਕਰ ਦਿਓ ਡੈਰੀਵੇਟਿਵ।
प्लस v ਨੂੰ ਛੱਡ ਦੋ ਐਸ ਸੱਚ u ਦਾ ਕਰ ਦੋ ਡੈਰੀਵੇਟਿਵ। ਦਿਸ ਇਜ਼ ਦਾ ਰੂਲ। ਕਿਵੇਂ ਲਗਾਵਾਂਗੇ ਇਹਨੂੰ ਦੇਖ ਲੈਣੇ ਆ। मान लो क्वेश्चन आ गया that question is y is equal to x square sin x ਤੇ ਉਹਨਾਂ ਨੇ ਕਿਹਾ find dy by dx। ਇੱਥੇ ਆਪਾਂ ਨੂੰ ਸਮਝਣਾ ਪੈਂਦਾ ਹੈ, ਇੱਥੇ ਅੰਨੇ y ਬੱਚੇ ਪਤਾ ਕੀ ਕਰਨਗੇ, ਕਈ ਕਹਿਣਗੇ ਅੱਛਾ ਲੈ ਵੀ x square ਦਾ ਆ ਗਿਆ 2x sin x ਦਾ ਆ ਗਿਆ cos x। ਆਂਸਰ ਗਲਤ ਹੈ। ਇਕੱਲੇ x square ਦਾ ਡੈਰੀਵੇਟਿਵ 2x ਹੈ। x square sin x ਹੋਇਆ ਤਾਂ ਫੇਰ ਨਹੀਂ ਕਿ ਕੱਲੇ ਕੱਲੇ ਦਾ ਡੈਰੀਵੇਟਿਵ ਲਿਖਤਾ ਤੁਸੀਂ। ਰੂਲ ਕੀ ਹੈ? ਰੂਲ ਇਹ ਹੈ, ਇਸ ਤਰ੍ਹਾਂ ਰੂਲ ਹੈ, ਇਸ ਨੂੰ ਅਪਲਾਈ ਕਰਨਾ ਹੈ। ਤਾਂ ਤੁਸੀਂ ਡੈਰੀਵੇਟਿਵ ਕਿਵੇਂ ਕਰੋਗੇ? ਇਹ ਪਹਿਲਾਂ u ਵੀ ਸਭ ਮੰਨ ਲਓ। u ਕੌਣ ਹੈ? ਆ ਮੰਨ ਲਓ u ਹੈ ਇੱਕ ਫੰਕਸ਼ਨ, ਆ ਮੰਨ ਲਓ v ਹੈ ਦੂਸਰਾ ਫੰਕਸ਼ਨ। ਤਾਂ ਤੁਸੀਂ ਕਰੋਗੇ ਤਾਂ ਫਰਸਟ ਫੰਕਸ਼ਨ ਐਸ ਸੱਚ sin ਦਾ ਡੈਰੀਵੇਟਿਵ ਕੀ ਆਏਗਾ? cos x प्लस ਹੁਣ sin x वाला v फंक्शन एज सच x का केयर डेरिवेटिव क्या आएगा? 2। बस हो गया आंसर, खत्म। समझ लगी गल? यस सर। यानी प्रोडक्ट रूल ਨੂੰ याद रखना है, भूलना नहीं सारे ने। इस तरह लगता है प्रोडक्ट रूल। मैं क्वेश्चन और कराना पहला एक बार लिख दवा बस एक दूसरा रूल भी। अगला है क्वोशिएंट रूल। क्वोशिएंट रूल भी कई बार अपन लोड पै जाती है, सो पता होना चाहिए तुहानू। क्वेश्चन रूल की है, अगर y ਤੁਹਾਡਾ ਹੋਇਆ u of x ऊपर कोई होया नीचे v of x होया, यानी ऊपर होया u नीचे होया v डिवाइड हो रहा, ਤਾਂ ਇਹਦਾ ਰੂਲ ਕੀ ਹੈ? ਇਹਦਾ ਰੂਲ ਹੈਗਾ ਕਿ ਸਭ ਤੋਂ ਪਹਿਲਾਂ ਡਿਨੋਮੀਨੇਟਰ ਦੇ ਵਿੱਚ ਨਾ ਡਿਨੋਮੀਨੇਟਰ ਦਾ ਫੰਕਸ਼ਨ ਦਾ ਸਕੁਅਰ ਕਰ ਲਓ v ਸਕੁਅਰ। ਫਿਰ ਇਹ ਡਿਨੋਮੀਨੇਟਰ ਵਾਲਾ ਫੰਕਸ਼ਨ ਉੱਪਰ ਰੱਖ ਦਿਓ v ਤੇ ਡੈਰੀਵੇਟਿਵ ਕਰ ਦੋ ऊपर वाले फंक्शन ਦਾ u ਦਾ du by dx माइनस ये याद रखना इस तो पिछले वाले रूल च प्लस सी इथे न्यूमरेटर माइनस आएगा फिर u ऐसा सच रहेगा तो v ਦਾ डेरिवेटिव हो जाएगा बिल्कुल। बस क्वोशिएंट रूल च याद रखना डिनोमिनेटर च पहला v स्क्वायर लिख देना है फिर ऊपर v लिख के पहला डेरिवेटिव ऊपर वाले का ही करना है फिर दूसरा डेरिवेटिव एक दूसरा जो रह गया डेरिवेटिव तो दूसरा ऐसा छोड़ देना। दिस इज द रूल। But how to apply it? Apply होने करना है। मान लो y है is equal to sin x divided by कुछ भी लगा लो log x, जानबूझ के मैं अलग अलग फंक्शन ले ली तो डेरिवेटिव की होगा। रूल के हिसाब से नीचे क्या आना चाहिए? v square। हाँ फिर v ही ऐसा ऊपर भी आना चाहिए सबसे पहला था। ऊपर वाले का डेरिवेटिव cos x माइनस फिर ऊपर वाला एज सच नीचे वाला डेरिवेटिव 1/x। बस आंसर इनको सिंपलीफाई कर देंगे। सर नीचे dx ਤਾਂ ਰਹਿ ਗਿਆ। ਕਿਹੜਾ dx रह गया? ਕਿਹੜਾ dx रह गया? v into du upon dx। हाँ तो du upon dx करता था ना। आ देखो ना u अपना sin x है ना थे तो Yes, du upon dx ही तो ਹੁੰਦਾ है cos x पूरा वो तो लिखता है उस जगह पे ओके सर। है ना। इथे log x ਹੁੰਦਾ है तो log x लिखता यस ਇਹਨੂੰ ਕਹਿੰਦੇ ਆ। ਸੋ ਆਪਣੇ ਕੋਲ ਬੇਸਿਕਲੀ ਜਿਹੜਾ ਆਪਾਂ ਡੈਰੀਵੇਟਿਵ ਦਾ ਮਤਲਬ ਸਮਝਿਆ ਅੱਜ ਦਾ ਦਿਨ ਦਾ ਬਹੁਤ ਵੱਡੀ ਪ੍ਰਾਪਤੀ ਇਹੀ ਹੈ। ਉਸ ਤੋਂ ਬਾਅਦ ਆਪਾਂ ਇਹ ਦੇਖਿਆ ਇਹਨਾਂ ਦੇ ਫਾਰਮੂਲੇ ਕੀ ਨੇ। ਇਹ ਫਾਰਮੂਲੇ ਸਾਰਿਆਂ ਨੇ ਲਿਖ ਲੈਣੇ ਆ ਤੇ ਕੋਸ਼ਿਸ਼ ਕਰਿਓ ਅਗਲੀ ਕਲਾਸ ਤੱਕ ਤੁਸੀਂ ਫਾਰਮੂਲੇ ਤੁਹਾਨੂੰ ਯਾਦ ਹੋਣ ਤਾਂ ਕਿ ਆਪਾਂ ਅੱਗੇ ਦੀ ਜਿਹੜੀ ਚੀਜ਼ਾਂ ਨੇ ਉਹ ਕਰ ਸਕੀਏ ਜਲਦੀ ਜਲਦੀ। ਤੇ ਜ਼ਿਆਦਾਤਰ ਯੂਜ਼ ਹੋਏਗਾ ਪਾਵਰ ਫਾਰਮੂਲਾ, ਉਹ ਚ ਸਪੀਡ ਬਣਾਣੀ ਹੈ ਆਪਾਂ, इसलिए कुछ क्वेश्चंस मैं भेजूंगा वो सारे करके देखना। क्वोशिएंट रूल प्रोडक्ट रूल लगा के काम करना। ठीक है ये गल? यस सर। यस सर। एक ਇਹਦੇ ਚ ਬਸ ਲਾਸਟ ਇੱਕ ਚੇਨ ਰੂਲ ਹੁੰਦਾ ਹੈ ਉਹ ਮੈਂ ਤੁਹਾਨੂੰ ਬਾਅਦ ਵਿੱਚ ਵੀ ਦੱਸ ਸਕਦਾ, ਉਹਦੀ ਕੋਈ ਹਰੇ ਟੈਨਸ਼ਨ ਵਾਲੀ ਗੱਲ ਨਹੀਂ, ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ। ਹਾਂਜੀ ਸਰ ਇਹ ਵੀਡੀਓ ਚ ਆਪਣਾ ਲੈਕਚਰ ਸਰ ਕੈਲਕੂਲਸ ਕੰਪਲੀਟ ਹੋ ਗਿਆ ਜੀ? ਨਹੀਂ ਨਹੀਂ ਹਲੇ ਤਾਂ ਸਿਰਫ ਡਿਫਰੈਂਸ਼ੀਏਸ਼ਨ ਗੱਲ ਕਰ ਰਹੇ ਆਪਾਂ, ਹਲੇ ਤਾਂ ਇੰਟੀਗ੍ਰੇਸ਼ਨ ਵੀ ਹੈਗੀ ਆ। मतलब सर अपनी डिफरेंशिएशन दा कंप्लीट होगी जी? डिफरेंशिएशन लगभग हाँ चेन रूल कर लांगे तो कंप्लीट होगी। ठीक है सर ओके जी। फिर मैं बस थोनों डिफरेंशिएशन दे ते लॉगरिथम दे कुछ क्वेश्चंस दूंगा, ठीक है, जस्ट फॉर प्रैक्टिस एंड बाकी तुसीं लेक्चर दे थ्रू ही गो थ्रू होना चंगी तरह ते नोट्स लेने हैं।
ਮਤਲਬ ਸਮਝਣ ਦੇ ਲਈ ਕੋਸ਼ਿਸ਼ ਜੋ ਕਰਨੀ ਹੁੰਦੀ ਨਾ, ਉਹਦਾ ਮਤਲਬ ਹੁੰਦਾ ਕਿ ਸੋਚੋ ਉਹਦੇ ਬਾਰੇ। ਐ ਨਹੀਂ ਵੀ ਹਾਂਜੀ ਠੀਕ ਹੈ ਇੱਕ ਵਾਰ ਗੱਲ ਸੁਣ ਲਈ ਤੇ ਹੁਣ ਬਸ ਗੱਲ ਛੱਡ ਦਿਓ।